ਨੂੰ ਫਿਰ ਅੱਗੇ ਰੱਖਣਾ। ਮੈਂ ਤੁਹਾਨੂੰ ਦੱਸਣਾ ਅੱਜ ਮੇਰੇ ਜਿਹੇ ਮੈਂ ਗੱਲ ਕਰਨਾ ਕੀ ਚਾਹਨਾ, ਉਹਦੇ ਵਿੱਚ ਅਸੀਂ ਫਿਰ ਬਾਕੀ ਲੋਕ ਰਲ ਜਾਣਗੇ। ਬੁਨਿਆਦੀ ਗੱਲ ਇਹ ਹੈ, ਤੁਸੀਂ ਸ਼ਾਇਦ ਅਗਰ ਵੇਖਿਓ ਹੋਏ ਜਿਹੜਾ ਕੋਰਸ ਬਣਿਆ ਹੋਇਆ ਸੀ, ਅੱਜ ਦਾ ਮੌਜੂਦ ਸੀ ਕਨਸਟੀਚੁਐਂਸੀਜ਼ ਆਫ ਪਾਵਰ। ਉਹਦੇ ਬਾਰੇ ਮੈਂ ਇਸ ਵਾਸਤੇ ਕੋਈ ਪੜ੍ਹਨ ਵਾਸਤੇ ਚੀਜ਼ ਨਹੀਂ ਭੇਜੀ, ਕਿਉਂਕਿ ਇਸ ਬਹਿਸ ਦੇ ਵਿੱਚ ਅਸੀਂ ਆਪਣੇ ਤਜਰਬਿਆਂ ਨੂੰ ਫਰੋਲਣਾ ਹੈ ਕਿ ਸਾਡਾ ਰੋਜ਼ ਦਿਹਾੜੀ ਵਾਹ ਪੈਂਦਾ ਹੈ, ਗਲੀ ਮੁਹੱਲੇ ਘਰ ਦਫ਼ਤਰ ਹਰ ਜਗ੍ਹਾ ਤੇ ਤਾਕਤ ਦੇ ਨਿਜ਼ਾਮ ਨਾਲ ਉਹਦਾ ਵਾਹ ਪੈਂਦਾ। ਅਸੀਂ ਜਿਹੜੇ ਪਿਛਲੇ ਕਿਤਨੇ ਲੈਕਚਰ ਨੇ ਉਸ ਤੇ ਇਹ ਗੱਲ ਕਰਦੇ ਰਹੇ ਹਾਂ ਕਿ ਜੀ ਫੌਜ ਨੇ, ਰਿਆਸਤ ਨੇ, ਸਰਮਾਇਆਦਾਰਾਂ ਨੇ, ਮਨਸੂਬਬੰਦੀ ਕਰਨ ਵਾਲਿਆਂ ਨੇ ਕਿਹੜੇ ਕਿਹੜੇ ਤਰੀਕੇ ਨਾਲ ਜਾਣਦੇ ਹੋਏ ਜਾਂ ਨਾ ਜਾਣਦੇ ਹੋਏ, ਨੇਕਨੀਅਤੀ ਨਾਲ ਜਾਂ ਬਦਨੀਅਤੀ ਨਾਲ ਐਸਾ ਨਿਜ਼ਾਮ ਬਣਾਇਆ ਜਿਹੜਾ ਇੱਕ ਧਰੋਹ ਦਾ ਨਿਜ਼ਾਮ ਹੈ। ਧਰੋਹ ਕੀਤੇ ਨੇ ਲੋਕਾਂ ਤੇ, ਉਹਨਾਂ ਦੇ ਹੱਕ ਮਾਰੇ ਨੇ, ਚਾਹੇ ਉਹ ਫੈਕਟਰੀ 'ਚ ਕੰਮ ਕਰਨ ਵਾਲਾ ਮਜ਼ਦੂਰ ਹੈ ਜਾਂ ਕਾਮਾ ਹੈ ਜਾਂ ਵਾਹਕ ਹੈ ਜਾਂ ਸਵਾਣੀਆਂ ਹਨ, ਉਹਨਾਂ ਦੇ ਨਾਲ ਕੀਤਾ ਹੈ। ਅੱਛਾ, ਉਹ ਧਰੋਹ ਕਾਇਮ ਹੈ ਤੇ ਉਹਦੇ ਖਿਲਾਫ ਨਾਰੇ ਵੀ ਲੱਗਦੇ ਹਨ ਤੇ ਧਰੋਹ ਦੀ ਮੁਖਾਲਫਤ ਵਾਸਤੇ ਉਹਨਾਂ ਨੇ ਕਈ ਨਾਮ ਪਕੜੇ। ਕਿਸੇ ਨੇ ਇਸਲਾਮ ਦਾ ਨਾਮ ਲਿਆ ਜੀ, ਅਸਲ ਤਾਂ ਬਸ ਇਸਲਾਮ ਆ ਗਿਆ ਤੇ ਸਾਰੇ ਧਰੋਹ ਮੁੱਕ ਵੈਸੇ। ਕਿਸੇ ਨੇ ਸੋਸ਼ਲਿਜ਼ਮ ਦਾ ਨਾਮ ਲਿਆ, ਕਿਸੇ ਨੇ ਜਮਹੂਰੀਅਤ ਦਾ ਲਿਆ, ਇਨਸਾਫ ਦਾ ਲਿਆ, ਲੇਕਿਨ ਉਹ ਧਰੋਹ ਦਾ ਜਿਹੜਾ ਵਿਹਾਰ ਹੈ ਉਹਨੂੰ ਕੋਈ ਸੱਟ ਵੀ ਨਹੀਂ ਲੱਗੀ ਜ਼ਿਆਦਾ, ਉਹ ਉਂਝ ਦਾ ਉਂਝ ਕਾਇਮ ਹੈ। ਅੱਜ ਦੀ ਜਿਹੜੀ ਕਲਾਸ ਹੈ ਨਾ, ਮੈਂ ਉਹਦੇ ਇਹ ਗੱਲਬਾਤ ਕਰਨਾ ਚਾਹੁੰਦਾ ਤੁਹਾਡੇ ਸਭ ਨਾਲ ਰਲ ਕੇ ਕਿ ਧਰੋਹ ਦੀ ਕਿਹੜੀ ਕਿਹੜੀ ਸ਼ਕਲਾਂ ਹਨ ਸਾਡੇ ਵਿਹਾਰ ਵਿੱਚ, ਸਾਡੀ ਵਸਤੂ ਦੇ ਵਿੱਚ, ਤੇ ਉਹ ਕਿਉਂ ਕਾਇਮ ਹਨ। ਲੋਕਾਂ ਨੇ ਕੋਈ ਲੜਾਈ ਕੀਤੀ ਹੈ, ਤੁਸੀਂ ਉਸ ਤੋਂ ਵਾਕਿਫ ਹੋ। ਉਸ ਧਰੋਹ ਨੂੰ ਮੁਕਾਉਣ ਵਾਸਤੇ ਲੋਕਾਂ ਨੇ ਕਿਹੜੀ ਕਿਹੜੀ ਲੜਾਈ ਲੜੀਆਂ ਹਨ, ਕਿਹੜੀ ਲੜਾਈਆਂ ਕਾਮਯਾਬ ਹੋਈਆਂ, ਕਿਹੜੀ ਨਾਕਾਮ ਹੋਈਆਂ, ਕਿਉਂ ਕਾਮਯਾਬ ਹੋਈਆਂ, ਕਿਉਂ ਨਾਕਾਮ ਹੋਈਆਂ, ਕਿਹੜੀ ਚੀਜ਼ ਥੁੜਦੀ ਪਈ ਹੈ ਸਾਡੀ ਸੋਚ ਦੇ ਵਿੱਚ ਜਾਂ ਸਾਡੇ ਕਰਨ ਦੇ ਵਿੱਚ, ਜਿਸ ਸਰ ਨਾਲ ਮੈਂ ਮਾਫੀ ਚਾਹਨਾ, ਮੈਂ ਉਹ ਲਫ਼ਜ਼ ਮਿਸ ਕਰ ਗਿਆ ਤੁਹਾਡਾ। ਕੀ ਤੁਸੀਂ ਲਫ਼ਜ਼ ਕਿਹਾ ਧਰੋਹ? ਧਰੋਹ ਦਾ ਮਤਲਬ ਹੈ ਜ਼ੁਲਮ, ਓਪਰੇਸ਼ਨ, ਐਕਸਪਲੋਇਟੇਸ਼ਨ, ਤੇ ਧਰੋਹ ਹੋ ਗਿਆ। ਉਹ ਜਿਹੜਾ ਅਸੀਂ ਧਰੋਹ ਦਾ ਵਿਹਾਰ ਬਣਾਇਆ ਹੋਇਆ ਹੈ, ਡਢੱਪ ਦਾ ਵਿਹਾਰ, ਜਿਸ ਨਾਲ ਅਸੀਂ ਹਿਣਪ ਤੋਂ ਫਾਇਦਾ ਚਾਹ ਕੇ ਦੂਜੇ ਦੇ ਉਸ ਦੇ ਲੁੱਟ ਪੱਟ ਦਾ ਕੰਮ ਕਰਿੰਦੇ ਆਏ, ਚਾਹੇ ਇਕੱਲੇ ਬੰਦੇ ਦੇ ਤੌਰ ਤੇ, ਚਾਹੇ ਤਬਕੇ ਦੇ ਤੌਰ ਤੇ, ਜਾਂ ਇੱਕ ਜਿਨਸ ਹੈ ਉਹਦੇ ਤੌਰ ਤੇ। ਉਹਦੀ ਵੱਖਰੀ ਵੱਖਰੀ ਸ਼ਕਲਾਂ ਹਨ। ਉਹਨਾਂ ਸ਼ਕਲਾਂ ਦੇ ਖਿਲਾਫ ਲੜਾਈ ਵੀ ਹੁੰਦੀ ਪਈ ਹੈ, ਉਹਨਾਂ ਨੂੰ ਸ਼ਕਲਾਂ ਨੂੰ ਪੱਕਾ ਕਰਨ ਵਾਸਤੇ ਕੰਮ ਵੀ ਹੁੰਦਾ ਪਿਆ, ਦੋਵੇਂ ਹੁੰਦੇ ਪਏ। ਲੇਕਿਨ ਅੱਗੋਂ ਕਿਉਂ ਨਹੀਂ ਗੱਲ ਟੁੱਟਦੀ ਪਈ? ਕਿਸੇ ਨਾ ਕਿਸੇ ਗੱਲ ਦੀ ਥੋੜ ਹੈ, ਜਾਂ ਧਰੋਹ ਦੇ ਖਿਲਾਫ ਲੜਾਈ ਕਰਨ ਵਾਲਿਆਂ ਨਾਲ, ਜਾਂ ਉਹਨਾਂ ਨੇ ਕੁਝ ਲੜਾਈਆਂ ਲੜ ਕੇ ਜੀਤ ਰਹੀਆਂ, ਸਾਨੂੰ ਉਹਨਾਂ ਦਾ ਪਤਾ ਕੋਈ ਨਹੀਂ। ਉਹਦੇ ਬਾਰੇ ਮੈਂ ਅੱਜ ਗੱਲ ਕਰਨਾ ਚਾਹੁੰਦਾ ਤੁਹਾਡੇ ਆਪਣੇ ਤਜਰਬੇ ਤੋਂ। ਉਹਨਾਂ ਨੂੰ ਉਹਨਾਂ ਦੀ ਪੜ੍ਹ ਪੜਚੋਲ ਦੀ ਲੋੜ ਹੈ ਕਿ ਹੁੰਦਾ ਕੀ ਪਿਆ, ਇਹ ਕੰਮ ਨੂੰ ਅੱਗੋਂ ਵਧਾਉਣਾ ਹੈ, ਚਲਾਉਣਾ ਹੈ। ਕਿਉਂਕਿ ਜਿਸ ਅਸੀਂ ਗੱਲ ਕਰ ਰਹੇ ਹਾਂ ਪੋਲੀਟੀਕਲ ਇਕੋਨੋਮੀ ਦੀ, ਇਕੋਨੋਮੀ ਦਾ ਤਾਂ ਹੈ ਮਾਲੀ ਮਾਮਲਾਤ ਦਾ ਕੰਮ ਵਿਹਾਰ, ਤੇ ਸਿਆਸਤ ਦਾ ਤਾਲੁਕ ਹੈ ਰਾਜ ਵਿਹਾਰ ਨਾਲ ਜਾਂ ਰਾਜਨੀਤੀ ਨਾਲ, ਤਾਕਤ ਦੇ ਨਾਲ। ਉਹਦਾ ਇਹ ਮਤਲਬ ਹੈ, ਜਿਹੜਾ ਮੈਂ ਲਫ਼ਜ਼ ਵਰਤਿਆ ਆਈ ਕਨਸਟੀਚੁਐਂਸੀ ਦਾ ਪਾਵਰ ਇਸ ਕਲਾਸ ਵਾਸਤੇ, ਉਹਦਾ ਇਹ ਮਤਲਬ ਹੈ ਕਿ ਗਰੀਬਾਂ ਕੋਲ ਵੀ ਕੋਈ ਤਾਕਤ ਦੀ ਸ਼ਕਲਾਂ ਹਨ ਤੇ ਡਾਢੇ ਲੋਕਾਂ ਕੋਲ ਵੀ ਤਾਕਤ ਦੀ ਸ਼ਕਲਾਂ ਹਨ। ਉਹ ਦੋਹਾਂ ਦਾ ਆਪਸ ਵਿੱਚ ਟਕਰਾਅ ਹੁੰਦਾ ਹੈ। ਉਸ ਟਕਰਾਅ ਦੇ ਵਿੱਚ ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹੈ ਤੇ ਕਿਵੇਂ ਜੀਤ ਸਕਦਾ, ਉਹਨਾਂ ਚੀਜ਼ਾਂ ਦੀ ਪਰਖ ਪੜਚੋਲ ਕਰਨ ਦੀ ਲੋੜ ਹੈ ਕਿ ਕਿੱਥੇ ਕਿਸ ਚੀਜ਼ ਦੀ ਥੋੜ ਹੈ, ਕਿਹੜਾ ਜਿਹੜਾ ਹੈ ਉਹ ਕੰਮ ਉਹ ਕਮਜ਼ੋਰ ਹੈ, ਕਿੱਥੇ ਹੋਰ ਵਧਣ ਜਾਂ ਚੱਲਣ ਦੀ ਲੋੜ ਹੈ। ਇਹਦੇ ਮੈਂ ਗੱਲ ਖੋਲ੍ਹਣਾ ਚਾਹੁੰਦਾ ਤੁਹਾਡੇ ਆਪਣੇ ਤਜਰਬੇ ਨਾਲ, ਤੁਹਾਡੀ ਆਪਣੀ ਜਾਣ ਸੁਝਾਣ ਦੇ ਹਿਸਾਬ ਦੇ ਨਾਲ। ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਸ ਦੇ ਵਿੱਚੋਂ ਗੱਲ ਨਿਕਲ ਸੀ ਸਾਡੇ ਤਜਰਬੇ ਤੋਂ। ਇੱਕ ਬੜਾ ਸੋਹਣਾ ਲਫ਼ਜ਼ 1960 ਦੇ ਦਹਾਕੇ ਵਿੱਚ, ਮੇਰੇ ਖਿਆਲ R.D. ਲੇਂਗ ਦੀ ਕਿਤਾਬ ਆਈ, ਉਹਦੇ ਕਿਤਾਬ ਦਾ ਪਹਿਲਾ ਹਿੱਸਾ ਜਿਹੜਾ ਟਾਈਟਲ ਦਾ ਹੈ ਉਹ ਹੈ ਪੋਲਿਟਿਕਸ ਆਫ ਐਕਸਪੀਰੀਅੰਸ।
ਇਹ ਜਿਹੜੇ ਸਾਡੇ ਤਜਰਬੇ ਦੀ, ਸਾਡੀ ਹੱਡ ਵਰਤੀ ਦੀ ਤੇ ਜਗ ਵਰਤੀ ਦੀ ਜਿਹੜੀ ਪਰਖ ਪਰਚੋਲ ਕਰਨਾ ਨਾ, ਉਹ ਅਸਾਂ ਅੱਜ ਦੀ ਕਰਨੀ ਹੈ ਪਾਕਿਸਤਾਨ ਦੇ ਹਵਾਲੇ ਨਾਲ। ਇਸ ਤਜਰਬੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇਹ ਹੁਣ ਮੈਦਾਨ ਖੁੱਲ੍ਹਾ ਤੁਹਾਡੇ ਵਾਸਤੇ। ਅਨਮਿਊਟ ਕਰ ਲਓ ਸਭ ਆਪਣੇ ਆਪ ਨੂੰ ਤੇ ਗੱਲਬਾਤ ਕਰੋ। सर जी एक सवाल तुसी जरा ख्याल करके जदों मौका मिले तो जवाब देना कि जुल्म दा जिहड़ा निज़ाम है जी जी कॉन्शियसली मजलूम नू ताकत दा एहसास ना होए, मजलूम नू ओनू किस तरीके नाल इस्तेमाल करदा है कि मजलूम नू कदे भी अपनी ताकत का एहसास ना हो। ਇਹ ਵੀ ਵੇਖਣ ਦੀ ਲੋੜ ਹੈ ਨਾ ਕਿ ਮਜ਼ਲੂਮ ਜਿਹੜੇ ਹਨ ਉਹ ਲੜਦੇ ਪਏ ਜਾਂ ਨਹੀਂ ਲੜਦੇ ਪਏ। ਅਸਾਂ ਜਿਹੜੇ ਪੜ੍ਹੇ ਲਿਖੇ ਲੋਕ ਹਾਂ, ਅਸੀਂ ਮਜ਼ਲੂਮਾਂ ਨੂੰ ਵੇਖਦੇ ਹਾਂ ਆਪਣੀ ਅੱਖ ਨਾਲ, ਆਪਣੇ ਨਜ਼ਰੀਏ ਨਾਲ, ਆਪਣੀ ਸੋਚ ਦੇ ਹਿਸਾਬ ਨਾਲ। ਸਾਨੂੰ ਨਜ਼ਰ ਆਉਂਦਾ ਕਿ ਉਹ ਲੜਦੇ ਨਹੀਂ ਪਏ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਨਾਲ ਧਰੋਹ ਹੁੰਦਾ ਪਿਆ ਤੇ ਉਹਨਾਂ ਨੂੰ ਕਾਮਯਾਬੀ ਨਹੀਂ ਮਿਲਦੀ ਪਈ। ਲੇਕਿਨ ਹੋ ਸਕਦਾ ਉਹ ਲੜਦੇ ਪਏ ਹੋਵੇ, ਉਹਨਾਂ ਨੇ ਕਾਮਯਾਬੀਆਂ ਵੀ ਲਈਆਂ ਹੋਵੇ, ਠੀਕ ਹੈ, ਸਾਨੂੰ ਉਹਦੀ ਪਤਾ ਨਾ ਹੋਵੇ। ਇੱਕ ਵੱਡੀ ਅਟਕ ਸਾਡੇ ਰਸਤੇ 'ਚ ਇਹ ਹੋ ਸਕਦੀ ਹੈ ਕਿ ਜਿਹੜੀ ਕਾਮਯਾਬੀ ਉਹ ਉਹਨਾਂ ਨੂੰ ਮਿਲਦੀ ਹੈ ਲੜਾਈ ਦੇ ਵਿੱਚ, ਅਸਾਂ ਉਹਨਾਂ ਨੂੰ ਨਾਜਾਇਜ਼ ਸ਼ੁਮਾਰ ਕਰਾਂਗੇ, ਉਹ ਉਹਨੂੰ ਜਾਇਜ਼ ਸਮਝਦੇ। ਠੀਕ ਹੈ ਨਾ? ਕਿ ਇੱਕ ਬੰਦਾ ਹੈ, ਉਹਨੂੰ ਭੁੱਖ ਪਈ ਹੈ। ਮੈਂ ਤੁਹਾਨੂੰ ਹੁਣ ਇੱਕ ਮਿਸਾਲ ਵੀ ਦੱਸਾਂ ਬੜੀ ਦਿਲਚਸਪ। ਤੇ ਰੋਟੀ ਨਹੀਂ ਮਿਲੀ, ਉਹਨੂੰ ਆਣ ਕੇ ਚੋਰੀ ਕਰ ਲਈ, ਅਸਾਂ ਉਹਨੂੰ ਜਦੋਜਹਿਦ ਦੇ ਸ਼ਾਮਿਲ ਨਹੀਂ ਕਰਦੇ, ਉਹਨੂੰ ਲੜਾਈ ਦੀ ਸ਼ਕਲ ਨਹੀਂ ਸਮਝਦੇ। ਕਿ ਲੋਕ ਚੋਰੀ ਕਰਦੇ ਨੇ, ਡਾਕਾ ਮਰਦੇ ਨੇ, ਰਿਸ਼ਵਤ ਦਿੰਦੇ ਨੇ, ਬੇਸ਼ੁਮਾਰ ਸ਼ਕਲਾਂ। ਹੁਣ ਉਹ ਜੇ ਸਾਡੀ ਤਰ੍ਹਾਂ ਦੇ ਬੰਦੇ ਨੂੰ ਵੀ ਪੀੜ ਹੁੰਦੀ ਹੈ, ਉਹਨਾਂ ਦੇ ਵਿੱਚ ਵੀ ਕੋਈ ਅਕਲ ਹੈ, ਉਹਨਾਂ ਦੀ, ਉਹਨਾਂ ਕੋਲ ਵਿੱਤ ਹੈ, ਲੜਾਈ ਲੜਨੀ ਪਾਉਂਦੀ ਹੈ, ਲੜਦੇ ਵੀ ਹਨ ਤੇ ਕੁਛ ਕਰਿੰਦੇ ਹੋ ਸਨ ਨਾ। ਇਹ ਜ਼ਰਾ ਵੇਖੋ ਕਿ ਬਈ ਕਿਹੜੀ ਕਿਹੜੀ, ਜਿਹੜੇ ਮੈਂ ਪਹਿਲੇ ਆਖਿਆ ਕਿ ਧਰੋਹ ਦੀਆਂ, ਜ਼ੁਲਮ ਦੀਆਂ, ਲੁੱਟ-ਪੱਟ ਦੀ ਕਿਹੜੀ ਕਿਹੜੀ ਸ਼ਕਲਾਂ ਹਨ, ਉਹ ਕਿਹੜੇ ਤਰੀਕੇ ਨਾਲ ਲੜਦੇ ਪੈਣ, ਕਿੱਥੇ ਕੋਈ ਥੋੜ ਰਹਿ ਗਈ ਹੈ। ਉਹ ਹਾਲੇ ਤੱਕ ਇਸ ਵਿਹਾਰ ਨੂੰ ਬਦਲਣ ਦੇ ਕਾਬਿਲ ਕਿਉਂ ਨਹੀਂ ਹੋਏ। ਹੋ ਸਕਦਾ ਛੋਟੀ ਛੋਟੀ ਕੱਲੀ ਕੱਲੀ ਲੜਾਈਆਂ ਬੇਸ਼ੁਮਾਰ ਲੋਕ ਲੜਦੇ ਪਏ ਹੋਣ, ਉਹ ਜਿੱਤਦੇ ਵੀ ਪਏ ਹੋਣ, ਪਰ ਅਸਾਂ ਉਹਨੂੰ ਸਮਝਣ ਦੀ, ਪਰਖਣ ਦੀ ਕੋਸ਼ਿਸ਼ ਨਹੀਂ ਕੀਤੀ। ਇਹਦੇ ਬਾਰੇ ਜ਼ਰਾ ਗੱਲ ਕਰੋ। नहीं, मैं तो सोच रहा जी, जो तुसी पॉइंट कीता है कि ਇਹ ਜਿਹੜੇ ਸਿਸਟਮ ਆਫ ਰੂਲਸ ਜਿਹੜਾ ਜ਼ੁਲਮ ਬਣਾਉਂਦਾ ਹੈ, ਉਹਦਾ ਇੱਕ ਮਕਸਦ ਫਿਰ ਇਹ ਹੋਇਆ ਕਿ ਜ਼ੁਲਮ ਨੂੰ ਕਾਇਮ ਰੱਖਣਾ, ਤੇ ਜਿਹੜਾ ਕੋਈ ਰੂਲਸ ਨੂੰ ਵਾਇਲੇਟ ਕਰਦਾ ਹੈ ਫਿਰ ਉਹਨੂੰ ਮੁਜਰਮ ਕਹਿ ਦਿੰਦੇ। ਹਾਂ ਨਹੀਂ, ਲੇਕਿਨ ਉਹ ਜਿਹੜਾ ਉਹਨਾਂ ਉਹ ਜ਼ੁਲਮ ਦੇ ਕਾਨੂੰਨਾਂ ਨੂੰ ਤੋੜਦਾ ਨਾ, ਉਹਨੂੰ ਹਮੇਸ਼ਾ ਮੁਲਜ਼ਮ ਨਹੀਂ ਆਖਦੇ। ਮੈਂ ਇਸ ਗੱਲ ਨੂੰ ਖੋਲਣ ਵਾਸਤੇ ਇੱਕ ਛੋਟਾ ਜਿਹਾ ਤੁਹਾਨੂੰ ਵਾਕਿਆ ਦੱਸਣਾ ਕਿ ਅਸਾਂ ਆਪਣੇ ਜ਼ਿਹਨ ਦੇ ਉੱਤੇ ਹੱਦਬੰਦੀਆਂ ਲਾਈਆਂ ਹੋਈਆਂ ਨਾ, ਉਸ ਤੋਂ ਸੱਜੇ ਖੱਬੇ ਹੋ ਕੇ ਅਸਾਂ ਸੋਚਣਾ ਨਹੀਂ ਜੀ ਜੀ, ਤੇ ਵਾਤ ਅਸਾਂ ਸਮਝ ਨਹੀਂ ਸਕਦੇ ਕਿ ਖੇਡ ਨੂੰ ਪੂਰੀ ਤਰ੍ਹਾਂ। ਇਹ ਇੱਕ ਹੈ ਨਾ ਗੇਮ ਥਿਊਰੀ ਅੱਜ ਕੱਲ੍ਹ ਆਈ ਹੈ ਜੀ। ਤੇ ਮਾਧੂ ਲਾਲ ਹੁਸੈਨ ਨੇ ਖੇਡ ਦਾ ਲਫ਼ਜ਼ ਪਹਿਲੇ ਇਸਤੇਮਾਲ ਕੀਤਾ 500 ਸਾਲ। ਐਵੇਂ ਗੁਜ਼ਰੀ ਰਾਤ ਖੇਡਣ ਨਾ ਥਿਆ, ਖੇਡ ਘਿਨੋ ਖਿਡਾਏ ਘਿਨੂ ਹੋਏ ਗਈ ਪ੍ਰਭਾਤ। ਇਹਨੂੰ ਜ਼ਰਾ ਖੇਡ ਦੇ ਤੌਰ ਤੇ ਵੇਖੀਏ, ਜਿਵੇਂ ਹਾਕੀ ਹੁੰਦੀ ਹੈ, ਫੁੱਟਬਾਲ ਹੁੰਦੀ, ਉਂਝ ਸਿਆਸਤ ਹੁੰਦੀ, ਉਂਝ ਜੀਵਨ ਹੁੰਦਾ, ਰਾਵਣ। ਉਸ ਖੇਡ ਦੇ ਕਾਨੂੰਨ ਕੀ ਹਨ, ਉਹਦੀ ਪਰਖ ਪਰਚੋਲ ਬੜੀ ਅਹਿਮ ਹੈ। ਆਪਣੇ ਜ਼ਿਹਨ ਨੂੰ ਖੋਲਣਾ ਬੜਾ ਜ਼ਰੂਰੀ ਹੈ। ਮੈਂ ਇੱਕ ਤੁਹਾਨੂੰ ਵਾਕਿਆ ਦੱਸਣਾ ਜ਼ਬਰਦਸਤ। ਹੁਣ ਤੁਹਾਨੂੰ ਬੇਸ਼ੁਮਾਰ ਮੇਰੇ ਖਿਆਲ ਸ਼ੌਕਤ ਆ ਵੈਂਦਾ ਤੇ ਵੱਧ ਚਲਾ ਵੈਂਦਾ ਹੈ। ਉਹਦੇ ਕਨੈਕਸ਼ਨ ਪ੍ਰੋਬਲਮ ਹੋ ਰਹੀ ਹੈ। ਹਾਂ, ਉਹਦੇ ਕਨੈਕਸ਼ਨ ਵਿੱਚ ਕੋਈ ਪ੍ਰੋਬਲਮ ਹੋ ਰਹੀ ਹੈ। ਹਾਂ, ਅੱਛਾ, ਹੁਣ ਇਹ ਇੱਕ ਮੈਂ ਤੁਹਾਨੂੰ ਛੋਟੇ ਜਿਹਾ ਵਾਕਿਆ ਸੁਣਾਉਣਾ। ਲੋਕ ਪਾਕਿਸਤਾਨ ਦੀ ਗੱਲ ਕਰਦੇ ਨੇ
ਸਾਰਾ ਮੁੱਦਾ ਪਾਉਣ ਵਾਸਤੇ ਕੋਈ ਬੰਦਾ ਲੱਭਣ ਦੀ ਪਹਿਲੇ ਕੋਸ਼ਿਸ਼ ਕਰੇ। ਜਿਹੜਾ ਕਰੀਬੀ ਤੌਰ ਤੇ ਮੁੱਦਾ ਲੱਭਣ ਦੀ ਕੋਸ਼ਿਸ਼ ਕਰਦੇ ਉਹ ਜਾਓ ਲੱਗ ਤੇ ਮੁੱਦਾ ਪਾ ਦਿੰਦੇ ਹਰ ਚੀਜ਼ ਦਾ, ਜਿਵੇਂ ਅਸਾਂ ਬਾਕੀ ਸਭ ਠੀਕ ਹੈ, ਉਹ ਇਕੱਲਾ ਹੀ ਉਹਦੇ ਸਿਰ ਤੇ ਸਾਰਾ। ਉਸ ਤੋਂ ਜਿਹੜੇ ਪਹਿਲੇ ਵੰਦੇ ਉਹ ਕਿਸੇ ਹੋਰ ਤੇ ਮੁੱਦਾ ਪਾ ਦਿੰਦੇ। ਗੱਲ ਇਹ, ਮੈਂ ਤੁਹਾਨੂੰ ਜਾਓ ਲੱਗ ਤੇ ਜ਼ਮਾਨੇ ਦੀ ਇੱਕ ਗੱਲ ਸੁਣਾ। ਜਾਓ ਲੱਗ ਜ਼ਮਾਨੇ ਮੇਰੇ ਉੱਤੇ ਹੀ ਜ਼ਾਹਿਰ ਇੱਕ ਕੇਸ ਬਣਿਆ ਸੀ, ਮੁਕੱਦਮਾ ਬਗਾਵਤ, ਤੇ ਮੈਂ ਉਹਨਾਂ ਲੋਕਾਂ ਚੋਂ ਹਾਂ ਕਿ ਜਿਨ੍ਹਾਂ ਨੇ ਆਪਣਾ ਗੱਲਬਾਤ ਕੀਤੀ, ਆਵਾਜ਼ ਆਪਣੀ ਚਾਈ, ਖੇਡ ਖੇਡੀ, ਤੇ ਉਸ ਖੇਡ ਦੇ ਆਪਣੇ ਕਾਨੂੰਨ ਹੁੰਦੇ ਨੇ, ਉਹ ਉਦੋਂ ਤੁਸੀਂ ਸ਼ਿਕਾਇਤ ਨਹੀਂ ਕਰ ਸਕਦੇ। ਤੁਸੀਂ ਖੇਡ ਸ਼ੁਰੂ ਕਰਨ ਦੇ ਤੁਹਾਨੂੰ ਪਤਾ ਹੈ ਬਈ ਮੈਂ ਅਗਰ ਮੈਂ ਜਿਹੜਾ ਨਾ ਉਹ ਹਾਕੀ ਦੀ ਬਾਲ ਹੈ ਉਹਨੂੰ ਸੱਟ ਮਾਰਨੀ ਹੈ ਤੇ ਦੂਏ ਪਾਸੋਂ ਹੀ ਆਉਣੀ ਹੈ, ਉਹਦੇ ਵਾਸਤੇ ਤਿਆਰ ਹੋਣਾ ਚਾਹੀਦਾ। ਲੇਕਿਨ ਬੜਾ ਦਿਲਚਸਪ ਵਾਕਿਆ ਹੋਇਆ, ਇੱਕ ਵੱਡੇ ਲੀਡਰ ਹਨ, ਮੈਂ ਨਾਂ ਨਹੀਂ ਲਾਉਣਾ ਚਾਹੁੰਦਾ ਇਸ ਵੇਲੇ, ਉਹਨਾਂ ਦੇ ਉੱਤੇ ਸਾਜ਼ਿਸ਼ ਦਾ ਮੁਕੱਦਮਾ ਬਣ ਗਿਆ ਫੌਜੀ ਅਫਸਰਾਂ ਨਾਲ ਮਿਲ ਕੇ। ਹੁਣ ਇਹਨੂੰ ਜ਼ਰਾ ਪਰਚੋਲ ਕਰਨ ਦੀ ਕੋਸ਼ਿਸ਼ ਕਰਨਾ। ਦਿਲਚਸਪ ਇਹ ਹੋਇਆ ਕਿ ਉਹਨਾਂ ਦੇ ਇੱਕ ਕਰੀਬੀ ਅਜ਼ੀਜ਼ ਉਸ ਵੇਲੇ ਅੱਛਾ ਉਹ ਜੇਲ੍ਹ ਚਲੇ ਗਏ, ਬੜਾ ਖਤਰਨਾਕ ਮੁਕੱਦਮਾ, ਕੈਂਪ ਜੇਲ੍ਹ ਚਲੇ ਗਏ। ਉਹਨਾਂ ਦਾ ਇੱਕ ਬੜਾ ਅਜ਼ੀਜ਼ ਬਹੁਤ ਕਰੀਬੀ ਜਿਸ ਨਾਲ ਤਾਲੁਕ ਹੈ, ਉਹ ਉਸ ਵੇਲੇ ਪੁਲਿਸ ਦੇ ਮਤਲਬ ਹੈ ਕਿ ਵੱਡੇ ਅਫਸਰਾਂ ਚੋਂ ਹੈ, ਸਭ ਤੋਂ ਉੱਤੇ। ਹੁਣ ਉਹਦੇ ਵਾਸਤੇ ਬੜਾ ਮਸਲਾ ਪੈਦਾ ਹੋ ਗਿਆ ਕਿ ਜੇ ਵੰਜੇ ਮਿਲਣ ਤਾਂ ਨੌਕਰੀ ਨਾ ਚਲੀ ਵੰਜੇ, ਤੇ ਨਾ ਵੰਜੇ ਮਿਲਣ ਤੇ ਮਿਹਨਤ ਤਾਨਿਆਂ ਨਾਲ ਸਾਰੀ ਉਮਰ ਉਹ ਜਿਹੜਾ ਹੈ ਉਹਨੂੰ ਮਿਲਦਾ ਰਹੇ ਕਿ ਤੂੰ ਇਤਨਾ ਬੇਸ਼ਰਮ ਤੇ ਬੇਲਿਹਾਜ਼ ਤੇ ਬੇਦੀਦ ਬੰਦਾ ਹੋ ਕਿ ਉਸ ਵੇਲੇ ਤੂੰ ਵੰਡ ਸਕਦਾ ਹੋ, ਤੂੰ ਇਤਨੀ ਨਾ ਕੀਤੀ। ਹੁਣ ਉਹਨੂੰ ਸਮਝ ਨਾ ਆਵੇ ਕਿ ਮੈਂ ਕੀ ਕਰਾਂ। ਹੁਣ ਉਹ ਜ਼ਿਆਉਲ ਹਕ ਦੇ ਨਿਜ਼ਾਮ ਵਿੱਚ ਉਹ ਜਿਹੜੇ ਤਾਕਤ ਦੇ ਮੋਹਰੇ ਹਨ ਉਹਦੇ ਬਹੁਤ ਵੱਡਾ ਮੋਹਰਾ ਹੈ, ਲੇਕਿਨ ਇੱਕ ਜ਼ਾਤੀ ਸਤਹ ਤੇ ਇੱਕ ਜਿਹੜਾ ਹਾਈ ਅਟਕ ਉਹਨੂੰ ਸਮਝ ਨਹੀਂ ਆਉਂਦੀ ਵੀ ਮੈਂ ਇਹਦਾ ਕੀ ਹੱਲ ਕਰਾਂ। ਸਾਡਾ ਇੱਕ ਯਾਰ ਆਈ ਬੜਾ ਪਿਆਰਾ ਟ੍ਰੇਡ ਯੂਨੀਅਨ ਲੀਡਰ ਆਈ, ਉਹਨੂੰ ਆਖਿਆ, ਉਹ ਆਪਸ ਵਿੱਚ ਬੜੇ ਹਨ ਮਤਲਬ ਬੇਲੀ ਹਨ ਇੱਕ ਦੂਏ ਦੇ ਰਾਜ਼ਦਾਰ। ਉਸ ਆਖਿਆ ਯਾਰ ਮੈਂ ਇਸ ਸਿਆਪੇ 'ਚ ਫਸ ਗਿਆ, ਮੈਂ ਦੱਸ ਮੈਂ ਨਿਕਲਾਂ ਕਿਵੇਂ। ਉਸ ਆਖਿਆ ਚੱਲਨੇ, ਉਹ ਜੇਲ੍ਹ ਚਲੇ ਗਏ। ਉੱਥੇ ਬਾਹਰ ਜਿਹੜਾ ਸੰਤਰੀ ਖਲੋਤਾ ਆਈ, ਉਹਨੇ ਆਖਿਆ ਜੀ ਫਲਾਣੇ ਬੰਦੇ ਨੂੰ ਫਲਾਣੇ ਸਾਹਿਬ ਨੂੰ ਮਿਲਣਾ ਹੈ। ਉਹਨੇ ਇਹ ਕੀ ਕਰਦੇ ਹੋ ਜੀ, ਤੁਸੀਂ ਮੇਰੀ ਨੌਕਰੀ ਖਤਮ ਕਰਵਾਓ, ਇਹ ਉਹ। ਉਸ ਆਖਿਆ ਯਾਰ ਕੋਈ ਗੱਲ ਨਹੀਂ। ਅੱਛਾ ਹੁਣ ਇਹ ਵੀ ਬੰਦਾ ਘਬਰਾ ਗਿਆ, ਜਿਹੜਾ ਅਫਸਰ ਆਲਾ ਗਿਆ ਹੈ, ਉਹ ਬੰਦਾ ਕਾਨੂੰਨ ਨੂੰ ਸਮਝਾਉਂਦਾ ਹੈ ਸਾਰੇ। ਇੱਕ ਹੁੰਦੇ ਨਾ ਆਦਮ ਤੁਸੀਂ ਗੱਲ ਕੀਤੀ ਰੂਲਸ, ਇੱਕ ਹੁੰਦੇ ਲਿਖਿਓ ਇੱਕ ਅਣਲਿਖੇ ਹੁੰਦੇ। ਅਸਲ ਅਣਲਿਖੇ ਸਹੀ ਹੁੰਦੇ ਜਿਹੜੇ ਕੰਮ ਕਰਿੰਦੇ। ਉਹਨੇ ਉਸ ਜ਼ਮਾਨੇ 'ਚ, ਇਹ ਹੁਣ ਗੱਲ ਹੈ 1970 ਦੇ ਦਹਾਕੇ ਦੀ, ਉਸ ਜ਼ਮਾਨੇ 100 ਰੁਪਏ ਬਹੁਤ ਵੱਡੀ ਚੀਜ਼ ਹੁੰਦੀ ਹੈ। ਉਹਨੇ ਆਪਣੇ ਬੋਝੇ 'ਚ 100 ਰੁਪਏ ਕੱਢਿਆ, ਉਸ ਤੰਤਰੀ ਦੇ ਹੱਥ ਤੇ ਰੱਖਿਆ। ਉਸਨੇ ਫੌਰਨ ਉਹਨਾਂ ਆਖਿਆ ਖਲੋ ਜੀ ਖਲੋ, ਮੈਂ ਹੁਣੇ ਤੁਹਾਨੂੰ ਮਿਲਵਾਉਣਾ। ਅੱਛਾ ਉਹਨੇ 100 ਰੁਪਇਆ ਲੈ ਕੇ ਉਹਨੇ ਆਖੀ ਮੈਂ ਤੁਹਾਡੀ ਮੁਲਾਕਾਤ ਦਾ ਇੰਤਜ਼ਾਮ ਕਰਨਾ। ਇਹ ਜਿਹੜਾ ਅਫਸਰ ਹੈ ਅਲ ਆਈ, ਇਹ ਹੈਰਾਨ, ਉਹ ਪਰੇਸ਼ਾਨ। ਉਹਨੇ ਆਪਣੀ ਬੇਲੀ ਨੂੰ ਆਖਿਆ, ਉਹਨੇ ਕਿ ਇਜ਼ ਇਟ ਦੈਟ ਸਿੰਪਲ। ਇਹ ਹੁਣ ਦੋ ਚੱਲਦੇ ਪਏ ਰੂਲਸ ਆਦਮ। ਹੁਣ ਇਹ ਮੈਨੂੰ ਦੱਸੋ ਕਿ ਇੱਕ ਹੈ ਫੌਜ ਦੀ, ਚੀਫ ਮਾਰਸ਼ਲ ਐਡਮਿਨਿਸਟ੍ਰੇਟਰ ਦੀ, ਉਹਦੇ ਥੱਲੇ ਪੁਲਿਸ ਤੇ ਜੇਲ੍ਹ ਦੇ ਨਿਜ਼ਾਮ ਦੀ ਤਾਕਤ, ਇੱਕ ਹੈ 100 ਰੁਪਏ ਦੇ ਨੋਟ ਦੀ ਤਾਕਤ ਉਹਦੇ ਮੁਕਾਬਲੇ ਵਿੱਚ। ਇਹ ਦੋਵੇਂ ਨਾਲ ਨਾਲ ਚੱਲਦੇ ਪਏ। ਅੱਛਾ ਜਿਹੜਾ ਗਰੀਬ ਤੇ ਬਗੈਰ ਪੈਸੇ ਵਾਲਾ ਬੰਦਾ ਹੁੰਦਾ ਉਹਦੇ ਕੋਲ ਹੋਰ ਤਰੀਕੇ ਹੀ ਹੁੰਦੇ ਨੇ। ਹੁਣ ਉਹ ਜਾਇਜ਼ ਤੇ ਨਾਜਾਇਜ਼ ਨੂੰ ਛੋੜ ਦੇ ਇੱਕ ਪਾਸੇ, ਪਹਿਲੇ ਇਹ ਵੇਖਣਾ ਕਿ ਲੋਕਾਂ ਦੇ ਤਰੀਕੇ ਕੀ ਨੇ। ਉਹ ਹੁਣ
ਜਿਹੜਾ ਬੰਦਾ ਹੈ ਉਹ ਪੁਲਿਸ ਵਾਲਾ ਵੀ ਇੱਕ ਜਗ੍ਹਾ ਤੇ ਲੜਾਈ ਕਰਨ ਪਿਆ ਉਸ ਨਿਜ਼ਾਮ ਦੇ ਨਾਲ, ਜਿਹੜੇ ਨੇ 100 ਰੁਪਏ ਦਿੱਤਾ ਉਹ ਵੀ ਉਹਦੇ ਨਾਲ ਲੜਦਾ ਪਿਆ, ਤੇ ਉਹ ਧਰੋਹ ਵੀ ਹੁੰਦਾ ਪਿਆ। ਉਸ ਧਰੋਹ ਨੂੰ ਤੋੜਨ ਦੀ ਦੋ ਸ਼ਕਲਾਂ ਤੁਹਾਨੂੰ ਨਜ਼ਰ ਆ ਗਈਆਂ। ਉਹਨੂੰ ਉਸ ਨਾਜਾਇਜ਼ ਕਿਉਂ ਸਮਝਾਉਂਦੇ ਆ, ਤੇ ਅਗਰ ਜਾਇਜ਼ ਹੋਵੇ ਤੇ ਕਿਹੜੇ ਤਰੀਕੇ ਨਾਲ ਉਸ ਗੱਲ ਕਰਨ ਦੀ ਲੋੜ। ਇੱਕ ਹੋਰ ਮੈਂ ਤੁਹਾਨੂੰ ਵਾਕਿਆ ਸੁਣਾ ਦੇਵਾਂ ਇਸ ਗੱਲ ਨੂੰ ਜ਼ਰਾ ਖੋਲਣ ਵਾਸਤੇ। ਸਰ 80 ਦੀ ਗੱਲ ਹੈ, 70 ਦੀ ਨਹੀਂ ਹੋ ਸਕਦੀ। ਨਹੀਂ, ਮੈਂ ਆਖਿਆ 70 ਦੇ ਦਹਾਕੇ ਦੀ, ਮਤਲਬ 1979 ਮਾਰਸ਼ਲ ਲੱਗਿਆ ਨਾ। ਜੀ ਜੀ ਜੀ, ਅੱਛਾ 1977 ਲੱਗਿਆ ਨਾ ਰੌਲਕ ਦਾ ਮਾਰਸ਼ਲ ਲਾ, ਤੇ 1979 ਵਿੱਚ ਫਾਂਸੀ ਹੋ ਗਈ ਭੁੱਟੋ ਸਾਹਿਬ ਨੂੰ 1979। ਉਸ ਤੋਂ ਬਾਅਦ ਇਹ ਚੀਜ਼ਾਂ ਸ਼ੁਰੂ ਹੋਈਆਂ ਨਾ। ਅੱਛਾ ਅੱਛਾ, ਹਾਂ 80 ਦੇ ਸ਼ੁਰੂ ਵਿੱਚ ਸੀ। ਬਹਰਹਾਲ ਗੱਲ ਇਹ ਹੈ, ਮੇਰਾ ਇੱਕ ਦੂਆ ਯਾਰ ਵੀ ਉਸੇ ਜੇਲ੍ਹ ਵਿੱਚ ਗਿਆ, ਉਹਨੂੰ ਉਹਨਾਂ ਨੇ ਬੰਦ ਕਰ ਦਿੱਤਾ ਕੁਝ ਜਰਾਇਮ ਪੇਸ਼ਾ ਲੋਕਾਂ ਦੇ ਨਾਲ। ਉਹਨੇ ਮੈਨੂੰ ਬੜਾ ਦਿਲਚਸਪ ਵਾਕਿਆ ਸੁਣਾਇਆ। ਉਹਨੇ ਆਖਿਆ ਜੀ ਉੱਥੇ ਕੁਝ ਲੋਕ ਹਨ ਜਿਹੜੇ ਕਤਲ ਤੇ ਡਾਕੇ ਦੇ ਜੁਰਮ ਚ ਅੰਦਰ ਹਨ, ਕੁਝ ਫਰਾਡ ਦੇ ਜੁਰਮ ਚ ਅੰਦਰ ਹਨ। ਉਹਨਾਂ ਦੇ ਆਪਸ ਵਿੱਚ ਮੁਕਾਲਮਾ ਸ਼ੁਰੂ ਹੋਇਆ। ਉਸ ਅਗੇ ਤੂੰ ਕੀ ਕੀਤਾ? ਉਹਨੇ ਆਖਿਆ ਜੀ ਮੈਂ ਬੈਂਕ ਚ ਡਾਕਾ ਮਾਰਿਆ ਤੇ ਮੈਂ ਪਕੜਿਆ ਗਿਆ ਜੀ। ਮੈਂ ਉਹ ਦੂਏ ਲੋਕਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ, ਜਿਹੜੇ ਨਾਲ ਲੋਕ ਬੈਠੇ। ਉਸ ਆਖਿਆ ਯਾਰ ਇਹਦੇ ਡਾਕਾ ਮਾਰਨ ਦੀ ਕੀ ਜ਼ਰੂਰਤ ਹੈ, ਪੈਸਾ ਚਾਹੀਦਾ। ਉਸ ਆਖਿਆ ਉਸ ਆਖਿਆ ਬੰਦੂਕ ਚਲਾਉਣ ਦੀ, ਬੈਂਕ ਚ ਡਾਕਾ ਮਾਰਨ ਦੀ ਕੀ ਲੋੜ ਹੈ? ਇਹਦੇ ਤੇ ਫਲਾਣੀ ਦਫਾ ਲੱਗਦੀ ਤੇ ਸਾਧੂ ਜੇਲ੍ਹ ਰਾਸੇ ਫਲਾਣਾ ਹੋਸੇ ਜ਼ਮਾਨਤ ਨਹੀਂ ਹੋਣੀ। ਉਹਨੇ ਆਖਿਆ ਕਿ ਤੇਰਾ ਕੀ ਮਤਲਬ, ਮੈਂ ਕੀ ਕਰਾਂ? ਉਸ ਆਖਿਆ ਤੈਨੂੰ ਕਿਤਨੇ ਪੈਸੇ ਚਾਹੀਦੇ, ਹੁਣੇ ਮੈਨੂੰ ਦੱਸ। ਉਸ ਆਖਿਆ ਤੂੰ ਕੀ ਕਰੇ? ਉਸ ਆਖਿਆ ਮੈਂ ਤੈਨੂੰ ਹੁਣੇ ਇੱਥੋਂ ਚੈੱਕ ਤਿਆਰ ਕਰਕੇ ਦੇ ਸਕਦਾ। ਉਹ ਫਰਾਡ ਕਰਨ ਵਾਲੇ, ਜਾਲਸਾਜ਼ੀ ਕਰਨ ਵਾਲੇ ਲੋਕ ਹਨ, ਆਪਣੇ ਫਨ ਵਿੱਚ ਮਾਹਿਰ। ਉਹਨਾਂ ਆਖਿਆ ਪੈਸੇ, ਉਹਨਾਂ ਆਖਿਆ ਮੈਂ ਜਿਹੜਾ ਕੰਮ ਹੈ ਇਹ ਮੇਰਾ ਫਰਾਡ ਹੈ, ਲੇਕਿਨ ਇਹ ਦਫਾ 420 ਲਿਖ ਸੀ ਕਾਬਿਲ ਜ਼ਮਾਨਤ। ਨਾ ਤੇਰੀ ਤਰ੍ਹਾਂ ਮੈਂ ਕੋਈ ਬੰਦਾ ਮਾਰਿਆ ਜਿਹਨੂੰ ਮੈਨੂੰ ਫਾਂਸੀ ਲੱਗ ਸੀ, ਨਾ ਮੈਂ ਜ਼ਮਾਨਤ ਤੋਂ ਬਾਹਰ ਰਹਿ ਸਕਣਾ, ਤੇ ਪੈਸੇ ਮੈਨੂੰ ਚਾਹੀਦੇ ਇੱਥੇ ਜੇਲ੍ਹ ਬੈਠੇ। ਮੈਂ ਤੂੰ ਤਾਂ ਕੁਝ ਨਹੀਂ ਕਰ ਸਕਦਾ, ਹੁਣ ਮੈਂ ਜੇਲ੍ਹ ਬੈਠੇ ਤੇਰੇ ਪੈਸਿਆਂ ਦਾ ਇੰਤਜ਼ਾਮ ਕਰ ਸਕਦਾ ਜਿੱਥੇ ਤੈਨੂੰ ਚਾਹੀਦਾ। ਹੁਣ ਇਹ ਵੀ ਇੱਕ ਲੜਾਈ ਦੀ ਸ਼ਕਲ ਹੈ। ਅੱਛਾ, ਜਿਹੜੀ ਸ਼ਕਲਾਂ ਨੂੰ ਅਸਾਂ ਸਮਝਾਉਂਦੇ ਹਾਂ, ਅਸਾਂ ਜ਼ਾਹਿਰ ਅਸਾਂ ਸਮਝਾਉਂਦੇ ਹਾਂ ਕਿ ਉਹ ਜ਼ਰੂਰੀ, ਅਸਾਂ ਬਹੁਤ ਸਾਰੀ ਜਿਹੜੀ ਲੜਾਈਆਂ ਹਨ, ਜਿਹੜੇ ਲੋਕ ਸੜਕਾਂ ਤੇ ਆਉਂਦੇ ਹਨ, ਮੁਜ਼ਾਹਰੇ ਕਰਾਉਂਦੇ ਹਨ, ਉਹ ਵੀ ਕਾਨੂੰਨ ਨੂੰ ਬਣਾਉਂਦੇ ਹਨ, ਤੋੜਦੇ ਹਨ। ਇਹ ਵੀ ਗੈਰ ਕਾਨੂੰਨੀ ਹੋਣਾ ਇਹਦੀ ਨਹੀਂ ਬੁਰਾਈ। ਅਸਾਂ ਨੂੰ ਬਹੁਤ ਸਾਰੀ ਚੀਜ਼ਾਂ ਨੂੰ ਗੈਰ ਅਖਲਾਕੀ ਸਮਝਾਉਂਦੇ ਹਾਂ ਕਿ ਇਹ ਕੋਈ ਫਰਕ ਨਹੀਂ ਪਾਉਂਦਾ ਕਿ ਕਾਨੂੰਨੀ ਤੌਰ ਤੇ ਠੀਕ ਹੈ ਜਾਂ ਨਹੀਂ, ਲੇਕਿਨ ਅਖਲਾਕੀ ਤੌਰ ਤੇ ਠੀਕ ਹੈ ਜਾਂ ਨਹੀਂ, ਐਸਾ ਸਮਝਾਉਂਦੇ ਹਾਂ। ਉੱਥੇ ਅਖਲਾਕ ਦਾ ਹੀ ਮਸਲਾ ਵੇਖਣਾ ਚਾਹੀਦਾ ਕਿ ਅਖਲਾਕੀ ਤੌਰ ਤੇ ਕਿਹੜਾ ਤੁਸੀਂ ਜਿਹੜਾ ਮੁਕਾਬਲਾ ਕਰਦੇ ਹੋ ਕਿ ਜ਼ਿਆਉਲ ਹਕ ਸਾਹਿਬ ਨੇ ਜਿਹਨੇ ਹਕੂਮਤ ਲਈ ਦਸਤੂਰ ਨੂੰ ਤੋੜਿਆ, ਕਾਨੂੰਨ ਦੀ ਵੀ ਖਿਲਾਫ ਵਰਜੀ ਕੀਤੀ, ਉਸ ਤੋਂ ਬਾਅਦ ਨਵੇਂ ਦੀਆਂ ਦਾ ਵਾਅਦਾ ਕੀਤਾ, 9 ਸਾਲ ਬੈਠੇ ਰਹੇ, ਅਖਲਾਕੀ ਤੌਰ ਤੇ ਵੀ ਗਲਤ ਕੰਮ ਕੀਤੀ, ਝੂਠ ਬੋਲਿਆ ਤੇ ਇੰਤਖਾਬਾਤ ਨਹੀਂ ਕਰਵਾਏ। ਉੱਥੇ ਉਹ ਬੰਦਾ ਜਿਹੜਾ ਉਹ ਜਾਲੀ ਜੀ ਕੋਈ ਗੱਲ ਕਰੇ ਨਾ ਪਿਆ ਕੱਲ? ਨਹੀਂ ਜੀ, ਉਹ ਬੈਕਗ੍ਰਾਉਂਡ ਨੋਇਸ ਸੀ ਥੋੜੀ ਜੀ। ਅੱਛਾ, ਮੇਰੇ ਆਖਣ ਦਾ ਮਤਲਬ ਹੈ ਕਿ ਜ਼ਰਾ ਇਹ ਸਾਡੇ ਰੋਜ਼ ਦਿਹਾੜੇ ਸ਼ਕਲਾਂ ਹੁੰਦੀਆਂ, ਉਹਨਾਂ ਨੂੰ ਜ਼ਰਾ ਪਰਖ ਕਰਨ ਦੀ ਲੋੜ ਹੈ ਕਿ ਉਹ ਆਇਆ ਸਿਰਫ ਕਾਨੂੰਨ ਦਾ ਮਸਲਾ ਹੈ, ਅਖਲਾਕ ਦਾ ਮਸਲਾ ਹੈ, ਜਾਂ ਕੋਈ ਹੋਰ ਮਸਲਾ ਹੈ। ਜਿਹੜੀ ਧਰੋਹ ਦੇ ਖਿਲਾਫ ਲੋਕਾਂ ਦੀ ਲੜਾਈ ਹੈ ਉਹ ਕਾਮਯਾਬ ਨਹੀਂ ਹੁੰਦੀ ਪਈ, ਜਾਂ ਲੋਕ ਕੋਈ ਕੰਮ ਗੈਰ ਕਾਨੂੰਨੀ ਕਰਿੰਦੇ ਹਨ, ਜਾਂ ਜਿਸ ਨੂੰ ਅਸਾਂ ਗੈਰ ਅਖਲਾਕੀ ਸਮਝਾਉਂਦੇ ਹਾਂ ਉਹ ਕਰਿੰਦੇ ਹਨ, ਉਹ ਜਾਇਜ਼ ਹੈ ਧਰੋਹ ਖਤਮ ਕਰਨ ਵਾਸਤੇ ਜਾਂ ਨਹੀਂ? ਅਗਰ ਜਾਇਜ਼ ਨਹੀਂ ਤੇ ਕਿਉਂ ਨਹੀਂ? ਅਗਰ ਜਾਇਜ਼ ਤਰੀਕੇ ਨਾਲ ਕਰਨਾ ਤਾਂ ਉਹਦੀ ਕੀ ਸ਼ਕਲ ਹੋਣੀ ਚਾਹੀਦੀ? ਜੇ ਤਾਂ ਅਸੀਂ ਇਹ ਨਾ ਸਮਝੀਏ, ਅਸਾਂ ਇਹ ਸਮਝ ਨਹੀਂ ਸਕਦੇ ਕਿ ਡਢੱਪ ਨਾਲ ਲੜਾਈ ਕਰਨ ਦਾ ਤੇ ਅੱਗੂ ਵਧਣ ਦਾ ਤੇ ਧਰੋਹ ਨੂੰ ਖਤਮ ਕਰਨ ਦਾ ਅਸਲ ਰਸਤਾ ਕੀ ਹੈ। ਸਰ ਜੀ, ਇੱਕ ਛੋਟੀ ਜੀ ਮੈਂ ਤੁਹਾਨੂੰ ਮਿਸਾਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਜੀ ਜੀ, ਮੈਂ ਜਦ ਮੇਰਾ ਦਾਖਲਾ ਹੋਇਆ ਰੂਸ ਵਿੱਚ, ਤੇ ਉਨ ਦਿਨਾਂ ਵਿੱਚ ਪਾਕਿਸਤਾਨ ਦੇ ਤਾਲੁਕਾਤ ਸਿਰਫ
ਸਫਾਰਤੀ ਸਨ ਰੂਸ ਨਾਲ, ਪਰ ਆਣਾ ਜਾਣਾ ਮਮਨੂ ਸੀ ਤੇ ਪਾਕਿਸਤਾਨੀ ਪਾਸਪੋਰਟ ਦੀ ਇਜਾਜ਼ਤ ਨਹੀਂ ਸੀ ਕਿਸੇ ਵੀ ਸੋਸ਼ਲਿਸਟ ਕੰਟਰੀ ਵਿੱਚ ਟਰੈਵਲ ਕਰਨ। ਜੀ ਬਿਲਕੁਲ ਸਹੀ। ਤੇ ਦਾਖਲਾ ਤੇ ਮੇਰਾ ਹੋ ਗਿਆ। ਅੱਛਾ, ਮਾਂ ਪਿਓ ਮੇਰੇ ਫੌਜੀ ਲੋਕੀ ਡਾਕਟਰ ਸਨ ਤੇ ਉਹਨਾਂ ਨੂੰ ਖਬਰ ਵੀ ਨਹੀਂ ਸੀ ਕਿ ਮੈਂ ਕੀ ਕਰ ਰਿਹਾ। ਤੇ ਮੇਰੇ ਦਿਮਾਗ 'ਚ ਖਿਆਲ ਆਇਆ ਕਿ ਯਾਰ ਮੈਂ ਆਪਣਾ ਕੰਮ ਕਰਨਾ ਹੈ ਤੇ ਮਾਂ ਪਿਓ ਦੇ ਪੈਸੇ ਨਹੀਂ ਇਸਤੇਮਾਲ ਕਰਨਾ। ਗੈਰਤ ਥੋੜੀ ਜੀ ਮੇਰੀ ਸੀ, ਪਤਾ ਨਹੀਂ ਕਿਉਂ। ਤੇ ਮੈਂ ਕਿਹਾ ਯਾਰ ਹੁਣ ਕੀ ਕਰੀਏ, ਮੈਂ ਤੇ ਕਦੋਂ ਪੈਸਾ ਵੀ ਨਹੀਂ ਕਮਾਇਆ। ਤੇ ਮੇਰਾ ਕੋਈ ਜਾਣਨੇ ਵਾਲਾ ਸੀ, ਉਸ ਅਸੀਂ ਸਟੂਡੈਂਟ ਪੋਲਿਟਿਕਸ ਵਿੱਚ ਸਨ ਤੇ ਫੋਟੋ ਆ ਗਿਆ ਸੀ ਪਾਵਰ ਵਿੱਚ, ਤੇ ਕੋਈ ਲੋਕੀ ਵੀ ਪਾਵਰ ਵਿੱਚ ਆ ਗਏ ਸਨ ਜਿਨ੍ਹਾਂ ਨੂੰ ਜਾਣਦੇ ਸੀ। ਜੀ ਜੀ। ਤੇ ਇੱਕ ਮੈਂ ਕੋਈ ਕਰਜ਼ਾ ਲਿੱਤਾ ਹੈ ਮਾਂ ਪਿਓ ਤੋਂ, ਤੇ ਮੈਂ ਉਹ ਵੈਗਨ ਕਰਕੇ ਮੈਂ ਮਰੀ ਪਹੁੰਚਿਆ। ਉੱਥੇ ਪਰਵੇਜ਼ ਖਟਕ ਜਿਹੜਾ ਹੈ ਨਾ ਹੁਣ ਮਿਨਿਸਟਰ, ਇਹਦਾ ਖਾਨਦਾਨ, ਇਹਨਾਂ ਦੀ ਯਾਰੀ ਹੁੰਦੀ ਸੀ ਮੁਸਤਫਾ ਖਾਰ ਨਾਲ, ਤੇ ਮੁਸਤਫਾ ਖਾਰ ਉਸ ਵੇਲੇ ਗਵਰਨਰ ਹੁੰਦਾ ਸੀ ਫੁੱਟੋ ਦਾ। ਅੱਛਾ, ਤੇ ਇਹ ਲੋਕੀ ਵੀ ਕੋਈ ਕਰਦੇ ਸੀ ਕੋਈ ਬਿਜ਼ਨਸ, ਤੇ ਕਾਫੀ ਪੈਸੇ ਇਹਨਾਂ ਦੇ ਕੋਲ ਸਨ। ਤੇ ਮੈਂ ਉੱਥੇ ਪਹੁੰਚਿਆ ਤੇ ਉਹ ਕਿਹਾ ਤੂੰ ਕੀ ਕਰ ਰਿਹਾ ਇੱਥੇ? ਮੈਂ ਕਿਹਾ ਯਾਰ ਮੈਨੂੰ ਪਾਸਪੋਰਟ ਚਾਹੀਦਾ ਹੈ ਤੇ ਮੈਨੂੰ ਨਹੀਂ ਪਤਾ ਪਾਸਪੋਰਟ ਕਿਸ ਤਰ੍ਹਾਂ ਮਿਲਦਾ ਹੈ, ਉੱਥੇ ਬੜੀ ਲਾਈਨ ਹੁੰਦੀ ਹੈ ਤੇ ਮੈਨੂੰ ਫਟਾਫਟ ਚਾਹੀਦਾ ਪਾਸਪੋਰਟ। ਤੇ ਕਹਿੰਦਾ ਤੂੰ ਕਿੱਥੇ ਜਾ ਰਿਹਾ? ਮੈਂ ਕਿਹਾ ਮੈਂ ਰੂਸ ਚਲਾ। ਉਹ ਕਹਿੰਦਾ ਤੇਰੀ ਮੱਤ ਮਾਰੀ ਹੈ, ਤੂੰ ਘਰ ਜਾ। ਹਾਂ ਤੂੰ ਰੂਸ ਚਲੇ। ਮੈਂ ਕਿਹਾ ਨਹੀਂ, ਤੂੰ ਇਹ ਨਾ ਪੁੱਛ ਮੈਂ ਕੀ ਕਰਨ ਜਾ ਰਿਹਾ, ਤੂੰ ਮੈਨੂੰ ਪਾਸਪੋਰਟ ਦੇ। ਉਹ ਕਹਾ ਯਾਰ ਮੈਂ ਤੇ ਨਹੀਂ ਆ ਰਿਹਾ ਹੇਠਾਂ ਉੱਥੇ, ਮੈਂ ਆਰਾਮ ਨਾਲ ਮਰੀ 'ਚ ਬੈਠਾ ਤੇ ਇਹ ਲੈ ਚਿੱਠੀ ਜਾ ਕੇ ਮੇਰੇ ਰਿਸ਼ਤੇਦਾਰ ਨੂੰ ਸੈਟਲਾਈਟ ਔਨ ਵਿੱਚ ਦੇ ਦੇ। ਤੇ ਮੈਂ ਠੀਕ ਹੈ, ਮੇਰੇ ਕੋਈ ਸ਼ੋਲਡਰ ਲੈਂਡ ਬਾਲ ਹੁੰਦੇ ਸਨ, ਹਿੱਪੀ ਕਿਸਮ ਦਾ ਮੈਂ ਮੁੰਡਾ ਸੀ, ਕਦੋਂ ਘਰ ਤੋਂ ਬਾਹਰ ਨਹੀਂ ਨਿਕਲਿਆ ਸੀ। ਤੇ ਮੈਂ ਪਹੁੰਚਿਆ ਅਗਲੇ ਦਿਨ ਸੈਟਲਾਈਟ ਟਾਊਨ। ਉੱਥੇ ਕੋਈ ਆਮ ਜਿਹਾ ਘਰ ਸੀ, ਉਹਦੇ ਬਾਹਰ ਕੋਈ 300 ਬੰਦਾ ਬੈਠਾ ਸੀ ਤੇ ਗੇਟ ਤੇ ਕੋਈ ਪੁਲਿਸ ਵਾਲਾ ਸੀ, ਵਰਦੀ ਵਾਲਾ, ਉਹਦੇ ਕੋਲ ਬੜੀ ਦੀ ਬੰਦੂਕ ਸੀ। ਤੇ ਮੈਂ ਉਹਦੇ ਕੋਲ ਗਿਆ ਤੇ ਮੈਂ ਉਹਨੂੰ ਚਿੱਠੀ ਵੀ ਖਾਈ ਤੇ ਮੈਂ ਉਹਨੂੰ, ਮੈਨੂੰ ਕਿਹਾ ਨੱਠ ਜਾ, ਇੱਥੇ ਨਹੀਂ ਕੋਈ ਕੰਮ ਹੁੰਦਾ। ਮੈਂ ਕਿਹਾ ਨਹੀਂ, ਤੁਸੀਂ ਚਿੱਠੀ ਜਾ ਕੇ ਉਸ ਬੰਦੇ ਨੂੰ ਦੇ ਦਿਓ। ਤੇ ਉਹ ਕਿਹਾ ਚਲੋ, ਮਸ਼ਕੂਕ ਨਜ਼ਰਾਂ ਨਾਲ ਮੈਨੂੰ ਵੇਖਿਆ ਤੇ ਅੰਦਰ ਗਿਆ। ਤੇ 15 ਮਿੰਟ ਬਾਅਦ ਆਇਆ, ਕਹਿੰਦਾ ਆ ਜਾ। ਤੇ ਮੈਂ ਉਹਦੇ ਪਿੱਛੇ ਅੰਦਰ ਕੋਈ ਲੰਬਾ ਜਿਹਾ ਹਾਲਵੇ ਸੀ ਕਿਸੇ ਘਰ ਦਾ, ਕੋਈ ਉਹਨਾਂ ਨੇ ਰੀਫਰਬਿਸ਼ ਕੀਤਾ ਸੀ ਤੇ ਵੱਡਾ ਜਿਹਾ ਕਮਰਾ ਉਹਨਾਂ ਨੇ ਖੋਲਿਆ ਤੇ ਉੱਥੇ ਬਹੁਤ ਮਤਲਬ ਵਰਦੀ ਵਾਲਾ ਬੰਦਾ ਖਲੋਤਾ ਸੀ, ਪਠਾਨ ਜਿਹਾ। ਤੇ ਉਹਨੇ ਕਿਹਾ ਆ ਕੇ ਬੈਠ ਜਾਓ। तो मैं कहा जी कहते क्या चाहिए? मैं कहा जी पासपोर्ट चाहिए। कहते किधर जा रहे हो? मैं जी मैं रूस जा रहा हूँ। रूस जा रहे हो? क्या करने जा रहे हो? मैं कहा जी पढ़ने जा रहा हूँ। अच्छा ये बताओ तुम्हें पता है मैं कौन हूँ? मैं कहा नहीं सर जी मैनू की पता तुसी कौन तुसी मेरे यार दे रिश्तेदार हो ऐ मैनू ते उन्होंने कहा तुसी मैनू पासपोर्ट दिला रहे हो। कहना मैं फिर भी ਤੁਹਾਨੂੰ ਨਹੀਂ ਪਤਾ ਮੈਂ ਕੌਣ ਆ? ਮੈਂ ਕਿਹਾ ਨਹੀਂ ਜੀ ਸਰ ਜੀ ਮੈਨੂੰ ਕੀ ਪਤਾ ਤੁਸੀਂ ਕੌਣ। ਕਹਿੰਦਾ ਮੇਰਾ ਟਾਈਟਲ ਜਿਹੜਾ ਹੈ ਨਾ ਉਹ ਹੈ DIG ਸਪੈਸ਼ਲ ਬ੍ਰਾਂਚ। ਤੇ ਮੇਰਾ ਅਸਲੀ ਮਕਸਦ ਹੈ ਤੁਹਾਡੇ ਜੈਸੇ ਲੋਕਾਂ ਨੂੰ ਫੜ ਕੇ ਜੇਲ੍ਹ ਵਿੱਚ ਪਾਓ। ਸਹੀ। ਪਰ ਕਹਿੰਦਾ ਕੀ ਕਰੀਏ ਸਾਡੇ ਮੁਲਕ ਵਿੱਚ ਰਿਸ਼ਤੇਦਾਰੀਆਂ ਦਾ ਇੱਕ ਆਪਣਾ ਹੈ ਤੇ ਉਹਨੇ ਮੈਨੂੰ 15 ਮਿੰਟ ਪਾਸਪੋਰਟ ਦੇ ਦਿੱਤਾ। ਹਾਂ ਇਹ ਹੁਣ ਅਸੀਂ ਇਹਦੀ ਪਰਚੋਲ ਕਰਨੀ ਹੈ ਬਾਅਦ। ਇਹ ਬੜੀ ਅਹਿਮ ਗੱਲ ਹੈ ਤੁਹਾਡੀ, ਇਹਦਾ ਤਜਜ਼ੀਆ ਕਰਨਾ ਹੈ, ਪਰਚੋਲ। ਲੇਕਿਨ ਇਹ ਅਹਿਮ ਗੱਲ ਹੈ ਕਿ ਜੀ ਤੁਸੀਂ ਆਖਦੇ ਹੋ ਕਿ ਕਾਨੂੰਨ ਵੀ ਬਣੇ ਹੋਏ ਨੇ ਸਾਰੇ, ਤੇ ਉਹ ਕਾਨੂੰਨ ਕਿੱਥੇ ਪੈਸੇ ਦੀ ਬੁਨਿਆਦ ਤੇ, ਕਿੱਥੇ ਦੋਸਤੀ ਦੀ ਬੁਨਿਆਦ ਤੇ, ਕਿੱਥੇ ਜਿਹੜੀ ਰਹਿਤਲ ਹੈ, ਸਾਡੀ ਕਲਚਰ ਹੈ, ਸਾਡੀ ਵਰਤੋਂ ਹੈ, ਸਾਡੀ ਕਦਰਾਂ ਹਨ, ਉਹ ਨੂੰ ਲੈ ਕੇ ਲੋਕ ਲੜਦੇ ਹਨ। ਮੈਂ ਤੁਹਾਨੂੰ ਇੱਕ ਦਿਲਚਸਪ ਵਾਕਿਆ ਸੁਣਾਉਣਾ। ਮੈਂ ਜਿਸ ਵੇਲੇ ਯੂਨੀਵਰਸਿਟੀ ਚੋਂ ਮੈਂ ਕੀਤਾ, ਇਹ ਮਤਲਬ 1972 ਵਿੱਚ, ਉਸ ਤੋਂ ਬਾਅਦ ਸਾਡੇ ਹਨ ਯਾਰ ਦੋਸਤ ਜਿਨ੍ਹਾਂ ਨੇ ਸਿਵਲ ਸਰਵਿਸ ਦੇ ਇਮਤਿਹਾਨ ਦਿੱਤੇ ਚਲੇ ਗਏ। ਉਹਨਾਂ ਚੋਂ ਇੱਕ ਬੰਦਾ ਪੁਲਿਸ ਆਫਿਸਰ ਬਣਿਆ ਜਿਹੜਾ ਪਾੜਾ ਚਨਾਰ ਤੋਂ ਕੁਰਮ ਏਜੰਸੀ ਦਾ ਤਾਲੁਕ ਹੈ, ਪਠਾਨ ਹੈ। ਉਹ ਮੈਨੂੰ ਇਤਫਾਕਨ 3-4 ਸਾਲ ਬਾਅਦ ਕਿਸੇ ਜਗ੍ਹਾ ਮੁਲਾਕਾਤ ਹੋ ਗਈ। ਉਸਨੇ ਬੜੀ ਦਿਲਚਸਪ ਗੱਲ ਕੀਤੀ, ਮੈਂ ਬੜਾ ਹੈਰਾਨ ਹੋਇਆ, ਜਿਹੜੀ ਉਸ ਵੇਲੇ ਮੈਨੂੰ ਸਮਝ ਨਹੀਂ ਆਈ, ਬਾਅਦ ਮੈਂ ਸਮਝ ਆਈ। ਹੁਣ ਪਠਾਣਾ ਤੁਸੀਂ ਵੇਖਿਓ, ਅਸੀਂ ਆਮ ਤੌਰ ਤੇ ਰਿਵਾਜ ਹੈ ਪੱਕਾ ਕਿ ਇੱਕ ਦੂਸਰੇ ਨੂੰ ਗਲੇ ਮਿਲਦੇ ਹਨ ਜਿਸ ਵੇਲੇ ਮਿਲਦੇ ਹਨ।
पंजाब ही किसी ने मिलते हैं गले किसी हाथ मिला लेंगे सिंध वो अदब आदाब लेकिन पठान पक्की रीत है ना सिर्फ गले मिलते हैं बल्कि उन्होंने व्यवहार ही है कि हर पठान अपने आप में दूजे के बराबर समझता है खान समझता है अगर कोई खान बह के रोटी भी खाने पे हो तो तले बह के कट्ठे रोटी खा सन या बड़ा पैसे वाला बंदा ही हो पुराना आई उन्हें अपनी फतूई के अंदर तो पैसे पाए उसे तू बाहर कपड़े ला कोई पता नहीं चल सी कि अमीर है गरीब है ये पुराना हिसाब उन्होंने उन्हें आखे यार कि ਜ਼ਿਮੀਦਾਰ ਜਿਹੜਾ ਪਠਾਨ ਹੁੰਦਾ ਹੈ ਨਾ जी ਔਰ ਅੱਗੇ ਕਮੀ ਹੁੰਦਾ ਜਿਹੜਾ ਕੰਮ ਕਰਨ ਆਉਂਦਾ ਉਹ ਵੀ ਪਠਾਨ ਹੁੰਦਾ हाँ ਉਹਨਾਂ ਫਰਕ ਜਿਹੜਾ ਹੈ ਨਾ ਉਹਨਾਂ ਦੇ ਬੂਟਾਂ ਤੋਂ ਨਜ਼ਰ ਆਉਂਦਾ ਹੈ ਜਿਹੜੇ ਚੱਪਲ ਪਾਉਂਦੇ ਨੇ ਨਾ ਉਸ ਤੋਂ ਸਿਰਫ ਫਰਕ ਪਤਾ ਲੱਗਦਾ ਅਦਰਵਾਈਜ਼ ਤੁਸੀਂ ਨਹੀਂ ਫਰਕ ਕਰ ਸਕਦੇ हाँ बिल्कुल वो मन रैत बैत का तल्लुक है उन्हें एक बड़ी दिलचस्प गल की थी उन्हें आखे यार पंजाब में अगर आप पुलिस स्टेशन में कोई आपसे मिलने आए और आप उसे खड़े होकर गले मिल लें तो लोग कहते हैं ये पुलिस अफसर बड़ा कमजोर है और उसने कहा कि सूबा सरहद में उस जमाने सूबा सरहदों का ही ना होता उसने कहा अगर कोई मेरे दफ्तर में आए और मैं उससे खड़ा होकर गले ना मिलूं तो चाहे वो अगर अपना काम भी करवाना है वो मेरी शक्ल नहीं देखेगा आइंदा आएगा ही नहीं हुण इको वो पुलिस का निज़ाम है इको पुलिस अफसर है वो पठाना दी रीत रहतल रह बैत होर तरह दी है वो तवक्को कहते हैं कि जेड़े बंदे को मैं मन्ना चाहे मैनू बहुत औखा काम ही होवे करड़ा काम होवे चाहे मैं ਉਹਦੇ ਕੋਲ दरखास्त लैके गया काम करावां वो उठी मैं उन्हें इज्जत देवे जिवें अपने बराबर दे बंदे ਨੂੰ इज्जत देंदे ते जेड़ा पंजाब विच वो समझांदे ने कि अगर आकड़ दाकड़ नाल बैठा नहीं होया अपनी कुर्सी तो उठी पे दा मतलब ये तकड़ा कोई नहीं अफसर ये कमजोर है ਇਹ ਜਿਹੜੇ ਤਰੀਕੇ ਹਨ ਲੜਾਈ ਦੇ ਵਿਰੋਧ ਨਾਲ ਲੜਨ ਦੇ ਇਹਦਾ ਸਾਡੇ ਰਹਿਤ ਬਹਿਤ ਨਾਲ ਸਾਡੇ ਵਿਹਾਰ ਨਾਲ ਸਾਡੀ ਕਦਰ ਨਾਲ ਬਹੁਤ ਸਾਰੀ ਚੀਜ਼ਾਂ ਨਾਲ ਤਾਲੁਕ ਹੈ ਲੇਕਿਨ ਜਿਹੜੀ ਇਹ ਗੱਲ ਤੁਸੀਂ ਕੀਤੀ ਹੈ ਕਾਮਰਾਨ ਇਹਦਾ ਹੁਣ ਜ਼ਰਾ ਤਜਜ਼ੀਆ ਕਰਨ ਦੀ ਲੋੜ ਹੈ ਕਿ ਇੱਥੇ ਹੁੰਦਾ ਕੀ ਪਿਆ ਕਿ ਉਹ ਕਿਉਂ ਇੱਕ ਪਾਸੇ ਇਹ ਮੈਨੂੰ ਯਾਦ ਹੈ उस जमाने ਜਿਹੜੇ ਪਾਸਪੋਰਟ ਮਿਲਨੇ ਹੁੰਦੇ ਹਨ ਅੱਜ ਕੱਲ ਸਿਰਫ ਇਸਰਾਈਲ ਦਾ ਨਾਮ ਲਿਖਿਆ ਹੁੰਦਾ ਉਸ ਜ਼ਮਾਨੇ ਸਾਰੇ ਸੋਸ਼ਲਿਸਟ ਮੁਲਕਾਂ ਦਾ ਨਾਮ ਲਿਖਿਆ ਹੁੰਦਾ ਹੈ ਕਿ ਉਹਨਾਂ ਵਾਸਤੇ ਇਹ ਮੁਲਕਾਂ ਵਾਸਤੇ ਪਾਸਪੋਰਟ ਕਾਰਾਮਦ ਕੋਈ ਨਹੀਂ ਤੇ ਵੀਜ਼ੇ ਦਾ ਸਵਾਲ ਨਹੀਂ ਪੈਦਾ ਹੁੰਦਾ ਕਿ ਇੱਕ ਪਾਸੇ ਇਸ ਤੋਂ ਅੱਜ ਇਸ ਦੇ ਉੱਤੇ ਬੜੀ ਗੱਲ ਕਰਨ ਦੀ ਲੋੜ ਹੈ ਕਿ ਇੱਕ ਪਾਸੇ ਤੁਸੀਂ ਕਾਨੂੰਨ ਬਣਾਇਆ ਹੋਇਆ ਹੈ ਇਹ ਉਹਦਾ ਨਾ ਕਿ ਕਤਰੇ ਵਿੱਚ ਦਜਲਾ ਨਜ਼ਰ ਆਉਣਾ ਇਸ ਇੱਕ ਗੱਲ ਨੂੰ ਸਮਝ ਵੈਸੋ ਤੁਹਾਨੂੰ ਸਾਰਾ ਇਹ राज विहार समझ आ वैसे कि एक पासे कानून बने हुए हैं कि ये पासपोर्ट सोशल मुल्कों वास्ते कारामद कोई नहीं उन्होंने वीज़ा भी नहीं लग सकता उत्ते तो बन भी नहीं सकते नाल पुलिस का स्पैशल ब्रांच का बंदा जिसका काम ही हो जाए बंदे ने पता चलावना ढकना वो तुहाडा काम भी करेंदा पिया उन्हें पासपोर्ट भी तुहानूं दिता होंदा क्या पिया इत्थे ये जरा मैनूं समझाओ भाईजान दोवें चीज़ां कट्ठियां हैं हाँ जी तुसें तो ना कमरान पढ़ के आए हो मास्को स्टेट यूनिवर्सिटी तो मार्क्सिज्म लेनिनिज्म तुम्हें काफी पढ़िया हो सी जरा इन्हों समझाओ औखी बुझारत है सर कि क्यों होंदा पिया इत्थे दी ओ कहने ना फिजिक्स विच भी दी attraction and repulsion of opposites at the same time जनाब अली मार्क्स कहना है कैपिटलिस्ट सिस्टम दी कॉन्ट्रडिक्शंस ही है होंदियां इस किस्म दी जेड़ी नु मार देंदी चलो इस और गल करने तुसा उमर तुसा दसो उस तो बाद सुमेरा तुसा सब ने गल करनी है मैं समझावना कि इत्थे होंदा कि पिया इस कतरे में दजला मौजूद है अगर तुम इन्हों समझ गया ना जिवें आदे जी देग ते हिक दाना वो तो समझ लिया तो पूरी देग का पता चल रहा ये बेसिक सैल जिस दे नाल तुहाडी परतां खुलणियां सारे राज विहार दी ये जरा मैनूं दसो उमर क्यों होंदा पिया इत्थे कोई गलत या सही जवाब कोई नहीं
नहीं नहीं वो मैं समझना हाँ और दे रहे हैं ज़हन से कि की हो सकता है ते की हो रहा है ते मैं ਇਹਦੇ ਵਾਸਤੇ ਹਾਲੇ ਉਹ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਜਿਹੜਾ ਸਿਆਸਤ ਦੀ ਲੁਗਤ ਵਾਸਤੇ ਵਰਤਿਆ ਜਾਂਦਾ ਇਹਦੇ ਵਾਸਤੇ, ਉਹ ਮੈਂ ਬਾਅਦ ਹੀ ਕਰੇ ਸਾਂ, ਪਰ ਇਹਨਾਂ ਨੂੰ ਫਰੋਲਣਾ ਜ਼ਰੂਰੀ ਹੈ। ਚਲੋ ਸਮੈਰਾ ਤੁਸੀਂ ਦੱਸੋ ਜੀ ਤੇ ਹਾਲੀ ਮੈਂ ਉਮਰ ਨੂੰ ਵਕਤ ਦੇਣਾ ਚਾਹੁੰਦਾ ਹੋਰ ਸੋਚਣ ਦੇ, ਤੁਸੀਂ ਦੱਸੋ ਜਰਾ ਕਿਉਂ ਦਾ ਭੇਜਤੇ ਤੇ ਅਨਮਿਊਟ ਕਰੋ ਜਰਾ ਆਪਣੇ ਆਪ ਨੂੰ। ਸਰ ਜੀ ਵੇਖੋ ਸਾਡਾ ਜਿਹੜਾ ਕਲਚਰ ਹੈ ਉਸ ਤੇ ਉਹਨਾਂ ਨੇ ਇੱਕ ਨਿਜ਼ਾਮ ਉਤੋਂ ਲਾ ਕੇ ਨਾਫਜ਼ ਕਰਤਾ ਹੈ ਤੇ ਸਾਡੇ ਕਲਚਰ ਵਿੱਚ ਰੈਜ਼ਿਸਟੈਂਸ ਜਿਹੜੀ ਹੈ ਨਿਜ਼ਾਮ ਲਈ ਉਹ ਇਸ ਤਰ੍ਹਾਂ ਆਉਂਦੀ ਹੈ ਟੂ ਦ ਸਰਫੇਸ। ਅੱਛਾ ਇਹ ਜਿਹੜਾ ਨਾ ਆਦਮ ਸਮੈਰਾ ਮੈਂ ਤੁਹਾਡੀ ਆਵਾਜ਼ ਨਹੀਂ ਆਉਂਦੀ ਪਈ, ਮੌਜੂਦ ਹੋ ਜਾਂ ਨਹੀਂ ਹੋ ਕਲਾਸ ਵਿੱਚ? ਅੱਛਾ ਇਹ ਗੱਲ ਇਹ ਹੈ ਪਹਿਲੇ ਵੇਖਣ ਵਾਲੀ ਕਿ ਜਿਹੜੀ ਤੁਸੀਂ ਗੱਲ ਕੀਤੀ ਨਾ ਪਾਸਪੋਰਟ ਦੇ ਬਾਰੇ ਵਿੱਚ ਜੀ, ਉਹ ਪਾਕਿਸਤਾਨ ਵਿੱਚ ਹਰ ਕੰਮ ਵਾਸਤੇ ਠੀਕ ਹੈ, ਹਰ ਕੰਮ ਇਸੇ ਤਰੀਕੇ ਨਾਲ ਹੁੰਦਾ। ਤੁਸੀਂ ਕਰਜ਼ਾ ਲੈਣਾ ਬੈਂਕ ਤੋਂ, ਮਕਾਨ ਬਣਾਉਣਾ, ਨੌਕਰੀ ਲੈਣੀ ਹੈ, ਸ਼ਨਾਖਤੀ ਕਾਰਡ ਲੈਣਾ ਹੈ, ਦਾਖਲਾ ਲਾਉਣਾ ਹੈ ਯੂਨੀਵਰਸਿਟੀ ਵਿੱਚ, ਹਰ ਕੰਮ ਵਾਸਤੇ ਇੱਕ ਕਾਨੂੰਨ ਬਣਿਆ ਹੋਇਆ ਸੀ ਜਿਸ ਕਾਨੂੰਨ ਵਿੱਚ ਮਨਾ ਹੋ ਸੀ ਤੁਹਾਨੂੰ ਤੁਹਾਡਾ ਹੱਕ ਮਿਲਣਾ ਜਾਇਜ਼ ਤੇ ਇਨਸਾਨੀ ਤਰੀਕੇ ਨਾਲ ਹੀ ਉਹ ਹਰ ਕੰਮ ਲੋਕ ਉਹ ਕਰਿੰਦੇ ਪੈਣ, ਉਹ ਹੱਕ ਆਪਣਾ ਵਾਪਸ ਲੈਂਦੇ ਪੈਣ, ਚਾਹੇ ਪੈਸੇ ਦੇ ਕੇ, ਚਾਹੇ ਵਕਫੀਅਤ ਨਾਲ, ਰਿਸ਼ਤੇਦਾਰੀ ਨਾਲ, ਚਾਹੇ ਧੋਖੇ ਨਾਲ, ਜਾਲੀ ਕਾਗਜ਼ਾਤ ਦੇ ਜ਼ਰੀਏ ਜਾਲਕਾਰੀ ਸਾਜ਼ੀ ਕਰਕੇ ਉਹ ਵੀ ਨਾਲ ਚੱਲਦੇ ਪਏ। ਇਹ ਦੋਵੇਂ ਹੁੰਦੇ ਪਏ। ਜ਼ਰਾ ਇਸ ਤੇ ਤੁਸੀਂ ਥੋੜ੍ਹਾ ਜਿਹਾ ਗੌਰ ਕਰਨਾ, ਮੈਂ ਹਾਲੇ ਕੋਈ ਗੱਲ ਨਹੀਂ ਕਰਨੀ। ਉਹ ਪੁਰਾਣੇ ਜ਼ਮਾਨੇ ਕਿਤਾਬ ਹੁੰਦੀ ਹੈ ਅਲਜਬਰੇ ਦੀ, ਲਿਖਿਆ ਹੁੰਦਾ ਹੈ ਕਿ ਉਸਤਾਦ दिल मोहम्मद का जबरा अलजबरा दिमाग की खिड़कियां और दरवाजे खोल देता है, ये जरा खोलना है। मैं उससे गल नहीं कर रही, मैं उन्हें एक और वाकया सुनाना चाहना दिलचस्प कि ये दोवें काम जड़ा है ना वो नाल नाल होंदे पे। एक पासे कानून एक शय मना है ते दूजे पासे वो जिहड़ी चीज मना है वो भी नाल होंदी पई है ते जिहड़े लोग करेंदे पे उन्होंने पता है कि अगर कानून ते चलिए तो मुल्क चल ही नहीं सकता। इस एग्जाम्पल है जिहड़ी मिसाल दी है ਇਹਦੇ ਵਿੱਚ ਮਨਾ ਕੀ ਹੈ? ਉਹ ਪਾਸਪੋਰਟ ਲੈਣਾ ਇਹਨਾਂ ਦਾ ਬੁਨਿਆਦੀ ਹੱਕ ਹੈ ਪਹਿਲੀ ਗੱਲ। ਕਾਨੂੰਨੀ ਤੌਰ ਤੇ ਮਨਾ ਹੈ ਕਿਉਂਕਿ ਉਹ ਲਿਖਿਆ ਹੁੰਦਾ ਉੱਤੇ ਕਿ ਇਹਨਾਂ ਮੁਲਕਾਂ ਵਾਸਤੇ ਕਰਾਮਤ ਕੋਈ ਨਹੀਂ, ਉਹਦਾ ਪਾਸਪੋਰਟ ਬਣਾਉਂਦੇ ਵੀ ਨਹੀਂ ਆ ਜਿਸ ਨੇ ਉੱਥੇ ਬਣੇ ਨਾ ਹੋਵੇ। ਤੇ ਕੀ ਇਹਨਾਂ ਨੂੰ ਪਾਸਪੋਰਟ ਜਿਹੜਾ ਉਹਦੇ ਤੇ ਨਹੀਂ ਲਿਖਿਆ ਹੋਇਆ ਸੀ ਕਿ ਇਹ ਮੁਲਕਾਂ ਵਾਸਤੇ ਕਰਾਮਤ ਨਹੀਂ? ਨਹੀਂ ਜੀ ਨਹੀਂ ਸੀ, ਪਾਸਪੋਰਟ ਉਹੀ ਦਿੱਤਾ ਹੈ ਜਿੱਥੇ ਸਾਰਾ ਮਮਨੂ ਹੈ ਜਾਣਾ, ਪਰ ਉਹਨੂੰ ਮੇਰੀ ਨੀਅਤ ਦਾ ਪਤਾ ਸੀ, ਇਰਾਦੇ ਦਾ ਪਤਾ ਸੀ ਤੇ ਫਿਰ ਵੀ ਉਹਨੇ ਦੇ ਦਿੱਤਾ। ਉਹਨੇ ਕਿਹਾ ਅੱਗੇ ਤੁਹਾਡਾ ਕੰਮ ਹੈ। ਉਹਨੇ ਇਹ ਵੀ ਨਹੀਂ ਪੁੱਛਿਆ ਕਿ ਤੁਸੀਂ ਪਹੁੰਚੋਗੇ ਕਿਸ ਤਰ੍ਹਾਂ। ਉਹਨੇ ਕਿਹਾ ਜੀ ਮੈਨੂੰ ਨਾ ਹੀ ਪਤਾ ਹੋਏ ਤੇ ਬਿਹਤਰ ਹੈ। ਤੇ ਮੈਂ ਇਸ ਚੀਜ਼ ਨੂੰ ਇਸ ਤਰ੍ਹਾਂ ਵੇਖਿਆ ਕਿ ਉਹ ਮੇਰੇ ਮਤਲਬ ਜਿਹੜੀ ਅਜ਼ੰਪਸ਼ਨ ਹੈ ਉਹ ਹੈ ਕਿ ਤੁਹਾਨੂੰ ਛੇਤੀ ਬਣਾਉਣਾ ਸੀ, ਬੜੀ ਜਲਦੀ ਬਣਾਉਣਾ ਸੀ। ਹਾਂਜੀ, ਇਸ ਤੁਸੀਂ ਇਹ ਰੂਟ ਅਪਣਾਇਆ, ਨਾ ਕਿ ਤੁਸੀਂ ਇਸ ਵਾਸਤੇ ਬਣਵਾ ਰਹੇ ਸੋ ਕਿ ਵੀ ਮੈਂ ਉਹਨਾਂ ਨੂੰ ਦੱਸਾਂਗਾ ਕਿ ਵੀ ਮੈਂ ਬੇਸ਼ੱਕ ਪਾਸਪੋਰਟ ਅਫਸਰਾਂ ਨੂੰ ਜੋ ਮਰਜ਼ੀ ਦੱਸਦਾ ਫਿਰਾਂ ਕਿ ਯਾਰ ਇਜ਼ਰਾਈਲ ਜਾਣਾ ਹੈ ਜਾਂ ਸਾਊਥ ਅਫਰੀਕਾ ਜਾਣਾ। ਕਿਸੇ ਜ਼ਮਾਨੇ 'ਚ ਸਾਊਥ ਅਫਰੀਕਾ ਵੀ ਲਿਖਿਆ ਹੁੰਦਾ ਸੀ। ਉਹਨਾਂ ਦਾ ਕੰਮ ਤੇ ਮੈਨੂੰ ਪਾਸਪੋਰਟ ਦੇਣਾ ਨਾ। ਸਰ ਜੀ ਮੈਂ ਬਸ ਇਸ ਮਿਸਾਲ ਤੇ ਅਗਰ ਇਜਾਜ਼ਤ ਹੋਵੇ ਮੈਂ ਤੁਹਾਨੂੰ ਸਿਰਫ ਇਹ ਦੱਸਾਂ ਕਿ ਜਾਂ ਤੇ ਮੇਰਾ ਕੋਈ ਰਿਸ਼ਤੇਦਾਰ ਹੁੰਦਾ ਫੌਜ ਵਿੱਚ ਵੱਡਾ ਜਿਹਾ ਕਿ ਆ ਉੱਥੇ ਹੁੰਦਾ ਤੇ ਉਹਨੂੰ ਫੋਨ ਕਰਦਾ ਤੇ ਉਹ ਪਾਸਪੋਰਟ ਮੇਰੇ ਘਰ ਆ ਜਾਂਦਾ ਬਣ ਕੇ, ਉਹ ਇੱਕ ਤਰੀਕਾ ਹੈ। ਦੂਜਾ ਤਰੀਕਾ ਹੈ ਕਿ ਮੈਂ ਉੱਥੇ ਗਿਆ ਤੇ ਕੋਈ ਵੀ ਬੰਦਾ ਜਾਏ ਨਾ ਤੇ ਅਗਰ ਆਊਟ ਆਫ ਲਾਈਨ ਉਹ ਕਿਸੇ ਨੂੰ ਦੇ ਰਿਹਾ, ਉਹਦੀ ਇੱਕ ਕਿਊਰੀਓਸਿਟੀ ਹੁੰਦੀ ਹੈ, ਉਹਨੇ ਫਿਰ ਆਪਣਾ ਵੀ ਤੇ ਸੋਚਣਾ ਹੁੰਦਾ ਹੈ ਨਾ। ਅਗਰ ਮੈਂ ਜਾ ਕੇ ਕਿਸੇ ਨੂੰ ਦੱਸਤਾ ਕਿ ਵੀ ਇਹਨੇ ਕੀਤਾ ਉਹਦੀ ਨੌਕਰੀ ਚਲੀ ਜਾਏਗੀ ਤੇ ਉਹ ਵੀ ਤੇ ਜ਼ਰਾ ਆਪਣੇ ਆਪ ਨੂੰ ਉਹ ਵੀ ਸਵਾਲ ਜਵਾਬ ਥੋੜਾ ਕਰਦਾ ਹੈ ਕਿ ਬਈ ਇਹ ਚੱਕਰ ਕੀ ਹੈ, ਇਹ ਮੁੰਡਾ ਆਇਆ ਹੈ। ਲੇਕਿਨ ਸਰ ਆਈ ਐਮ ਸੌਰੀ ਟੂ ਇੰਟਰਪਟ, ਬॉटम ਲਾਈਨ ਕੀ ਹੈ ਨਾ, ਬॉटम ਲਾਈਨ ਤੇ ਹੈ ਕਿ ਤੁਹਾਨੂੰ ਇੱਕ ਲੀਗਲ ਪਾਸਪੋਰਟ ਮਿਲ ਰਿਹਾ।
ਜੀ ਠੀਕ ਹੈ। ਹਜ਼ੂਰ ਜੀ ਛੇਤੀ ਉਹ ਠੀਕ ਮਿਲ ਹੈ, ਰਿਹਾ ਉਹ ਤੇ ਬਾਹਰ ਗੱਲ ਤੋਂ ਇਹ ਬਾਹਰ ਆਉਂਦੀ ਪਈ ਮਿਲ ਹੈ ਰਿਹਾ। ਕਿ ਇੱਕ ਜਿਹੜੀ ਚੀਜ਼ ਹੈ ਉਹ ਪਾਸਪੋਰਟ ਜਾਰੀ ਕਰਨ ਵਾਲਿਆਂ ਦੀ ਪਾਲਿਸੀ ਦੇ ਤੌਰ ਤੇ ਜਾਂ ਉਹਨਾਂ ਦੇ ਤਰੀਕੇ ਦੇ ਤੌਰ ਤੇ ਕੋਈ ਆਮ ਬੰਦਾ ਜਾਵੇ ਉਹਨੂੰ ਨਹੀਂ ਮਿਲ ਸਕਦਾ ਉਸ ਵਕਤ। 6 ਮਹੀਨੇ ਲੋਕੀ ਹਾਂ, ਬੈਠਦੇ ਉੱਥੇ ਨਹੀਂ ਮਿਲਦਾ। ਮੈਂ ਸਮਝ ਗਿਆ ਗੱਲ ਸਰ, ਮੈਂ ਐਗਰੀ ਕਰ ਅੱਛਾ, ਰਿਹਾ। ਲੇਕਿਨ ਇਹਨੂੰ ਸਮਝਣ ਦੀ ਉਸ ਜ਼ਰੂਰਤ ਅਫਸਰ ਦਾ ਹੈ। ਕੀ ਰਿਸਕ ਹੈ? ਨਹੀਂ, ਅਸਲ ਗੱਲ ਇਹ ਹੈ ਕਿ ਇੱਕ ਕੰਮ ਜਿਹੜੀ ਪਾਲਿਸੀ ਜਾਂ ਪ੍ਰੈਕਟਿਸ ਦੇ ਤੌਰ ਤੇ ਜਾਂ ਕਾਨੂੰਨ ਦੇ ਤੌਰ ਤੇ ਉਹ ਨਹੀਂ ਹੁੰਦੀ, ਨਾਲ ਨਾਲ ਉਹਨੂੰ ਨਾ ਕਰਨ ਦੇ ਵਿੱਚ ਵੀ ਉੱਥੋਂ ਦੇ ਲੋਕ ਸ਼ਾਮਿਲ ਹਨ, ਉਹ ਵੀ ਨਾਲ ਸਰ ਹੁੰਦੀ ਮੈਂ ਪਈ। ਤੁਹਾਡੀ ਹਾਂ, ਗੱਲ ਦੀ ਜਿਹੜੀ ਸਪਿਰਿਟ ਹੈ ਉਹਨੂੰ ਮੈਂ ਸਮਝ ਗਿਆ, ਜਿਹੜੀ ਸਪਿਰਿਟ ਹਾਂ, ਹੈ ਉਹ ਮੈਂ ਸਮਝ ਗਿਆ। ਮੈਂ ਐਵੇਂ ਹੀ ਗੱਲ ਕਰ ਰਿਹਾ ਸੀ, ਉਸ ਨਹੀਂ ਨਾਲ ਉਹ ਨਹੀਂ ਹੋ ਠੀਕ ਗਿਆ ਕੀਤਾ ਹੈ। ਬਹਰਹਾਲ। ਉਹ ਮੈਂ ਮੈਂ ਸਮਝ ਗਿਆ ਇਹ ਤੁਹਾਡੀ। ਚਾਹੁੰਦਾ ਕਿ ਇਹਨੂੰ ਜ਼ਰਾ ਸਮਝਾਵਾਂ। ਜੇ ਮੈਂ ਤੁਹਾਡੇ ਤੋਂ ਤਫਰੀਹ ਤਬਾਹ ਵਾਸਤੇ ਇੱਕ ਤੁਹਾਨੂੰ ਵਾਕਿਆ ਸੁਣਾਉਣਾ ਚਾਹੁੰਦਾ ਦਿਲਚਸਪ। ਜਿਹੜੇ ਕਲਰਕ ਹੁੰਦੇ ਨੇ ਏਜੀ ਆਫਿਸ ਦੇ, ਜਿਨ੍ਹਾਂ ਦੇ ਕੋਲ ਕੋਈ ਕੰਮ ਕਰਾਉਣਾ ਹੋਵੇ ਤੇ ਉਹ ਆਖਦੇ ਜੀ ਇਹਨੂੰ ਪਹੀਏ ਲਾਓ ਫਾਈਲ ਨੂੰ। ਉਹ ਪਹੀਏ ਜੀ ਦਾ ਜੀ ਮਤਲਬ ਲਾਹੌਰੀ ਲਹਿਜੇ ਤਾਂ ਪੈਸੇ ਹੀ ਹੈ ਨਾ ਜੀ, ਪਹੀਏ ਲਾਓ। ਹਾਂ ਜੀ ਬਿਲਕੁਲ। ਹਾਂ, ਅਜੋ ਉਹ ਪਹੀਏ ਦੇ ਬਗੈਰ ਕੋਈ ਕੰਮ ਨਹੀਂ ਹੁੰਦਾ। ਲੇਕਿਨ ਉਹ ਜਿਹੜੇ ਕਲਰਕ ਬਾਦਸ਼ਾਹ ਹਨ ਨਾ, ਉਹਨਾਂ ਸਾਡੇ ਤੁਹਾਡੇ ਮੁਕਾਬਲੇ 'ਚ ਉਹਨਾਂ ਦੀ ਇੱਕ ਬੜੀ ਜ਼ਬਰਦਸਤ ਸਲਾਹੀਅਤ ਹੁੰਦੀ ਕਿ ਛੋਟੀ ਛੋਟੀ ਬਾਰੀਕੀ ਉਹਨਾਂ ਨੂੰ ਕਾਨੂੰਨ ਦੀ ਪਤਾ ਹੁੰਦੀ ਹੈ। ਜਿਸ ਤਰ੍ਹਾਂ ਪੇਚੀਦਾ ਸਾਡੇ ਕਾਨੂੰਨ ਬਣੇ ਹੋਏ, ਉਹਨਾਂ ਨੂੰ ਪਤਾ ਹੁੰਦਾ ਕੰਮ ਨੂੰ ਰੋਕਣਾ ਕਿਸ ਜਗ੍ਹਾ ਤੇ। ਇਸ ਵੇਲੇ ਕਲਰਕ ਬਾਦਸ਼ਾਹ ਆਖਦੇ ਨੇ ਉਹਨਾਂ ਨੂੰ ਕਿ ਕੋਈ ਇਤਰਾਜ਼ ਲਾ ਕੇ ਤੇ ਫਾਈਲ ਨੂੰ ਰੋਕ ਦੇਣਾ। ਅੱਛਾ, ਉਹ ਉਹਨਾਂ ਦੀ ਸਲਾਹੀਅਤ ਹੁੰਦੀ ਹੈ ਬੜੀ ਬਾਰੀਕੀ ਨਾਲ ਕਾਨੂੰਨ ਨੂੰ ਸਮਝਣ ਦੀ। ਮੈਂ ਤੁਹਾਨੂੰ ਦੋ ਬੜੇ ਦਿਲਚਸਪ ਵਾਕਿਆ ਸੁਣਾ ਸਾਂ। ਮੇਰਾ ਉਹ ਦੋਸਤ ਜਿਹਨੇ ਉਸ ਕੈਂਪ ਜੇਲ੍ਹ ਵਿੱਚ ਇਹ ਕੰਮ ਕੀਤਾ ਹੀ ਬਣ ਕੇ, ਉਹਨੇ ਮੈਨੂੰ ਦੱਸਿਆ, ਹੋ ਸਕੇ ਜੀ ਮੈਂ ਜੇਲ੍ਹ ਵਿੱਚ ਬੰਦ ਹਾਂ, ਆਗਾ ਸਾਹਿਬ ਹਨ ਇੱਕ ਉਹ ਜੇਲ੍ਹ ਦੇ ਵਿੱਚ, ਤੇ ਉਹਨੇ ਆਖਿਆ ਜੀ ਉਹ ਉਸੇ ਹਾਈ कमरे जैसे मैं होंदा हूँ, लेकिन वो सके जी आगा साहब बड़ी आला किस्म दे उन्होंने खद्दर का कपड़ा ते उत्तों बास्केट पाई होंदी आई ते ਜਿਹੜੇ ਲੋਕ ਉਹਨਾਂ ਨੂੰ ਮਿਲਣ ਆਉਂਦੇ ਹਨ ਉਹਨਾਂ ਨੂੰ ਉਹ ਕਾਵਾ ਪੇਸ਼ ਕਰਿੰਦਾ ਹੈ ਬੜਾ ਖੁਸ਼ਬੂਦਾਰ, ਬੜੀ ਉਹਨ ਦੋ ਮੁਸ਼ਕਤੀ ਵੀ ਮਿਲੇ ਹੋਏ ਹਨ, ਹਾਲਾਂਕਿ ਉਹਦੀ ਇੱਕ ਕਲਾਸ ਕੋਈ ਨਹੀਂ ਆਈ ਤੇ ਬੜਾ ਦਬਦਬਾ ਆਗਾ ਸਾਹਿਬ ਦਾ ਤੇ ਬਹਿ ਜਾ। ਤੇ ਮੈਂ ਆਖਿਆ ਯਾਰ ਉਹ, ਤੇ ਨਾਲ ਜਿਹੜੀ ਦਿਲਚਸਪ ਗੱਲ ਕੀਤੀ ਮੈਂ ਜਿਸ ਤੇ ਹੈਰਾਨ ਰਹਿ ਗਿਆ, ਉਹ ਸਾਕਿਓ ਹਰ ਸਾਲ हर महीने जेल तो 10,000 रुपए अपने घर भेजना होगा। ये 1980s की गल। मैं उन्होंने आखे यार आगा साहब केड़े काम करेंदा, उस आख्या आगा साहब इतना माहिर आई कानून दा, जेल दे कानून आया तो उन्हें पढ़ लिया जिवें एजी ऑफिस दे होंदे, एजी ऑफिस तो फ्रॉड दे इल्जाम है या कोई उन्हें कीता वो अंदर हो गया। जिस वेले अंदर हो गया, अंदर आके उस आख्या कि उन्होंने इतने कानूनी ज़ाब्ते पता बारीक कि वो कैदी को पुछता होंगे केस, उस तो बाद उन्होंने केस बना के देंगे है, कहीं 6 महीने कैद माफ हो गई, किसी की साल माफ हो गई, लोग छुट के चले तो उन्होंने पैसे दे देंगे। वो जेल अंदर बह के उन्होंने काम करेंगे, वो पैसे घर भी जाता है, बल्कि हो सके जेल के डिप्टी सुपरीडेंट भी वो आते हैं ड्राफ्ट कराने वास्ते कोई चीज़। अच्छा, ये उन्होंने लोगों की महारत है क्लर्कों की। तो उन्होंने एक जो क्लर्क है ना, वो बड़ा जबरदस्त क्लर्क है। हम तुम वेख लो, अस आम तौर पर आते हैं डाडे ते हिने का अस मुकाबला करने, अस उन्होंने अंदर जेड़े जेड़े तरीके जेड़े गुण जेड़ी ताकतों तो कम लैके वो लड़ाई लड़ते हैं, उनका अस हिसाब ही नहीं करेंगे। तो उत्ते लोगों की जेड़ी जहालत है ते बेताकती है, जिन्होंने आते ना सॉफ्ट बिली ऑफ द बीस्ट, वो सानू पता नहीं। जिथे हमला करके तुसा अपना काम करना होंगे है। बड़ा उसने बड़ा दिलचस्प काम किया। उस बाद असा चल सन उन्हें ये किया, उन्होंने पता है कि जिस वेले कोई नवा ऑर्डिनेंस इशू होता है या कानून बनता है, नवा इदारा कायम होता है, उसका पूरा प्रोसीजर की है शुरू तो आखिर तक, कागज किवें बनना। उन्हें वो कागज तैयार करके जाली तौर पर एक बिल पास करवाया तो मुल्तान डेवलपमेंट अथॉरिटी कायम कर दी। उस तो बाद उन्हें पता है कि सरकारी महकमे नूं जिहड़ा कोई नवा इदारा बड़े, वो महकमा खजाना तो ट्रेजरी तो पैसे आमदे किहड़े तरीके नाल। उन्हें उस तो बाद मुल्तान डेवलपमेंट अथॉरिटी नूं पैसे जारी करवाए, दफ्तर खोलिया, खातून स्टैनोटाइपिस्ट रखियां,
बड़ा मोटा कारपेट विछाया एयर कंडीशनर ये वो तो मुल्तान दे MPA MNA ਉਹਦੇ ਕੋਲ ਵੈਨ ਹੁੰਦੇ ਨੇ ਕਿ ਯਾਰ ਮੁਲਤਾਨ ਦੇ अथॉरिटी बन गई है कोई बजट बड़ा बजट है उन्होंने ये नहीं पता कि कौन एक अथॉरिटी कायम कैसे हुई है हालांकि वो सियासी बंदे ਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਬਈ ਕਾਨੂੰਨ ਕਿੱਥੇ ਬਣਿਆ ਕਿਵੇਂ ਬਣਿਆ ਉਹ ਮੁਲਤਾਨ ਡਿਵੈਲਪਮੈਂਟ ਅਥਾਰਟੀ ਵਾਸਤੇ ਉਸ ਕੋਲ ਕੰਮ ਕਰਾਉਣ ਵਾਸਤੇ ਬੰਦੇ ਆ ਉਹ ਜਿਹੜਾ ਹੈ ਉੱਥੋਂ ਦਾ ਆਪਣੀ ਦਾਖ ਵੀ ਬਣਾਈ ਹੁੰਦੀ ਹੈ ਦਫ਼ਤਰ ਵੀ ਬਣਾਏ ਹੋਏ ਪੈਸੇ ਸਾਰੇ ਖਾਂਦਾ ਫਿਰ ਉਹਦਾ ਤੇ ਬੜਾ ਕਾਮਯਾਬ ਹੈ ਉਸ ਤੋਂ ਬਾਅਦ ਉਹਨੇ ਆਖਿਆ ਕਿ ਇਸ ਕੰਮ ਨੂੰ ਫੈਲਾਉਣਾ ਚਾਹੀਦਾ ਉਹਨੇ ਵਕਤ ਬਹਾਵਲਪੁਰ ਡਿਵੈਲਪਮੈਂਟ ਅਥਾਰਟੀ ਕਾਇਮ ਕੀਤੀ ਉਸੇ ਤਰੀਕੇ ਨਾਲ ਜੇ ਉਸ ਦੌਰਾਨ ਸ਼ੱਕ ਪੈ ਗਿਆ ਕੁਝ FIA ਵਾਲਿਆਂ ਨੂੰ ਜਾਂ ਕਿਸੇ ਨੂੰ ਕਿ ਯਾਰ ਇਹ ਕੋਈ ਗੜਬੜ खैर हम बहावलपुर डेवलपमेंट अथॉरिटी वास्ते फंड जारी करवाए उत्ते दफ्तर बना के काम करना शुरू कर ते वो हुण उहदे कोल गलती ये हुई कोई उतावला हो गया उन्हें एक जड़ा है वो ऑर्डर जारी करवा के कुछ पैसे कटवा ले उन्होंने लालच 2.5 करोड़ वास्ते थोड़े दिनों बाद शायद हफ्ते के अंदर भेजने दूआ चेक वास्ते वो जारी करता 2.5 करोड़ का वो पुलिस वाले ने फौरन तहकीक की वो पता चलिया कि जी इधर जाली बने हुए कोई ऑर्डर वगैरह जारी नहीं होया उन्होंने पकड़ के पुलिस स्टेशन ले गए वो जिवें थानेदार का तरीका होंदा उन्होंने डरावन धमकावन की कोशिश की दबका शबका उन्होंने कहा मैंने दबका शबका कोई ना लाना मेरे उत्ते 420 का केस है मैंने डरन की कोई लोड़ नहीं मैं तुहानू हर गल दस देसां तुसां मेरे को तफ्तीश ही करनी है ना मैं क्या कीता मैं तुहानू हर गल दस देसां मेरे नाल कोई लड़ा लड़न की जरूरत कोई नहीं उस तो बाद वो खैर पकड़िया गया तो जो दिलचस्प वाकया है जो मैं सुनिया ਉਹਦੇ ਉੱਤੇ ਬੜੇ ਕੇਸ ਬਣ ਗਏ ਉਹ ਜੇਲ੍ਹ 'ਚ ਆ ਗਿਆ ਤੇ ਉਹਦੇ ਵਾਸਤੇ ਖਾਸ ਤੌਰ ਤੇ ਹਾਈ ਕੋਰਟ ਤੋਂ ਆਰਡਰ ਆਇਆ ਕਿ ਇਹਦਾ ਜੋ ਵੀ ਜ਼ਮਾਨਤਨਾਮਾ ਹੋਵੇਗਾ ਉਹਦੇ ਤਰੀਕ ਕੇਸ ਹਨ ਉਹ ਤੋਂ ਜ਼ਾਤੀ ਤੌਰ ਤੇ ਫੋਨ ਕਰਕੇ ਤਹਿਕੀਕ ਕਰਨੀ ਹੈ ਹਾਈ ਕੋਰਟ ਤੋਂ ਕਿ ਇਹਦੀ ਜ਼ਮਾਨਤ ਹੋਈ ਜਾਂ ਨਹੀਂ ਹੋਈ ਕਿਉਂਕਿ ਜ਼ਮਾਨਤਨਾਮੇ ਵੀ ਜਾਲੀ ਜਾਰੀ ਕਰ ਸਕਦਾ ਇਸ ਕੰਮ ਵਿੱਚ ਮਾਹਿਰ है उस तरीके का पता उससे कितने मुकदमे आन ਉਹਦੇ ਕਾਨੂੰਨੀ ਤਰੀਕੇ ਨਾਲ ਆਪਣੀ ਜ਼ਮਾਨਤ ਕਰਵਾਈ ਉਹਨਾਂ ਨੇ ਤਸਦੀਕ ਕੀਤੀ ਤੇ ਉਸ ਤੋਂ ਬਾਅਦ ਜਦੋਂ ਤਸਦੀਕ ਹੋ ਗਈ ਬਈ ਇਹ ਜ਼ਮਾਨਤਨਾਮਾ ਜਿਹੜਾ ਹੈ ਜਾਲੀ ਨਹੀਂ ਅਸਲੀ ਹੈ ਤੇ ਉਹਨਾਂ ਨੇ ਉਹ ਕਬੂਲ ਹਾਲੀ ਉਹਦਾ ਕੁਝ ਮੁਕਦਮੇ ਰਹਿੰਦੇ ਹਨ ਹੁਣ ਉਹਨੇ ਖੇਡ ਨੂੰ ਤਬਦੀਲ ਕੀਤਾ मैं ਤੁਹਾਨੂੰ ਜਿਹੜਾ ਵਕਫਾ ਖਤਮ ਉਸੇ ਵਕਤ ਤਫਸੀਲ ਦੱਸਾਂ ਕਿ ਮੈਂ ਮਹਿੰਦਾ ਕਿਸ ਪਾਸੇ ਪਿਆ ਤਰਜੀਹ ਅਕੇਲੇ ਕਿ ਮੈਂ ਤੁਹਾਡੇ ਕੋਲ ਸੁਣਨਾ ਉਹਨੇ ਇਹ ਕੀਤਾ ਉਹਦੀ ਤਫਤੀਸ਼ ਹੁੰਦੀ ਪਈ ਆਈ 4 ਅਹਿਲਕਾਰ FIA ਦੇ ਆਏ ਜੇਲ੍ਹ ਵਿੱਚ ਉਹਨਾਂ ਆਖਿਆ ਜੀ FIA ਨੇ ਇਸ ਮੁਲਜ਼ਮ ਦੀ ਸਪੁਰਦਗੀ ਮੰਗੀ ਹੈ ਮਜ਼ੀਦ ਤਹਿਕੀਕਾਤ ਕਰਨ ਵਾਸਤੇ ਇਹਨੂੰ ਸਾਡੇ ਹਵਾਲੇ ਕੀਤਾ ਮੰਗੇ जेल आने FIA के लोगों के हवाले कर दिता ਉਹਨੂੰ ਲੈ ਕੇ ਚਲੇ ਗਏ ਬਾਅਦ ਪਤਾ ਚੱਲੇ ਉਹ ਬੰਦੇ ਜਾਲੀ ਹਨ FIA ਵਾਲੇ ਹੁਣ ਜ਼ਮਾਨਤਨਾਮੇ ਉਹਨਾਂ ਨੂੰ ਪਤਾ ਹੈ ਕਿ ਸਭ ਦੀ ਤਵੱਜੋ ਜ਼ਮਾਨਤਨਾਮੇ ਦੇ ਉੱਤੇ ਜ਼ਮਾਨਤਨਾਮੇ ਨੂੰ ਠੀਕ ਜਮ੍ਹਾਂ ਕਰਵਾਏ ਉਹ FIA ਵਾਲੇ ਬੰਦੇ ਕੌਣ ਹਨ ਉਹ ਜਾਲੀ ਹਨ ਜਾਂ ਅਸਲੀ ਹਨ ਕਾਗਜ਼ਾਤ ਜਾਲੀ ਲੈ ਕੇ ਹਨ ਜਾਂ ਅਸਲੀ ਹਨ ਉਹਦੇ ਕੋਈ ਅਹਿਕਾਮਾਤ ਨਾ ਮਿਲੇ ਉਹਨਾਂ ਨੇ ਪੁੱਛਣ ਦੀ ਜ਼ਹਿਮਤ ਨਹੀਂ ਕੀਤੀ ਉਹ ਆਰਾਮ ਨਾਲ ਬਾਹਰ ਚਲੇ ਇਹ ਹੁਣ ਕਹਾਣੀ ਦੱਸਣ ਦਾ ਮਤਲਬ ਇਹ ਹੈ ਕਿ ਲੋਕਾਂ ਨੇ ਇਸ ਨਿਜ਼ਾਮ ਵਿੱਚ ਕਾਨੂੰਨੀ ਤੌਰ ਤੇ ਰੋਕਣਾ ਤੇ ਗੈਰ ਕਾਨੂੰਨੀ ਤੌਰ ਤੇ ਲੋਕਾਂ ਦੇ ਕੰਮ ਕਰਨਾ ਜਾਂ ਲੋਕਾਂ ਦਾ ਜਿਹੜੇ ਕੰਮ ਦੀ ਕਾਨੂੰਨੀ ਤੌਰ ਤੇ ਮਨਾਹੀ ਹੋਵੇ ਗੈਰ ਕਾਨੂੰਨੀ ਤੌਰ ਤੇ ਉਹਦਾ ਰਸਤਾ ਕੱਢਣਾ ਇਹ ਦੋਵੇਂ ਨਾਲ ਨਾਲ ਚੱਲਦੇ ਪਏ ਅੱਛਾ ਇਸ ਦੀ ਬੇਸ਼ੁਮਾਰ ਮਿਸਾਲਾਂ ਹੋ ਰਹੀਆਂ ਜਿਵੇਂ ਕਰਾਚੀ ਦੀ ਇਸ ਵੇਲੇ ਕੋਈ 2 ਕਰੋੜ ਆਬਾਦੀ ਹੈ ਉਹਦੀ 1 ਕਰੋੜ ਆਬਾਦੀ ਕੱਚੀ ਆਬਾਦੀ ਨਜ਼ਰ ਆਉਂਦੀ 50% ਕਰਾਚੀ ਦੀ ਉਹ ਸਾਰੀ ਜ਼ਮੀਨ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕੀਤੀ ਹੋਈ ਹੈ ਲੈਂਡ ਗ੍ਰੈਬਰਸ ਨੇ ਉਹ ਲਈ ਅੱਛਾ ਸਰਕਾਰ ਨੇ ਭੁੱਟੋ ਸਾਹਿਬ ਦੇ ਜ਼ਮਾਨੇ 'ਚ ਉਹ ਲੋਕਾਂ ਨੂੰ ਘਰ ਦੇਵਣ ਦਾ दस्तूरी तौर पर मानवी मिल गई बाद हुकूमत ने कानून बनाए लेकिन जेडे ब्यूरोक्रेट आके बैठे उन्होंने कानून के मुताबिक जो उन्होंने हक मिलने भी आई जी कानून बन गया सब तो वड्डी उन्होंने टप ली जी अटक आई कि कानून पहले तो मनता नहीं ना
इस वास्ते लोग आते हैं तो कब्जा ग्रुप ने जमीन दे दी, उन्होंने कोई पैसे वसूल कर लै, उस तो बाद सरकारी दफ्तर उन्होंने माल खवाया, जो क्लर्क बैठे हैं तो अफसर तक चले गए, तो कानून मना है, लेकिन आबादी बन गई है, गैर कानूनी तौर पर उन्होंने हक मिल गए। लेकिन जिस वे कानूनी हक मिल गए, वध के काम रोक के बैठे रहे, उन्होंने घर नहीं दिते। लेकिन कोई 1 करोड़ बंदा है जिन्होंने घर मिले कानून नूं तोड़ के, गैर कानूनी तरीके नाल। एक चीज कानून ने मना की, दूजे पासे वो कानून बनावन वाले ने या कानून ते अमल दरामद करने वाले इंतजामी लोग उन्होंने हक दे दिता पैसे लैके। हुण साडी सादा तशरीह उहदे बारे च है जी, रिश्वत है जी, जिस दे उत्ते साडे वजीर आजम भी बड़े परेशान हैं और रिश्वत खत्म करने वास्ते आए हैं, जिहड़ी उन्होंने आख्या मैं 3 महीने खत्म कर देसा। वो होंदा क्या पिया, ये रिश्वत का मसला है, सिर्फ लोग जिहड़े हैं उन्हें खौफ खुदा नहीं रहा, वो मसला है। अखलाक खत्म हो गए लोगों के, कानून ठीक काम नहीं करना पिया, जिन्हों हल करने वास्ते गवर्नेंस के प्रोजेक्ट बनाए रखते हैं साढ़े बेशुमार कर्जे देने वाले या इमदाद देने वाले लोग। होंदा क्या पिया असल में, ये सारी कार्रवाई जिहड़ी है, एक हाथ तो जिहड़ा तुसां नहीं देना, दूए हाथ तो दे देना। एक तरीके नाल नहीं देनी शै, दूए तरीके नाल दे देनी। ते जिहड़ा हीना बंदा भी है, जिहड़ा एक तरीके नाल नहीं लै सकदा, वो दूए तरीके नाल लै लैंदा है। ये हुण 5 मिनट बाद असां करनी है ब्रेक 10 मिनट की, उस दौरान तुसां सोचना है कि इसका अगर असां खुलासा करना चाहिए, इस वरतों नूं, इस तरीके नूं असां के अकसां है। ये रिश्वत है, ये गैर अखलाकी काम है, गवर्नेंस का निज़ाम त्रुट गया है, वो काम नहीं करेंदा पिया, तो पूरा मुल्क चलता किवें पिया इस निज़ाम के जरिए। इस निज़ाम में रोला के है कि ये लोगों के काम ही निकलते पे, भावें जेड़े तरीके नाल निकलते पे, पैसा दे के या रिश्वत या बख्फियत कट के, काम तो लोगों के होंदे पे। तो निज़ाम जड़ा है उन्हें काम की मनाही भी की हुई है, वो दोवें नाल नाल कायम है। वाती असां आखने कि धरोह का निज़ाम कायम है, धरोह का निज़ाम खत्म नहीं होया। इस धरोह के निज़ाम विच बुनियादी असूल जिहड़ा है वो किहड़ा काम करेंदा पिया, उन्होंने भनण का क्या तरीका है। जे तक वो समझ ना आवे तो वो लोग जिहड़े इस निज़ाम नूं परतावना चाहते हैं, इसदी जगह ते नवा निज़ाम बनावना चाहते हैं, वो जे तक सिरा वो तंद उन्हां दे हथ ना आवे तो उन्होंने ओदी शक्ल जिहड़ी हुण है कि जिहड़ा बंदा जायज़ काम ही करेंदा है, उन्होंने नाजायज़ तरीके नाल करेंदा या नाजायज़ समझ के करेंदा, उसनूं जायज़ समझ के करन या जायज़ तरीके नाल करन दा होर किहड़ा रस्ता है कि एक पासे निज़ाम ने वो तुहाडा हक मन्निया होया है, दूए पासे वो तुहानूं हक देंदे नहीं पे, ते ओनूं कोई करप्शन समझांदा है, आदे जी उन्होंने खत्म होनी चाहिए। लेकिन वो जेडे करप्शन खत्म करने वाले आते हैं, चाहे फौजी होंगे जो सिविल हुक्मरान, वो भी इहो काम करेंगे आवन तो बाद, सब गल्लां दे बावजूद। इसका मतलब है कोई ऐसी तंद है दी तकड़ी जिस तू असां जान छुड़ा नहीं सकते, वो तंद है केड़ी, ये पिछू असूल केड़ा काम करेंदा पिया, उन्होंने समझण दी लोड़। ये तुसां गौर करना, मैं जिसले साडा वक्फे के बाद वापस आओ सब मैं तुम समझाने की कोशिश करी। जी हाँ, सुमेरा का कोई आया सवाल। सुमेरा ने पूछा जी कोई किताब है? किताब जी, मैं किताब है तुहाडी जिंदगी, तुहाडा तजर्बा, किताब मैं इसते कोई नहीं दसनी। ये साडी पूरी जिंदगी एक खुली किताब है। रोज साडा वास्ता पौंदा पुलिस वाले नाल भी, चलान होंदा हर चौक ते, साडा मसला पौंदा टैक्स के मसले ते भी कि टैक्स जमा कराने हैं,
असा दाखला लाउणा, असा शनाख्ती कार्ड बनावना, साडा रोज दिहाड़ी नाल मसला पाउंदा है। किसी किताब ये नहीं लिखी होया कि क्या होंदा पे। मैं भी कोई किताब नहीं लिखी। मैं सब तो पहली किताब यह है कि वो इनू समझना कि होंदा क्या पे। इनू जरा ਇਹਦੀ ਪੜਚੋਲ ਕਰਨ ਦੀ ਕੋਸ਼ਿਸ਼ ਕਰੋ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਿਤਾਬ ਹੈ ਤੁਸੀਂ ਆਸਾਨ ਇਹਦਾ ਹੱਲ ਕਰ ਦਿਓ, ਇਹ ਕੰਮ ਆਸਾਨ ਕੋਈ ਨਹੀਂ। ਕਿਉਂਕਿ ਅਗਰ ਕਿਤਾਬਾਂ 'ਚ ਲਿਖਿਆ ਹੋਇਆ ਹੋਵੇ ਤੇ ਬਾਅਦ ਹਰ ਕੰਮ ਠੀਕ ਹੋ ਗਿਆ ਹੋਵੇ, ਜੋ ਚੀਜ਼ਾਂ ਕਿਤਾਬਾਂ 'ਚ ਲਿਖੀਆਂ ਹੋਈਆਂ। ਕਿਤਾਬਾਂ ਅਸਾਂ ਬੜੀ ਪੜ੍ਹੀਆਂ। ਉਹ ਇੱਕ ਫ੍ਰੈਂਚ ਸ਼ਾਇਰ ਦੇ ਬਾਰੇ 'ਚ ਹੈ ਮਸ਼ਹੂਰ, ਮੇਰੇ ਖਿਆਲ ਲਾਰਕਾ ਉਹਦਾ ਨਾਂ ਆਈ, ਮੈਂ ਇਸ ਤੇ ਗੱਲ ਖਤਮ ਕਰੇ ਸਾਂ। ਉਹਨੇ ਇੱਕ ਬੜੀ ਸੋਹਣੀ ਗੱਲ ਕੀਤੀ ਆਈ, अगर मैं वो लाइन ठीक याद है जो अंग्रेजी तर्जमा आई, उस आख्या आई हैव रेड ऑल द बुक्स बट माई फ्लैश इज स्टिल सैड, कि मैं सारी किताबां पढ़ रही हैं लेकिन मेरी मूंझ मुझारी उन्नी ही है मेरे उत्ते, वो नहीं खत्म होती पई। असल इस मसले तल्लुक किताबां दे नाल नहीं है, इस मसले तल्लुक ये है कि जो कुछ होंदा पिया साडी अखी दे सामने, साडे नक दे तले, असां ओनू किवें परख परचोल करिए, ਉਹਨੂੰ ਸਮਝਣ ਦੀ ਕੋਸ਼ਿਸ਼ ਕਰੀ ਉੱਥੇ ਹੁੰਦਾ ਕੀ ਪਿਆ। ਇਹ ਜੇ ਵਾਪਸ ਆਸਾਂ ਬਾਤ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ ਕਿ ਮੇਰੀ ਕਿ ਇਹਦੇ ਬਾਰੇ ਚ ਸੂਝ ਜਾਂ ਮੇਰਾ ਕਿ ਇਹਦੇ ਬਾਰੇ ਤਰਜੀਹ ਹੈ, ਉਹ ਮੈਂ ਦੱਸਾਂ ਤੁਹਾਡੇ ਕੋਲ ਹੀ ਸੁਣਸਾਂ। ਹੁਣ ਇੱਥੇ ਖਤਮ ਕਰਨਾ 10 ਮਿੰਟ ਦਾ ਵਕਫਾ। ਕਾਮਰਾਨ ਤੁਸੀਂ ਹੁਣ ਇਹ ਰਿਕਾਰਡਿੰਗ ਬੰਦ ਕਰ ਦੇਣਾ ਤੇ 10 ਮਿੰਟ ਬਾਅਦ ਜਿਹੜੇ ਸ਼ੁਰੂ ਹੋਏ ਦੁਬਾਰਾ ਚਲਾ ਦੇਣਾ। ਸ਼ੁਕਰੀਆ ਬਹੁਤ। मैं जी शुरू करती है रिकॉर्डिंग। अच्छा ठीक है जी, चलो मेरे ख्याल सुमेरा चली गई है, लेकिन असें जरा 1 मिनट होर इंतजार कर लवी है क्योंकि 10 मिनट की आई ब्रेक ते वो वापस आवे तो गल शुरू कर देंगे। मैं बहरहाल हुण जड़ा है, चलो जी हुण टाइम हो गया पूरा तो गल शुरू करिए। हुण जिहड़ी बुनियादी गल है ना, मैं तुहानूं एक छोटा जिहा वाकिया सुणा सा दोबारा, उस तो बाद मैं तुहानूं दस्से सां कि इहदे विच जिवें सुमेरा ने पुछया जी कोई किताब दे दस्सो कि किताबां च किहड़ा लफ्ज़ वरत्या होंदा इस चीज़ वास्ते। पंजाबी असें किहड़ा लफ्ज़ वरतने आं, इहदे थंम किहड़े हैं जिन्हां दे सिर ते खलोता है ये चीज़ जिसनूं अस आखदे पे। उस तो बाद अगों चलसां इसनूं ढाउण वास्ते कोई कोशिशां पाकिस्तान च जिहड़ियां होईयां वखरियां वखरियां ओह केह् हन ते उन्हां दी कामयाबी नाकामी दी केह् वजह है। ਉਹਦਾ ਜ਼ਾਹਿਰ है साडे विचार नाल साडी वरतों रतल सब चीज़ां दे नाल जोड़ है। अनवर अजीज चौधरी साहब दा तुसां नां सुणिया होसी। हाँ जी, बड़े पाकिस्तान दे वड्डे सियासतदानां चों मन्ने होए सियासतदानां दे। वो एक जमाने च मिनिस्टर ऑफ लोकल गवर्नमेंट एंड रूरल डेवलपमेंट। मैं कई ने वाकया सुनाया है उन्होंने बारे, मैं खुद तो नहीं सुनया लेकिन वाकया बजाते खुद वो अहम है वो समझाने वास्ते। चलो जी सुमेरा भी आ गई तो ये बड़ा दिलचस्प वाकया। उस तो बाद मैं तुहानूं दस्से सां कि इहदे वास्ते लिटरेचर एक किहड़ा लफ्ज़ वरत्या होया ना अंग्रेजी में, साडी ज़बान किहड़ा होंदा है, इहदा केह् मतलब कट सकदे। वो आखदे ने एक दिन वो अपने सैक्रटरी कोल गए, वजीर हन, उन्हें आखे यार सुनिया तू अगला इलेक्शन लड़दा पे कौमी असैंबली का। उस आखे नहीं जी सरकार मेरा क्या तल्लुक, मैं क्यों लड़ना। उस आखे नहीं मुबारक होए तुसां, मैनूं पता चले इलेक्शन लड़दे पे। उस आखे जी मैं क्यों लड़ना इलेक्शन, मेरा क्या तल्लुक है। उन्हें आखे जे तू इलेक्शन नहीं लड़ना तो हर बंदा जिहड़ा आंदा है तू ओहदा कम कर देना, तो तू इलेक्शन लड़ना तो उन्हां दे कम करेना। तू कम रुके से हो मेरे को कम करावना उसन तो मैंने वोट दे सन। जे तू सब दे काम कीती वैसे तो मेरे को क्या आना। ये बड़ी अहम गल है इन्हू समझण वास्ते। चाहे इस वाकये का तल्लुक है उन्होंने नाल या नहीं, या इन तरह बयान होया या नहीं होया। इनू अंग्रेजी एक लफ्ज़ इस्तेमाल होंदा है, उन्होंने आखदे पेट्रनेज। पेट्रनेज दी दो चीज शैवां हैं, दो थंम हैं जिन्हां दे उत्ते चलदा है पेट्रनेज दा निज़ाम। एक ये कि तुसां इकट्ठियां कोई हक नहीं देना लोकां नूं, कल्ले कल्ले देना।
क्योंकि ਉਹ ਇਹਨੂੰ ਆਖਦੇ ਜਜਮਾਨੀ ਪੰਜਾਬੀ ਵਿੱਚ। ਜਜਮਾਨੀ ਤਾਂ ਚੱਲਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਕੰਮ ਹੋਏ ਜੇ ਕਾਨੂੰਨ ਨੇ ਦੇ ਦਿੱਤੇ ਤੇ ਸਰਕਾਰੀ ਅਫਸਰਾਂ ਨੇ ਉਹ ਕਰ ਦਿੱਤੇ ਤੇ ਕਈ ਬੰਦੇ ਨੂੰ ਤੁਹਾਡੇ ਕੋਲੋਂ ਕੋਈ ਅਹਿਸਾਨ ਲਵਣ ਦੀ ਲੋੜ ਕੋਈ ਨਹੀਂ। ਇੱਕ ਤਾਂ ਤੁਸੀਂ ਇਕੱਠਿਆਂ ਕੰਮ ਨਹੀਂ ਕਰਨਾ, ਕੱਲਿਆਂ ਕੰਮ ਕਰਨਾ। ਦੂਆ ਜਿਹੜਾ ਕੰਮ ਕਰਨਾ, ਜਿਹੜਾ ਉਹਦਾ ਹੱਕ ਹੈ ਉਹਨੂੰ ਇੰਝ ਦੇਣਾ ਜਿਵੇਂ ਮੈਂ ਅਹਿਸਾਨ ਕਰਦਾ ਪਿਆ। ਚਾਹੇ ਪਾਸਪੋਰਟ ਦੇਣਾ ਹੋਵੇ, ਚਾਹੇ ਪੋਸਟਿੰਗ ਕਰਾਉਣੀ ਹੋਵੇ, ਟ੍ਰਾਂਸਫਰ ਕਰਾਉਣੀ ਹੋਵੇ, ਬਹੁਤ ਸਾਰੀ ਚੀਜ਼ਾਂ ਜਿਹੜਾ ਉਹਦਾ ਹੱਕ ਬਣਦੇ ਨੇ ਉਹਨੂੰ ਹੱਕ ਉਹਨੂੰ ਅਹਿਸਾਨ ਸਮਝਾ ਕੇ ਦੇਣਾ, ਤਾਂ ਕਿ ਉਹ ਇਹ ਸਮਝਣ ਕਿ ਇਸ ਬੰਦੇ ਨੇ ਅਹਿਸਾਨ ਕੀਤਾ ਜੀ, ਮੈਂ ਬੜਾ ਫਸਵਾ ਆ, ਮੇਰਾ ਚੱਕੀ ਥੱਲੇ ਹੱਥ ਹੈ, ਇਹਨੇ ਹੱਥ ਕੱਢ ਲਿਆ, ਇਹ ਜੀ ਬੜਾ ਚੰਗਾ ਬੰਦਾ ਹੈ। ਤੇ ਕੱਲੇ ਕੰਮ ਕਰਨਾ, ਕੇਸ ਬਾਈ ਕੇਸ, ਤੇ ਹੱਕ ਨੂੰ ਅਹਿਸਾਨ ਸਮਝ ਕੇ ਦੇਣਾ। ਇਹ ਜਜਮਾਨੀ ਦਾ ਨਿਜ਼ਾਮ ਜਿਹਦੇ ਉੱਤੇ ਸਾਰਾ ਨਿਜ਼ਾਮ ਕਾਇਮ ਹੈ, ਜਿਹਨੂੰ ਸਾਡੇ ਵਜ਼ੀਰ ਆਜ਼ਮ ਸਾਹਿਬ ਰਿਸ਼ਵਤ ਦਾ ਨਿਜ਼ਾਮ ਸਮਝਾਉਂਦੇ ਨੇ। ਅੱਛਾ, ਇਹ ਸਾਰਾ ਸਿਆਸੀ ਨਿਜ਼ਾਮ ਉਹਨਾਂ ਨੂੰ ਜਿਹੜੇ ਆਏ ਉਹ ਰਿਸ਼ਵਤ ਦੇ ਵੀ ਖਿਲਾਫ ਹਨ, ਇਸ ਨਿਜ਼ਾਮ ਦੇ ਵੀ ਖਿਲਾਫ ਹਨ। ਉਹਨਾਂ ਦੇ ਸਖਤ ਤੋਂ ਤੱਲੇ ਲਾਉਣ ਵਾਸਤੇ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਵਾਂ ਲਫ਼ਜ਼ ਘੜਿਆ, ਜਿਹੜੇ ਉਹਨਾਂ ਦੇ ਪੈਟਰਨ ਹਨ। ਇਹਦੇ ਵਾਸਤੇ ਪੈਟਰਨ ਇਸਤੇਮਾਲ ਹੁੰਦਾ ਅੰਗਰੇਜ਼ੀ, ਜਿਹੜੇ ਉਹਨਾਂ ਦੇ ਪੈਟਰਨ ਹਨ ਵਜ਼ੀਰ ਆਜ਼ਮ ਸਾਹਿਬ ਦੇ। ਉਹਨਾਂ ਆਖਿਆ ਜੀ ਇੱਕ ਨਵੀਂ ਸਾਇੰਸ ਹੈ, ਇਹਨੂੰ ਆਖਦੇ ਹਨ ਸਾਇੰਸ ਆਫ ਇਲੈਕਟੇਬਲਸ। ਇਹ ਇਲੈਕਟੇਬਲ ਅਸਾਂ ਲੋਕ ਤੁਹਾਡੇ ਕੋਲ ਆਉਂਦੇ ਪਏ ਹਨ, ਉਹ ਸਾਰੇ ਲੋਕ ਇਹੋ ਹਨ ਜਿਹੜੇ ਡੇਰਾਦਾਰੀ ਕਰਨ ਵਾਲੇ ਹਨ। ਡੇਰਾਦਾਰੀ ਉਹ ਜਜਮਾਨੀ ਦੀ ਸ਼ਕਲ ਹੈ, ਜਿਹੜੇ ਤੁਸੀਂ ਡੇਰਾ ਲਾ ਕੇ ਬੈਠੇ ਹੁੰਦੇ, ਉਹਦੇ ਹਰ ਬੰਦਾ ਆਪਣਾ ਕੰਮ ਕਰਾਉਣਾ ਹੁੰਦਾ, ਥਾਣਾ ਕਚਹਿਰੀ ਦਫ਼ਤਰ, ਉਹ ਤੁਸੀਂ ਫੋਨ ਕਰਨਾ ਹੁੰਦਾ ਜਾਂ ਚਿੱਠੀ ਲਿਖ ਕੇ ਦੇਣੀ, ਉਹਦੇ ਨਾਲ ਕੰਮ। ਜਜਮਾਨੀ ਸਰ ਤੁਸੀਂ ਕਿਹਾ ਜਜਮਾਨੀ? ਜਜਮਾਨੀ ਦਾ ਨਿਜ਼ਾਮ ਪੈਟਰਨੇਜ ਦਾ, ਇਹ ਉਹ ਨਿਜ਼ਾਮ ਬਣੇ ਹੋਏ। ਹੁਣ ਮਿਸਾਲ ਤੌਰ ਤੇ ਜਿਹੜਾ ਕੌਮੀ ਅਸੈਂਬਲੀ ਦਾ ਬੰਦਾ ਹੈ ਜਾਂ ਸੂਬਾਈ ਅਸੈਂਬਲੀ ਦਾ ਬੰਦਾ ਹੈ, ਉਹਦਾ ਕੰਮ ਤਾਂ ਕਾਨੂੰਨ ਬਣਾਉਣਾ, ਲੇਕਿਨ ਉਹ ਸਮਝਦੇ ਨੇ ਕਿ ਅਗਰ ਮੈਂ ਕਾਨੂੰਨ ਨੂੰ ਕੋਈ ਆਲਾ ਬਣਾ ਲਿਆ ਤਾਂ ਮੈਨੂੰ ਤਾਂ ਲੋਕਾਂ ਨੇ ਵੋਟ ਨਹੀਂ ਦੇਣਾ ਕਾਨੂੰਨ ਦੀ ਬੁਨਿਆਦ। ਮੈਂ ਉਹਨੂੰ ਕੱਲ ਵਾਣੀ ਕਿ ਮੈਂ ਆਪਣੇ ਇਲਾਕੇ ਨਹੀਂ ਰਹਿ ਸਕਦਾ ਜੀ, ਮੈਂ ਫਲਾਣਾ ਕਾਨੂੰਨ ਬਣਵਾ ਲਿਆ। ਇਸ ਵਾਸਤੇ ਤੁਸੀਂ ਵੇਖੋ ਜ਼ਿਆਉਲ ਹਕ ਸਾਹਿਬ ਦੇ ਜ਼ਮਾਨੇ ਤੋਂ ਲੈ ਕੇ, ਬਲਕਿ ਭੁੱਟੋ ਸਾਹਿਬ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ, ਭੁੱਟੋ ਸਾਹਿਬ ਪੀਪਲ ਵਰਕਸ ਪ੍ਰੋਗਰਾਮ ਦੇ ਨਾਂ ਤੇ ਆਪਣੇ ਦਿੰਦੇ ਹਨ ਮੁੰਤਖਬ ਲੋਕਾਂ ਨੂੰ ਫੰਡ। ਹੁਣ ਇਮਰਾਨ ਸਾਹਿਬ ਨੇ ਵੀ ਦੇਣਾ ਸ਼ੁਰੂ ਕੀਤੇ ਨੇ, ਇਸ ਤੋਂ ਪਹਿਲੇ ਵੀ ਲੋਕ ਦਿੰਦੇ ਨੇ, ਕਿਉਂਕਿ ਜਜਮਾਨੀ ਨਿਜ਼ਾਮ ਚੱਲਦਾ ਇਸ ਤਰੀਕੇ ਨਾਲ ਹੈ ਕਿ ਅਗਰ ਉਹ ਇਕੱਠੇ ਵੀ ਕਿਸੇ ਵਾਸਤੇ ਕੰਮ ਕਰਨਾ ਤਾਂ ਤੁਹਾਡੇ ਪੱਲਿਓਂ, ਤੁਹਾਡੇ ਫੰਡ ਤੋਂ ਜਿਹੜਾ ਤੁਹਾਨੂੰ ਹੈ ਨਾ, ਉਹਦੇ ਨਾਲ ਉਹ ਸਕੀਮਾਂ ਬਣਨੀਆਂ ਚਾਹੀਦੀਆਂ ਤਾਂ ਕਿ ਉਸਦੇ ਕੱਲ ਫੱਟੀ ਲਾ ਸਕੋ, ਲੋਕਾਂ ਨੂੰ ਵਿਖਾ ਸਕੋ। ਜਿਸ ਵੇਲੇ ਅਯੂਬ ਖਾਨ ਦੇ ਜ਼ਮਾਨੇ ਵਿੱਚ, ਮੁਸ਼ਰਫ, ਜ਼ਿਆਉਲ ਹਕ ਮੁਸ਼ਰਫ ਦੇ ਜ਼ਮਾਨੇ ਵਿੱਚ ਇਹਨਾਂ ਨੇ ਸਿਆਸਤਦਾਨਾਂ ਦਾ ਤੋੜ ਕਰਨ ਵਾਸਤੇ ਲੋਕਲ ਗਵਰਨਮੈਂਟ ਦੇ ਇੰਤਖਾਬ ਕਰਵਾਏ ਤੇ ਉਹਨਾਂ ਨੂੰ ਫੰਡ ਦਿੱਤੇ, ਤੇ ਇਹਦੇ ਉੱਤੇ ਸਿਆਸਤਦਾਨਾਂ ਨੇ ਬੜਾ ਰੌਲਾ ਪਾਇਆ। ਹਾਲਾਂਕਿ ਇਹਨਾਂ ਦਾ ਕੰਮ ਕਾਨੂੰਨ ਸਾਜ਼ੀ ਹੈ, ਇਹਨਾਂ ਦਾ ਕੰਮ ਡਿਵੈਲਪਮੈਂਟ ਕਰਨਾ ਕੋਈ ਨਹੀਂ, ਸਿਆਸਤਦਾਨਾਂ ਦਾ ਹੈ ਨਹੀਂ ਕੰਮ, ਇਹ ਇੰਤਜ਼ਾਮੀਆ ਦਾ ਕੰਮ। ਉਹਨਾਂ ਆਖਿਆ ਜੀ ਇਹ ਲੋਕਲ ਗਵਰਨਮੈਂਟ ਦੇ ਕਾਉਂਸਲਰਾਂ ਨੇ ਜਾਂ ਨਾਜ਼ਮਾਂ ਨੇ ਕਰਵਾਉਣੇ ਸ਼ੁਰੂ ਕਰਤੇ, ਸਾਡੀ ਛੁੱਟੀ ਹੋ ਗਈ ਸੀ। ਇਸ ਤੋਂ ਸਭ ਤੋਂ ਵੱਡੀ ਫੌਜੀਆਂ ਦੇ ਨਾਲ ਜਾਂ ਲੋਕਲ ਗਵਰਨਮੈਂਟ ਨਾਲ ਲੜਾਈ ਸਿਆਸਤਦਾਨਾਂ ਦੀ ਇਹ ਰਹੀ ਹੈ ਕਿ ਸਾਨੂੰ ਫੰਡ ਮਿਲਣਾ ਮੁੱਕ ਗਏ ਸਨ, ਜਿਹਦੇ ਜ਼ਰੀਏ ਸਾਡੀ ਪੈਟਰਨੇਜ ਕਾਇਮ ਰਹੇ, ਸਾਡੀ ਜਜਮਾਨੀ ਲੋਕਾਂ ਦੀ। ਅਸੀਂ ਛੋਟੇ ਮੋਟੇ ਕੰਮ, ਕੋਈ ਟੈਲੀਫੋਨ ਐਕਸਚੇਂਜ ਲੱਗ ਗਈ ਹੈ, ਕਿ ਸੜਕ ਬਣ ਗਈ ਹੈ, ਪੁਲ ਬਣ ਗਿਆ, ਸਕੂਲ ਬਣ ਗਏ, ਉਹ ਕਰੀਏ। ਉਹ ਉਹਨਾਂ ਨੂੰ ਆਪਣੇ ਆਪ ਨਹੀਂ ਹੋਣੇ ਚਾਹੀਦੇ। ਇਹ ਹੈ ਬੁਨਿਆਦੀ ਜਜਮਾਨੀ ਦਾ ਨਿਜ਼ਾਮ। ਹੁਣ ਇਸ ਜਜਮਾਨੀ ਦੇ ਨਿਜ਼ਾਮ ਵਿੱਚ ਕਈ ਲੋਕਾਂ ਨੂੰ ਤਾਂ ਮਿਲ ਪੈਂਦਾ, ਕਿਸੇ ਰਿਸ਼ਤੇਦਾਰੀ ਨਿਕਲ ਆਈ, ਉਹ ਰਿਸ਼ਤੇਦਾਰੀ ਵਿੱਚ ਜਾਂ ਦੋਸਤੀ ਵਿੱਚ ਤਾਂ ਕੰਮ ਹੁੰਦੇ ਨੇ, ਲੋਕਾਂ ਨੇ ਵਟਾਂਦਰਾ ਕੀਤਾ ਹੁੰਦਾ ਇੱਕ ਦੂਜੇ ਦੇ ਅਹਿਸਾਨ ਦਾ, ਕਿ ਯਾਰ ਉਹਨੇ ਮੇਰਾ ਇਹ ਕੰਮ ਕੀਤਾ ਹੈ, ਮੇਰਾ ਇੱਕ ਉਹਦੇ ਨਾਲ ਖਾਤਾ ਬਣਿਆ ਹੋਇਆ ਹੈ, ਭਾਵੇਂ ਰਿਸ਼ਤੇਦਾਰੀ ਹੈ, ਦੋਸਤੀ ਹੈ, ਤੇ ਮੇਰੇ ਉੱਤੇ ਲਾਜ਼ਮੀ ਹੈ ਕਿ ਉਹ ਕੋਈ ਕੰਮ ਗਲੇ ਸੀ ਤੇ ਮੈਂ ਕੰਮ ਕਰੇ ਸਾਂ। ਇਹ ਜਿਹੜਾ ਹੈ ਉਹਦੀ ਬੁਨਿਆਦ ਤੇ ਚੱਲਦਾ ਹੈ, ਜਿਹੜਾ ਕਿ ਸਭ ਦਾ ਸਾਂਝੇ ਮਫਾਦ ਦੀ ਚੀਜ਼ਾਂ ਹਨ, ਉਹਨਾਂ ਤੋਂ ਆਪਣਾ ਜ਼ਾਤੀ ਫਾਇਦੇ ਹਾਸਲ ਕਰਨ ਦਾ ਜ਼ਰੀਆ ਬਣਾ ਲਿਆ। ਇਹ ਗੱਲ ਹੈ। ਅੱਛਾ, ਹੁਣ ਉਹਦੇ ਖਿਲਾਫ ਜੇ ਤੁਸੀਂ ਵਕਫੀਅਤ ਕੱਢੇ ਸੋ, ਜਿਹਨੂੰ ਸਾਡੇ ਪੰਜਾਬੀ ਜਿਹਦੇ ਦਾਖਾਨਾ ਮਿਲਾਉਣਾ, ਕਿ ਤੁਸੀਂ ਕੋਈ ਕੰਮ ਕਰਾਉਣਾ ਹੈ, ਤੁਸੀਂ ਆਖੋ ਜੀ ਆਹ ਬੰਦਾ ਕਿਹੜੇ ਇਲਾਕੇ ਦਾ ਰਹਿਣ ਵਾਲਾ ਹੈ, ਇਹਦੇ ਰਿਸ਼ਤੇਦਾਰ ਕਿਹੜੇ ਨੇ, ਇਹਦੇ ਬੇਲੀ ਕਿਹੜੇ ਨੇ, ਮੇਰੇ ਰਿਸ਼ਤੇਦਾਰ ਜਾਂ ਬੇਲੀ ਨੂੰ ਕਿਹੜਾ ਉਹਨਾਂ ਨੂੰ ਜਾਣਦਾ ਹੈ, ਉੱਥੇ ਮੰਨ ਕੇ ਉਹ ਤਲੁਕ ਲੱਭਣਾ ਕੰਮ ਕਰਾਉਣਾ। ਜਿਵੇਂ ਕਾਮਰਾਨ ਨੇ ਪਾਸਪੋਰਟ
ਬਣਾਉਣ ਵਾਸਤੇ ਕੰਮ ਕੀਤਾ। ਦੂਆ ਤਰੀਕਾ ਕਿਸੇ ਦੇ ਪੈਸੇ ਦੇ ਦੇਣਾ, ਉਹ 100 ਰੁਪਏ ਦੇ ਨੋਟ ਜਿਹੜੀ ਮੈਂ ਕਹਾਣੀ ਸੁਣਾਈ ਹੈ। ਤੀਆ ਤਰੀਕਾ ਹੈ ਕਿ ਉਹ ਜਾਲਸਾਜ਼ੀ ਕਰਨਾ, ਜਿਵੇਂ ਮੈਂ ਤੁਹਾਨੂੰ ਵਾਕਿਆਤ ਸੁਣਾਇਆ ਕਿ ਲੋਕਾਂ ਨੇ ਇਸ ਜਜਮਾਨੀ ਨਿਜ਼ਾਮ ਵਿੱਚ ਕੰਮ ਕਢਾਉਣ ਦੇ ਤਰੀਕੇ, ਜਾਂ ਡਾਖਾਨਾ ਮਿਲਾਓ, ਜਾਂ ਮੁੱਠੀ ਗਰਮ ਕਰੋ, ਜਾਂ ਜਾਲਸਾਜ਼ੀ ਕਰੋ, ਜਾਂ ਡਾਕਾ ਮਾਰੋ। ਹੁਣ ਮੇਰਾ ਅਗਲਾ ਸਵਾਲ ਹੈ, ਹੁਣ ਦੀ ਨਸ਼ਿਸਤ ਵਿੱਚ ਜੇ ਸਾਨੂੰ ਸਮਝ ਆ ਗਈ ਹੈ, ਇਸ ਦੇ ਵਿੱਚ ਸਾਨੂੰ ਇਹ ਪਤਾ ਕਿ ਜਜਮਾਨੀ ਨਿਜ਼ਾਮ ਵਿੱਚ ਤਰੀਕੇ ਨਾਲ ਕੰਮ ਕਿਵੇਂ ਹੁੰਦਾ ਹੈ, ਲੇਕਿਨ ਉਹ ਅਸਾਂ ਕੱਲੇ ਕੱਲੇ ਜਜਮਾਨੀ ਨਿਜ਼ਾਮ ਨੂੰ ਖਤਮ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਆਖੋ ਜੀ ਕੱਲੇ ਕੱਲੇ ਮੈਂ ਕੰਮ ਨਹੀਂ ਕਰਾਉਣਾ, ਜੋ ਕੰਮ ਕਰਾਉਣਾ ਤੇ ਐਸਾ ਤਰੀਕਾ ਕੱਢਣਾ ਕਿ ਰਲ ਕੇ ਸਭ ਵਾਸਤੇ ਹੋਵੇ। ਉਹ ਜਜਮਾਨੀ ਤੋਂ ਨਿਕਲਣ ਦਾ ਤਰੀਕਾ ਹੈ ਜਿਹੜਾ ਹੈ ਫਰਮ ਪੈਟਰਨੇਜ ਟੂ ਪਾਰਟਿਸਿਪੇਸ਼ਨ, ਕਿ ਜਿਹੜਾ ਇਹਦਾ ਤੋੜ ਹੈ ਜਜਮਾਨੀ ਨਿਜ਼ਾਮ ਨੂੰ ਬੰਨਣ ਦਾ। ਹੁਣ ਤੱਕ ਜਿਹੜੀ ਮੈਂ ਸ਼ਕਲਾਂ ਤੁਹਾਨੂੰ ਦੱਸੀਆਂ ਨਾ ਕਿ ਵਕਫੀਅਤ ਦੇ ਨਾਲ ਕੰਮ ਕਰਾ ਲੈਣਾ, ਪੈਸੇ ਨਾਲ ਕੰਮ ਕਰਾ ਲੈਣਾ, ਫਰਾਡ ਨਾਲ ਕੰਮ ਕਰਾ ਲੈਣਾ, ਕਬਜ਼ਾ ਕਰਕੇ ਜ਼ਮੀਨ ਉਹ ਪੈਸੇ ਦੇ ਕੇ ਕੰਮ ਕਰਾ ਲੈਣਾ, ਇਹ ਤੋੜ ਹੈ ਜਜਮਾਨੀ ਨਿਜ਼ਾਮ ਦਾ। ਮਤਲਬ ਕਾਨੂੰਨੀ ਤੌਰ ਤੇ ਜਿਹੜੇ ਹੱਕ ਉਹ ਨਫੀ ਕੀਤੇ ਗਏ, ਉਹ ਹੱਕ ਲਾਉਣ ਦਾ। ਲੇਕਿਨ ਇਹ ਜਜਮਾਨੀ ਨਿਜ਼ਾਮ ਦੇ ਅੰਦਰ ਰਹਿੰਦੇ ਹੋਏ ਕੰਮ ਕਰਾਉਣ ਦਾ ਤਰੀਕਾ। ਜਿਹੜਾ ਵਡੇਰਾ ਹੈ, ਜਿਹੜਾ ਡੇਰੇਦਾਰ ਹੈ, ਉਹਨੂੰ ਕਈ ਤਰੀਕੇ ਨਾਲ ਖੁਸ਼ ਕਰਕੇ ਜਾਂ ਪੈਸੇ ਚਲੇ ਵੰਜਣ ਉਹਦੇ ਕੋਲ, ਜਾਂ ਸਿਫਾਰਿਸ਼ ਹੋ ਵੰਜੇ, ਜਾਂ ਕੋਈ ਹੋਰ ਕੰਮ ਹੋ ਜਾਏ, ਲੇਕਿਨ ਉਹ ਜਜਮਾਨੀ ਦਾ ਨਿਜ਼ਾਮ ਨਹੀਂ ਟੁੱਟਦਾ। ਹੁਣ ਅਸਾਂ ਅੱਜ ਉਹ ਵੇਖਣਾ ਹੈ ਕਿ ਜਜਮਾਨੀ ਦੇ ਨਿਜ਼ਾਮ ਤੋਂ ਬਾਹਰ ਨਿਕਲ ਕੇ ਕੋਈ ਐਸੀ ਸ਼ਕਲਾਂ ਹੈ ਜਿਹੜੀਆਂ ਬੰਨਣ ਦੀ ਕੋਸ਼ਿਸ਼ ਕੀਤੀਆਂ ਗਈਆਂ। ਇਹ ਸਭ ਤੋਂ ਅਹਿਮ ਗੱਲ ਹੈ। ਇੱਥੇ ਬਾਕੀ ਪੁਰਾਣੀ ਜਿਹੜਾ ਹੈ ਉਹ ਵਿਹਾਰ ਖਤਮ ਕਰਨਾ ਜਾਂ ਗੱਲ ਕਰਨਾ ਉਹ ਠੀਕ ਹੈ ਕਿਤਾਬਾਂ ਦੀ ਹੱਦ ਤੱਕ। ਅਸਲ ਸਾਡੀ ਗੱਲ ਹੈ ਜਿਹੜਾ ਜਜਮਾਨੀ ਨਿਜ਼ਾਮ ਹੈ, ਇਹਨੇ ਨਾ ਸਿਰਫ ਆਮ ਲੋਕਾਂ ਦੇ ਉੱਤੇ ਡੱਕਾ ਲਾਇਆ ਹੋਇਆ ਉਹਨਾਂ ਦੇ ਹੱਕ ਮਿਲਣ ਤੇ, ਇਹਨੇ ਖੁਦ ਇਸ ਨਿਜ਼ਾਮ ਦੇ ਅੱਗੋਂ ਵਧਣ ਦੇ ਰਾਹ ਡੱਕਾ ਮਾਰ ਦਿੱਤਾ, ਕਿਉਂਕਿ ਉੱਤੇ ਜਜਮਾਨ ਲੱਭਦੇ ਹਨ, ਚਾਹੇ ਕਰਜ਼ੇ ਦੇਣ ਵਾਲੇ ਇਦਾਰੇ ਹਨ, ਚਾਹੇ IMF ਹੈ, ਵਰਲਡ ਬੈਂਕ ਹੈ, USAID ਹੈ, ਇਹ ਸਾਰੇ ਜਜਮਾਨ ਲੱਭੇ ਨੇ ਉਹਨਾਂ ਦੇ ਕੋਲ ਕਿ ਯਾਰ ਇਹ ਕੰਮ ਸਾਡੇ ਕੋਲ ਤਾਂ ਨਹੀਂ ਹੁੰਦਾ ਪਿਆ, ਅਸਾਂ ਆਪਣੀ ਸਕਤ ਨੂੰ ਵਧਾਇਆ ਨਹੀਂ, ਆਪਣੇ ਲੋਕਾਂ ਨੂੰ ਪੜ੍ਹਾਇਆ ਹੀ ਨਹੀਂ, ਉਹ ਕੰਮ ਕੀਤਾ ਨਹੀਂ, ਚਲੋ ਤੁਸੀਂ ਸਾਨੂੰ ਇੱਕ ਪ੍ਰੋਜੈਕਟ ਦੇ ਦੂਏ ਪ੍ਰੋਜੈਕਟ ਦੇ ਨਾਂ ਤੇ ਪੈਸੇ ਦਿੰਦੇ ਰਹੋ, ਕੋਈ 2-4 ਆਨੇ ਲੋਕਾਂ ਨੂੰ ਮਿਲ ਵੈਸੇ ਸਾਡੀ ਜੇਬ ਵਿੱਚ ਚਲੇ। ਉਹ ਜਿਹੜਾ ਜਜਮਾਨੀ ਨਿਜ਼ਾਮ ਨੂੰ ਬੰਨਣ ਦੀ ਸ਼ਕਲ ਹੈ, ਜਿਹਦੇ ਵਿੱਚ ਇਹ ਤਰੀਕਾ ਫੈਸਲੇ ਕਰਨ ਦਾ, ਕੰਮਾਂ ਕਰਨ ਦਾ, ਉਹਦੀ ਜਗ੍ਹਾ ਤੇ ਨਵਾਂ ਲੈ ਕੇ ਆਇਆ ਵੰਜੇ। ਉਹ ਆਇਆ ਕੋਈ ਪਾਕਿਸਤਾਨ ਦੇ ਤਰੀਕੇ ਹਨ, ਉਹ ਲੋਕਾਂ ਨੇ ਵਰਤੇ ਹਨ, ਉਹ ਕਾਮਯਾਬ ਹੋਏ ਜਾਂ ਨਹੀਂ ਹੋਏ, ਕਿਤਨੇ ਨਹੀਂ ਹੋਏ, ਉਹ ਕਿਹੜਾ ਤਰੀਕਾ ਜਿਸ ਨਾਲ ਅਸੀਂ ਬਦਲ ਸਕਦੇ ਹਾਂ। ਸਾਡੇ ਪੋਲੀਟੀਕਲ ਇਕੋਨੋਮੀ ਦੇ ਬੁਨਿਆਦੀ ਜਿਹੜਾ ਸਵਾਲ ਹੈ ਨਾ, ਉਹਦਾ ਜਵਾਬ ਇਹਦੇ 'ਚ ਮਿਲਦਾ। ਇਹਦੇ ਤੁਸੀਂ ਮੈਨੂੰ ਦੱਸੋ ਤੁਹਾਡੇ ਇਲਮ 'ਚ ਕਿਹੜੀ ਚੀਜ਼ਾਂ ਹਨ, ਮੈਂ ਬਾਤ ਤੁਹਾਨੂੰ ਦੱਸੇ ਸਾਂ ਜਿਹੜੇ ਮੇਰੇ ਇਲਮ 'ਚ ਚੀਜ਼ਾਂ। ਸਰ ਤੁਸੀਂ ਇੱਕ ਮਿਸਾਲ ਦਿੱਤੀ ਹੈ, ਇੱਕ ਤੁਸੀਂ ਵਰਲਡ ਬੈਂਕ ਅਦਾਰਿਆਂ ਦੀ, ਤੇ ਮੈਨੂੰ ਇੱਕ ਗੱਲ ਯਾਦ ਆਈ ਜਿਹੜੀ ਬੜੀ ਰੈਲੇਵੈਂਟ ਹੈ, ਪਰ ਉਹਦਾ ਪਹਿਲੂ ਬਿਲਕੁਲ ਹੋਰ ਹੈ। ਮੈਂ ਜਿਹੜਾ ਵਕਤ ਰੂਸ ਵਿੱਚ ਕੱਟਿਆ ਨਾ, ਤੇ ਰੂਸ ਵਿੱਚ ਬਹੁਤ ਕਰਪਸ਼ਨ ਜੀ ਜੀ। ਰੂਸੀ ਜਿਹੜੇ ਨਾ ਇੰਡੀਵਿਜੂਅਲੀ, ਖਾਓ ਪੁਤਨ ਹੋਏ, ਖਾਓ ਤੁਹਾਡਾ ਯਾਰ ਹੋਏ, ਜੋ ਹੋਏ, ਉਹ ਕੱਲੇ ਬਹਿ ਕੇ ਸਾਰੀ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਉਹ ਸਾਰੀ ਚੀਜ਼ਾਂ ਤੁਹਾਨੂੰ ਦੱਸ ਦੇਗਾ, ਤੁਹਾਡੇ ਤੋਂ ਬਿਹਤਰ ਦੱਸੇਗਾ ਕਿ ਕੀ ਹੋ ਰਿਹਾ ਹੈ। ਫਿਰ ਉਹਨਾਂ ਨੂੰ ਪੁੱਛੋ ਕਿ ਬਈ ਫਿਰ ਤੁਸੀਂ ਇਹ ਗੰਦ ਖਤਮ ਕਿਉਂ ਨਹੀਂ ਕਰਦੇ। ਹਾਂ, ਤੇ ਇੱਕ ਦੋ ਰੂਸੀਆਂ ਤੋਂ ਮੈਂ ਸੁਣਿਆ ਹੈ ਕਿ ਵੇਖੋ ਇਹ ਕੰਮ ਕਦੇ ਵੀ ਨਹੀਂ ਖਤਮ ਹੋਏਗਾ, ਕਿਉਂਕਿ ਇਹਦੀ ਬੜੀ ਸਿੰਪਲ ਚੀਜ਼ ਹੈ। ਪਹਿਲੇ ਅਸੀਂ ਦੁਨੀਆ ਨਾਲ ਮੁਖਾਲਫਤ ਲਿੱਤੀ ਹੈ ਤੇ ਬੜੀ ਅਸੀਂ ਜੰਗ ਉਹਨਾਂ ਦੇ ਨਾਲ ਕੀਤੀ ਹੈ, ਕਿਉਂਕਿ ਉਹ ਸਾਰੇ ਚਾਹੁੰਦੇ ਸਨ ਕਿ ਅਸੀਂ ਉਹਨਾਂ ਦਾ ਟਾਈਪ ਦਾ ਖੇਲ ਖੇਲੀਏ, ਤੇ ਅਸੀਂ ਅਗਰ ਉਹ ਖੇਲ ਉਸ ਤਰ੍ਹਾਂ ਖੇਡਦੇ ਜਿਸ ਤਰ੍ਹਾਂ ਉਹ ਚਾਹੁੰਦੇ ਹਨ, ਤੇ ਸਾਡਾ ਮੁਲਕ ਜਿਹੜਾ ਹੈ ਉਹ ਬੜਾ ਕੰਪਲੈਕਸ ਹੈ, ਉਹਨੇ ਟੁੱਟ ਜਾਣਾ ਸੀ। ਤੇ ਮੁਲਕ ਨੂੰ ਸਲਾਮਤ ਰੱਖਣ ਲਈ
ਅਸੀਂ ਉਹਨਾਂ ਦੇ ਸਾਰਾ ਸਿਸਟਮ ਰਿਜੈਕਟ ਕਰਤਾ ਹੈ ਤੇ ਉਹਨਾਂ ਨੇ ਸਾਨੂੰ ਤਰੱਕੀ ਨਹੀਂ ਕਰਨ ਦਿੱਤੀ। ਤੇ ਫਿਰ ਅਸਾਂ ਸੋਚਿਆ ਜਦੋਂ ਉਹ ਲੋਕੀ ਕਾਮਯਾਬ ਹੋ ਗਏ, ਸਾਨੂੰ ਬੈਂਕਰਪਟ ਕਰਤਾ, ਤਾਂ ਅਸੀਂ ਸੋਚਿਆ ਕਿ ਬਈ ਇਹਦਾ ਤੋੜ ਕੀ ਹੈ। ਉਹ ਕਹਿੰਦਾ ਤੋੜ ਅਸੀਂ ਲੱਭਿਆ ਕਿ ਅਸੀਂ ਸਾਰੀ ਟਰਮੀਨੋਲੋਜੀ ਜਿਹੜੀ ਹੈ ਨਾ ਉੱਥੋਂ ਅਡਾਪਟ ਕਰ ਲਈ, ਸਾਰੀ ਦੀ ਸਾਰੀ ਟਰਮੀਨੋਲੋਜੀ। ਤੇ ਉਹ ਫਿਰ ਸਾਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਾਡਾ ਸਿਸਟਮ ਖਰਾਬ ਹੈ, ਕਿਉਂਕਿ ਅਸੀਂ ਕਹਿੰਦੇ ਅਸੀਂ ਤੁਹਾਡਾ ਹੀ ਸਿਸਟਮ ਅਸੀਂ ਅਡਾਪਟ ਕਰ ਲਿਆ। ਹਾਂ, ਪਰ ਵਿਦਿਨ ਦਾ ਸਿਸਟਮ ਅਸੀਂ ਕੁਝ ਨਹੀਂ ਹੋਣ ਦੇਣਾ। ਉਹ ਅਸੀਂ ਉਸ ਤਰ੍ਹਾਂ ਕਰਨਾ ਜਿਸ ਤਰ੍ਹਾਂ ਹਮੇਸ਼ਾ ਹੁੰਦਾ ਹੈ। ਉਹਦੇ ਲਈ ਮੁਲਕ ਨੂੰ ਸਲਾਮਤ ਰੱਖਣ ਲਈ ਸਾਨੂੰ ਬਹੁਤ ਕਰਪਸ਼ਨ ਦੀ ਸਾਡੀ ਇੱਕ ਮਾਫੀਆ ਹੈ ਜਿਹੜੀ ਐਸਟੈਬਲਿਸ਼ਮੈਂਟ ਮਾਫੀਆ, ਉਹ ਕਾਇਮ ਰੱਖਣੀ ਹੈ। ਤੇ ਅਸੀਂ ਬਸ ਟਰਮੀਨੋਲੋਜੀ ਉਹਨਾਂ ਦੀ ਇਸਤੇਮਾਲ ਕਰਨੀ ਹੈ ਤੇ ਫਿਰ ਉਸ ਸਿਸਟਮ ਵਿੱਚ ਰਹਿ ਕੇ ਅਸੀਂ ਵੇਖਣਾ ਹੈ ਉਹਨਾਂ ਦੀ ਕੰਟਰਡਿਕਸ਼ਨਸ ਕੀ ਹਨ ਤੇ ਅਸੀਂ ਇਸ ਮੁਨਾਫਕਤ ਨਾਲ ਉਹਨਾਂ ਦੀ ਕੰਟਰਡਿਕਸ਼ਨਸ ਦਾ ਫਾਇਦਾ ਉਠਾਈਏ ਤੇ ਉਹ ਖੇਲ ਖੇਡੀਏ ਉਸ ਤੋਂ ਉਹਨਾਂ ਤੋਂ ਬਿਹਤਰ ਜਿਹੜਾ ਖੇਡ ਉਹ ਸਾਡੇ ਤੇ ਨਾਫਿਜ਼ ਕਰਨਾ ਚਾਹੁੰਦੇ। ਦਿਸ ਇਜ਼ देयर ਐਕਸਪਲੇਨੇਸ਼ਨ। ਮਤਲਬ ਉਹ ਆਖਦੇ ਜੀ ਅਸਾਂ ਸ਼ਰਾਬ ਪੁਰਾਣੀ ਵੇਚਣੀ, ਬੋਤਲ ਅਸਾਂ ਨਵੀਂ ਲੈ ਲਾਉਣੀ, ਉਹ ਹੈ ਨਾ ਪੁਰਾਣੀ ਸ਼ਰਾਬ ਨਵੀਂ ਬੋਤਲ ਵਿੱਚ ਹੈ ਜੀ। ਉਹਦਾ ਇਹ ਮਤਲਬ ਹੈ ਕਿ ਉਹ ਉੱਥੇ ਵੀ ਪੈਟਰਨੇਜ ਦਾ ਨਿਜ਼ਾਮ ਹੈ ਨਾ ਰੂਸ ਦੇ ਅੰਦਰ ਬਹੁਤ ਸਾਰੇ। ਹਾਂ, ਅੱਛਾ, ਉਹ ਪੈਟਰਨੇਜ ਦਾ ਨਿਜ਼ਾਮ ਉੱਥੇ ਵੀ ਹੈ ਤੇ ਉਹ ਸਾਡੇ ਪਾਸੇ ਵੀ ਹੈ। ਹੁਣ ਸਾਡੇ ਪਾਸੇ ਕਿਉਂਕਿ ਉਤਨਾ ਮਜ਼ਬੂਤ ਮੁੱਠੀ ਕੋਈ ਨਾ ਪੈਟਰਨੇਜ ਨਿਜ਼ਾਮ ਦੇ ਉਂਝ ਜਿਵੇਂ ਰੂਸ ਦੇ ਵਿੱਚ ਹੈ, ਕਮਿਊਨਿਸਟ ਪਾਰਟੀ ਦੀ ਸ਼ਕਲ ਦੇ ਵਿੱਚ ਜਾਂ ਉਹਨਾਂ ਦੀ ਰਿਆਸਤ ਦੀ ਤਾਕਤ ਦੀ ਸ਼ਕਲ ਦੇ ਵਿੱਚ। ਪਾਕਿਸਤਾਨ ਦੇ ਵਿੱਚ ਇਹ ਉਂਝ ਦੀ ਤਾਕਤ ਨਹੀਂ ਰਹੀ, ਰਿਆਸਤ ਕੋਲ ਪੈਟਰਨੇਜ ਦਾ ਨਿਜ਼ਾਮ ਹੈ। ਇਹਦੀ ਉਹ ਤਾਕਤ ਨਹੀਂ ਹੈ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਅੰਦਰ ਮਤਲਬ ਰਿਸ਼ਵਤ ਵੀ ਹੈ, ਸਿਫਾਰਿਸ਼ ਵੀ ਹੈ, ਹੋਰ ਵੀ ਹਨ। ਨਿਜ਼ਾਮ ਦੇ ਅੰਦਰ ਰਹਿੰਦੇ ਹੋਏ ਇੱਕ ਮੈਂ ਤੁਹਾਨੂੰ ਹੋਰ ਦਿਲਚਸਪ ਵਾਕਿਆ ਸੁਣਾਉਣਾ ਕਿ ਇੱਕ ਤਾਂ ਨਾ ਕਿ ਜਿਵੇਂ ਤੁਸੀਂ ਪ੍ਰਵੇਸ਼ ਖੇੜਾ ਸਾਹਿਬ ਦਾ ਵਾਕਿਆ ਸੁਣਾਇਆ ਕਿ ਬਈ ਇੱਕ ਦੂਏ ਦੇ ਨਾਲ ਉਹ ਵਿਹਾਰ ਹੈ ਕਿ ਤੂੰ ਮੇਰਾ ਕੰਮ ਕਰਨਾ, ਮੈਂ ਤੇਰਾ ਕੰਮ ਕਰਨਾ। ਇੱਕ ਪੈਸੇ ਨਾਲ ਇੱਕ ਤੀਰ ਸ਼ਕਲ ਵੀ ਹੈ। ਇਸ ਨਿਜ਼ਾਮ ਦੇ ਅੰਦਰ ਹੋਰ ਵੀ ਗੁੰਜਾਇਸ਼ ਮੌਜੂਦ ਹੈ ਜਿਹੜੀ ਸ਼ਾਇਦ ਰੂਸ ਵਿੱਚ ਉਸ ਤਰ੍ਹਾਂ ਨਾ ਰਹੀ ਹੋਵੇ। ਮੈਂ ਤੁਹਾਨੂੰ ਇੱਕ ਬੜਾ ਦਿਲਚਸਪ ਵਾਕਿਆ ਸੁਣਾਉਣਾ। ਮੈਂ ਕੋਈ 1985 ਵਿੱਚ ਮੈਂ ਹਾਂ ਇੱਕ ਸਾਲ ਵਾਸਤੇ ਬਰਕਲੇ ਵਿੱਚ। ਸਾਡੇ ਇੱਕ ਦੋਸਤ ਹੁੰਦੇ ਨੇ ਉੱਥੇ ਖਾਲਿਦ ਸਈਦ ਸਾਹਿਬ, ਉਹਨਾਂ ਨੇ ਸਲੀਮਾ ਹਾਸ਼ਮੀ ਸਾਹਿਬ ਆਈ ਹੋਈਆਂ ਹਨ ਬਰਕਲੇ ਤੇ ਉਹਨਾਂ ਨੂੰ ਤਕਰੀਰ ਵਾਸਤੇ ਸੱਦਿਆ। ਮੈਂ ਵੀ ਉੱਥੇ ਗਿਆ। ਸਲੀਮਾ ਹਾਸ਼ਮੀ ਨੇ ਇੱਕ ਬੜਾ ਦਿਲਚਸਪ ਵਾਕਿਆ ਸੁਣਾਇਆ ਜਿਸ ਨਾਲ ਇੱਕ ਪਤਾ ਚੱਲਦਾ ਹੈ ਸਾਡਾ ਇਹ ਪੈਟਰਨ ਨਿਜ਼ਾਮ ਦਾ ਉਹਨਾਂ ਦੇ ਮੁਕਾਬਲੇ ਕਮਜ਼ੋਰ ਕਿਵੇਂ। ਲੇਕਿਨ ਮੈਂ ਉਸ ਤੋਂ ਬਾਅਦ ਜ਼ਿਕਰ ਕਰਸਾਂ ਇਹ ਰਿਸ਼ਵਤ ਦੇਵਣਾ ਜਾਂ ਇੱਕ ਦੂਏ ਨੂੰ ਅਹਿਸਾਨ ਕਰਨਾ, ਉਸ ਤੋਂ ਇਲਾਵਾ ਜਿਹੜੇ ਕੁਝ ਲੋਕਾਂ ਨੇ ਤਰੀਕੇ ਵਰਤੇ ਹਨ ਇੱਕ ਨਿਜ਼ਾਮ ਨੂੰ ਬੰਨਣ ਦੇ, ਉਹਦੇ ਉਹ ਕਿ ਹਨ ਤੇ ਅਸਾਂ ਕਿਉਂ ਰੱਦ ਕਰਨੇ ਆ ਜਿਹੜੇ ਬੜੇ ਅਸਾਂ ਤਰੱਕੀ ਪਸੰਦ ਲੋਕ ਆ ਜਾਂ ਪੜ੍ਹੇ ਲਿਖੇ ਸਿਆਣੇ ਲੋਕ। ਸਲੀਮਾ ਨੇ ਇੱਕ ਦਿਲਚਸਪ ਵਾਕਿਆ ਸੁਣਾਇਆ, ਉਹ ਵੀ ਇਸ ਨਿਜ਼ਾਮ ਦੇ ਅੰਦਰ ਉਹ ਗੁੰਜਾਇਸ਼ ਹੈ, ਮੈਨੂੰ ਪਤਾ ਨਹੀਂ ਰੂਸ ਵਿੱਚ ਹੈ ਜਾਂ ਨਹੀਂ ਹੈ। ਹੋ ਸਕੇ ਜੀ ਫੈਜ਼ ਸਾਹਿਬ ਜਿਹੜੇ ਹਨ ਨਾ, ਉਹਨਾਂ ਦੇ ਉੱਤੇ ਇੱਕ ਡਿਊਟੀ ਲੱਗੀ ਹੋਈ ਜਿਸ ਜ਼ਮਾਨੇ ਕਰਾਚੀ 'ਚ ਹੁੰਦੇ ਹਨ, ਸ਼ਾਇਦ ਪ੍ਰਿੰਸੀਪਲ ਹਨ ਅਬਦੁੱਲਾ ਹरून ਕਾਲਜ ਦੇ, ਜੇ ਮੈਨੂੰ ਸਹੀ ਯਾਦ ਹੈ। ਉੱਥੇ ਪੁਰਾਣੇ ਜ਼ਮਾਨੇ 'ਚ ਇੱਕ ਪੀਲੀ ਸਾਈਕਲ ਵਾਲਾ ਪੁਲਿਸ ਦਾ ਸਿਪਾਹੀ ਹੁੰਦਾ ਹੈ, ਕਾਂਸਟੇਬਲ ਸਪੈਸ਼ਲ ਡਿਪਾਰਟਮੈਂਟ ਦਾ ਸੀ। ਉਹਦੀ ਡਿਊਟੀ ਹੁੰਦੀ ਹੈ ਕਿ ਉਹ ਸਵੇਰੇ ਨਾਲ ਆਉਂਦਾ ਤੇ ਰਾਤ ਨੂੰ ਉਹ ਵਧ ਪੈਂਦਾ ਹੁੰਦਾ ਜਦੋਂ ਦਿਨ ਖਤਮ ਹੋ ਜਾਂਦਾ। ਉਹਦਾ ਕੰਮ ਹੁੰਦਾ ਨਜ਼ਰ ਰੱਖਣਾ ਕੌਣ ਆਉਂਦਾ ਪਿਆ, ਕੌਣ ਵਹਿੰਦਾ ਪਿਆ, ਉਹਦੇ ਨੋਟ ਬਣਾਉਣਾ। ਤੇ ਫੈਜ਼ ਸਾਹਿਬ ਕਿਉਂਕਿ ਸ਼ਰੀਫ ਆਦਮੀ ਹਨ, ਬੜੇ ਨਰਮ ਦਿਲ ਇਨਸਾਨ ਹਨ, ਉਹਨਾਂ ਨੇ ਜਦੋਂ ਸਾਹਮਣਾ ਹੁੰਦਾ ਹੈ ਤੇ ਉਹ ਬਾਹਰ ਆਉਂਦੇ ਹਨ, ਉਹਦੇ ਭਾਈ अब मैं सोने जा रहा हूँ तुम घर चले जाओ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬੰਦਾ ਇਸ ਡਿਊਟੀ ਤੇ ਆਇਆ, ਮੇਰੇ ਖਿਆਲ ਨੂੰ 4 ਰੋਟੀ ਵੀ ਕਿਸੇ ਵੇਲੇ ਭਿਜਵਾ ਦਿੰਦੇ ਉਸ ਨੇ ਕਿ ਚਲੋ ਇਹਦਾ ਕੰਮ ਹੈ ਮੇਰੇ ਉੱਤੇ ਖਬਰ ਰੱਖਣਾ। ਲੇਕਿਨ ਗਰੀਬ ਆਦਮੀ ਆ ਕੇ ਖਲੋਤਾ ਹੋਇਆ। ਉਹ ਇੱਕ ਦਿਹਾੜੇ कोई फैज साहब आए, उन्होंने कोई 9 बजे रात उन्होंने कहा अच्छा भाई मैं सोने जा रहा हूँ तो अब तुम चले जाओ। वो चला गया। उस तो बाद उन्होंने कोई पुराना शागिर्द आई, वो कोई ब्यूरोक्रेट आई या कुछ आई, वो आया कराची, वो IG आई, वो आपस में बेली हैं कट्ठे पढ़ते रहे हैं, वो भी ਉਹਦਾ यार है या शायद वो भी फैज साहब का शागिर्द है। उन्हें आखिया यार फैज साहब
IG साहब ने फोन किया, उन्होंने आख्या जनाब तुहाडे कोल वक्त होवे तो जरा सानू वक्त दो। उस बाद गड्डी कर ली शायद, फैज साहब उन्होंने घर चले गए, सुबह 4 बजे तक बैठे रहे। उस वेले वापस आए, अगले दिन वो रोंदा धोंदा वो पुलिस कांस्टेबल पहुंच गया फैज साहब को। उन्हें क्या, उसने कहा साहब आपने मेरी नौकरी खत्म करवा दी। उन्हें किवें? उन्हें कहा तुसा मैनू आखे जी मैं सम्मन वैंदा वे 9 बजे, तो आप IG दे कोल बन के बैठे रहो 4 बजे तक। उन्हें मैंने तलब किया, उसे कहा हरामजादे तू गलत रिपोर्ट दी, पहले गलत भेजना। उन्हें मेरी छुट्टी कर दी। फैज साहब ने बड़ा दुख होया सुन के, उन्हें आखे नहीं तू ठहर मैं करेना। उन्होंने उन्हें फोन किया, उन्हें समझाया, उन्हें यार आखे तेरे आखण दे मैं उचेचा तू मुंह जोर लाया तो मैं आ गया। उस बेचारे ने मैं सम्मन वैंदा पिया, मैं आख दिता ओदा ਇਹਦੇ के कसूर है। तू आप मैनू मैं समझदा पिया मैं सद के ਉਹ मैं इसरार किया भी उत्थे आवां ते मुद्दा उस बेचारे दे पास पे। वो फैज साहब ने गल किया, उन्हें समझ आ गई, उन्हें आख्या ठीक है, उन्हें उसकी नौकरी बहाल कर। हुण ਇਹਦਾ तल्लुक उस तरह नहीं है, लेकिन इस निज़ाम में ये भी गुंजाइश मौजूद है ਜਿਹੜੀ कि ਉਹਦੇ नहीं, शायद पता नहीं है या नहीं है, रूस है शायद सभी हो सी। इस वास्ते ਇਹਦਾ ਉਹ ਉਂਝ पक्का हाथ जनो होंदे ना आनी हाथ, वो नहीं रहा ਇਹਦਾ। लेकिन असल ये सोचने वाली गल ये है कि इस जजमानी निज़ाम तो बाहर निकल के इसकी हद्दां पार करके इनू भन्नण वास्ते लोगों ने किहड़े किहड़े काम किए। जाहिर है पूरा जजमानी निज़ाम तब्दील होने वक्त लग सी, लेकिन कुछ जिंदगी के कामां विच किहड़े किहड़े तरीके हैं जिहदे लोगों ने इस निज़ाम जजमानी निज़ाम नूं भन्नण दी कोशिश की है। जिवें जजमानी निज़ाम दी तंद ये कि तुसां कल्ले कल्ले लोगों नूं वो देना है जिहड़े इकट्ठियां देवण तो इनकारी हो, तुसां कानून या दस्तूर के जरिए या अपनी प्रैक्टिस के जरिए। दूआ उनका हक तुसां उन्हां नूं एहसान के तौर पर देना। इहदा जिन्हां लोगों ने तोड़ किया है, तो तोड़ किया लोगों ने बहुत सारे कामां दे विच जजमानी निज़ाम का, उहदे उत्ते लिखिया भी गया है, उहदे उत्ते उन्हें गलबात की, लेकिन बहुत छोटे महदूद हल्के लोगों को इसका पता है जिन्हों का बड़ा रास्त इन्हों की जिंदगी पर असर पे है। आम ज्यादा पढ़े लिखे लोगों ਜਿਹੜੇ अखबार पढ़ने वाले हैं, काफ़ी टी हाउस गल्लां कराने वाले, उन्होंने नहीं पता जिहदे वास्ते लफ्ज़ इस्तेमाल करने चैटरिंग क्लासेस का पाकिस्तान, उन्होंने इस गल का नहीं पता ज्यादा, ते ना उन्होंने इस गल ते यकीन है कि कोई इसकी अहमियत है, ना वो ये समझते कि जजमानी निज़ाम को इस तरीके नाल भन्निया बन सकता। हालांकि भन्निया गया है तो बड़े लोगों ने तकड़े तरीके नाल भन्निया है, जेहड़े जेहड़ी जगहां ते जेहड़े जेहड़े हल्के नाल लड़ाई की। ਇਹਦੇ ਬਾਰੇ मैं ਹੁਣ ਤੁਹਾਡੀ ਗੱਲ ਸੁਣਨਾ ਚਾਹੁੰਦਾ कि ਤੁਹਾਡੇ ਆਪਣੇ ਤਜਰਬੇ ਵਿੱਚ ਕੋਈ ऐसी चीज़ां हैं जिथे लोगों ने ਇਹਨੂੰ भन त्रोड़ के ਇਹਨੂੰ खत्म करके जिथे लोगों का हक मिलना चाहिए उसनू एहसान नू हक विच तब्दील करके कल्ले दे काम नू सब दे इकट्ठियां दे काम करन वास्ते राह कढिया हो। जी शायद सर जी मैं सवाल नहीं समझा, पर मैनू तो लगता है कि ਇਹਦਾ एक तरीका ਜਿਹੜਾ सिंपल ਜਿਹਾ है कि वो है कि जी सिस्टम ਦੀ डिसीजन मेकिंग तो इंसान ਨੂੰ ਕੱਢ ਕੇ ਆਟੋਮੇਟ ਕਰ ਦਿਓ, ਤੇ ਜੇ ਡਿਲੀਵਰੀ ਵਿੱਚ ਬੰਦੇ ਦਾ ਦਖਲ ਨਾ ਹੋਏ ਤੇ ਫਿਰ ਉਹ ਪਾਰਟਿਸਿਪੇਟਰੀ ਹੋ ਜਾਂਦਾ ਹੈ, ਤੇ ਇੱਕ ਨਿਹਾਲ ਉਹਨੇ ਸੋਚਿਆ ਕਿ ਜੀ ਸਾਰਾ ਕੁਝ ਆਟੋਮੇਟ ਕਰ ਦੇ। ठीक है, ऑटोमेट होने नाल जजमान विचों निकल गया, एक तरीका वो है। लेकिन कोई मिसाल है तुहाडे कोल कि पाकिस्तान किसी जगह ते हुंदा पिया होवे एक बड़ी अच्छा तरीका है ऑटोमेट करने दा, जिससे विचों निकल जावे ਜਿਹੜਾ जजमान है। ਇੱਕ ਤੇ ਜਿਹੜਾ ਪਾਕਿਸਤਾਨ ਨੈਸ਼ਨਲ ਆਇਡੈਂਟੀਟੀ ਕਾਰਡ ਜਿਹੜਾ ਹੈ ਨਾ, ਉਹ ਬੜੀ ਐਫੀਸ਼ੀਐਂਟਲੀ ਮਿਲਦਾ ਹੈ ਤੇ ਉਹਦੇ ਵਿੱਚ ਕੋਈ ਇਨਸਾਨੀ ਦਖਲ ਬਿਲਕੁਲ ਖਤਮ ਹੋ ਗਿਆ। ठीक है सर पासपोर्ट छेती मिलता है। हाँ पासपोर्ट से भी हो गया शुरू। साढ़े तो एक सफीर है ना माशाल्लाह स्पेन वो पासपोर्ट के भी पैसे लेंदे हैं, जाली पासपोर्ट बना के देवन। एक जमाने ये भी कारोबार बन गया, अफगानियों को बेशुमार पाकिस्तानी पासपोर्ट मिले क्योंकि उन्होंने निकलना होंदा इत्थों बाहर दूए मुल्कां च। ते तुहाडी गल सही है, शनाख्ती कार्ड भी होया ते पासपोर्ट भी होया, ऑटोमेशन दे राही होया। होर कोई ऐसी मिसाल?
ਸਿਰ ਕੋਸ਼ਿਸ਼ ਤੇ ਉੱਥੇ ਹੋ ਰਹੀ Driving ਹੈ license- ਪਟਵਾਰੀ ਨਿਜ਼ਾਮ ਵੀ ਹੋ ਜਾਏ ਸਾਰਾ ਆਟੋਮੇਟ, ਸਾਰੇ ਰਿਕਾਰਡ ਕੀਪਿੰਗ। ਉਹ ਪੰਜਾਬ ਵਿੱਚ ਵੀ ਤੇ ਹੋ ਰਿਹਾ ਹੈ ਕਾਫੀ ਹੱਦ ਤੱਕ। ਲੈਂਡ ਰਿਕਾਰਡ ਡਿਜੀਟਾਈਜੇਸ਼ਨ ਪੰਜਾਬ ਵਿੱਚ ਕਾਫੀ ਹੋਈ ਹੈ ਡਿਊਰਿੰਗ ਸ਼ਹਬਾਜ਼ ਸ਼ਰੀਫ ਟਾਈਮ, ਤੇ ਜੀ ਉਹ ਜੀ ਤੇ ਉਹਦਾ ਡੈਫੀਨਿਟਲੀ ਇੰਪੈਕਟ ਤੇ ਆਏਗਾ। ਹੁਣ ਤੁਸੀਂ ਮਸਲਨ ਖੈਬਰ ਪਖਤੂਨਖਵਾ ਚਲੇ ਜਾਓ, ਉੱਥੇ ਹਲੇ ਤੱਕ ਉਹੀ ਪਟਵਾਰੀ ਹੈ ਤੇ ਬੜੇ ਉਹਦੀਆਂ ਮਿੰਨਤਾਂ ਤਰਲੇ ਅੱਗੇ ਪਿੱਛੇ। ਲੇਕਿਨ ਪੰਜਾਬ ਵਿੱਚ ਕਾਫੀ ਹੱਦ ਤੱਕ ਥੋੜੀ ਤਬਦੀਲੀ ਆਈ ਹੋਈ ਹੈ। ਉਹਦੀ ਬੁਨਿਆਦ ਵੀ ਇੱਕ ਬਿਊਰੋਕਰੇਟ ਨੇ ਕੀਤੀ ਆਈ ਜੰਗ ਦੇ ਵਿੱਚ। ਉਹਨੇ ਪਹਿਲੇ ਕੰਮ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈ ਨਾ ਉਹ ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਇਹਦਾ ਪਤਾ ਚੱਲਿਆ, ਉਹਨਾਂ ਨੂੰ ਇਹ ਗੱਲ ਚੰਗੀ ਲੱਗੀ। ਇਹ ਤੁਹਾਡੀ ਗੱਲ ਸਹੀ ਹੈ, ਇਹ ਲੈਂਡ ਰੈਕਰਡ ਦੇ ਬਾਰੇ ਸ਼ਾਲੀ ਸ਼ੁਰੂ ਹੋਇਆ ਪੰਜਾਬ ਵਿੱਚ ਕੰਮ। ਇਹ ਅਗਰ ਤੋੜ ਪਹੁੰਚ ਗਿਆ ਤਾਂ ਉਹਦੇ ਵਿੱਚ ਇਹ ਜਜਮਾਨੀ ਵਾਲਾ ਸਿਲਸਿਲਾ ਲੁੱਟ ਪੱਟ ਵਾਲਾ ਖਤਮ ਹੋ ਗਿਆ ਸੀ। ਹੋਰ ਤੁਹਾਡੇ ਜਿਹੇ ਕੋਈ ਮਿਸਾਲਾਂ ਹਨ? ਇੱਕ ਤਾਂ ਆਟੋਮੇਸ਼ਨ ਹੋ ਗਿਆ ਨਾ ਉਹਦਾ ਜ਼ਰੀਆ, ਤੇ ਆਟੋਮੇਸ਼ਨ ਜਿਹੜਾ ਹੈ ਉਹ ਜ਼ਾਹਿਰ ਹੈ ਕਿ ਜੇ ਕਿਸੇ ਫੈਸਲਾ ਕਰਨ ਵਾਲੇ ਨੂੰ, ਵਜ਼ੀਰ ਆਲਾ ਨੂੰ, ਵਜ਼ੀਰ ਨੂੰ ਉੱਤੇ ਸਮਝ ਆ ਜਾਵੇ, ਉਹ ਸ਼ੁਰੂ ਕਰ ਦੇਵੇ, ਤੇ ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਲੇਕਿਨ ਉਹ ਅਗਰ ਫੈਸਲਾ ਕਰਨ ਤੇ ਹੋ ਪੈਂਦਾ। ਹੋਰ ਕਿਹੜੀ ਕਿਹੜੀ ਮਿਸਾਲਾਂ ਹਨ ਛੋਟੀ ਛੋਟੀਆਂ? ਇੱਕ ਹੈ ਉਹਨਾਂ ਨੇ ਇਨੀਸ਼ੀਏਟਿਵ ਲਿੱਤਾ ਸੀ, ਉਹ ਸਕਸੈਸ ਦਾ ਨਹੀਂ ਮੈਨੂੰ ਪਤਾ ਕਿੰਨਾ ਕਾਮਯਾਬ ਹੋਇਆ ਹੈ, ਪਰ ਉਹ ਇਹ ਸੀ ਕਿ ਜਿਹੜਾ ਵੀ ਪਬਲਿਕ ਦੇ ਕੰਮ ਹੈ ਨਾ, ਉਹਨਾਂ ਤੇ ਇੱਕ ਟਾਈਮ ਡੈਡਲਾਈਨ ਦੇ ਦਿਓ ਕਿ ਅਗਰ ਬਿਊਰੋਕਰੈਟ ਨੇ ਉਸ ਟਾਈਮ ਵਿੱਚ ਉਹ ਕੰਮ ਨਹੀਂ ਕੀਤਾ ਤੇ ਉਹਦੀ ਤਨਖਾਹ ਤੇ ਅਸਰ ਹੋ ਜਾਏ, जुर्माना लगेगा। नो सर, नो सच थिंग। मेरा नहीं ख्याल कि कुछ इम्प्लीमेंट नहीं होया। नहीं, मेरे नॉलेज नहीं। अच्छा अच्छा, ਉਹਦੇ ਇਲਾਵਾ ਹੋਰ ਕੋਈ ਮਿਸਾਲਾਂ ਹਨ ਤੁਹਾਡੇ ਜ਼ਿਹਨ ਪਾਕਿਸਤਾਨ ਵਿੱਚ? ਜਿੱਥੇ ਆਟੋਮੇਸ਼ਨ ਦੇ ਬਗੈਰ ਵੀ ਇਸ ਕੰਮ ਨੂੰ ਉਹਨਾਂ ਨੇ ਕਾਮਯਾਬੀ ਨਾਲ ਕੀਤਾ ਹੋਵੇ ਤੇ ਉਹਦੇ ਵਿੱਚੋਂ ਸਾਡੇ ਵਾਸਤੇ ਸਿੱਖਣ ਵਾਸਤੇ ਚੀਜ਼ਾਂ ਹੋਣ। ਮੈਂ ਉਸ ਤੋਂ ਬਾਅਦ ਉਹ ਚੀਜ਼ਾਂ ਦੀ ਗੱਲ ਕਰੇ ਸਾਂ ਕਿ ਜਿੱਥੇ ਸਰਕਾਰ ਨਹੀਂ, ਆਮ ਸ਼ਹਿਰੀਆਂ ਨੇ ਜਾਂ ਇਕੱਲੇ ਬੰਦੇ ਨੇ, ਉਹ ਸਰਕਾਰ ਦੇ ਬਣਾਏ ਹੋਏ ਤਰੀਕੇ ਤੋਂ ਹਟ ਕੇ, ਚਾਹੇ ਉਹ ਅਫਸਰ ਆਈ ਜਾਂ ਬਾਹਰ ਦਾ ਬੰਦਾ ਆਈ, ਉਹਨੇ ਇਹਨਾਂ ਨੂੰ ਬਦਲਣ ਦੀ ਕਾਮਯਾਬੀ ਨਾਲ ਕੰਮ ਕੀਤਾ। ਤੇ ਹੋਰ ਕਿਹੜੀ ਮਿਸਾਲ ਹੈ? ਇਹ ਗਵਰਨਮੈਂਟ ਅਦਾਰਿਆਂ 'ਚ ਰਿਕਰੂਟਮੈਂਟ ਵਗੈਰਾ ਜਿਹੜੀ ਬਾਜ਼ ਜੀ ਜੀ, ਉਹ ਵੀ ਕਾਫੀ ਫੇਅਰ ਹੁੰਦੀ ਹੈ। ਉਹ ਕਿਸ ਤਰੀਕੇ ਨਾਲ? ਮਸਲਨ ਕੰਪੀਟੀਸ਼ਨ ਐਗਜ਼ਾਮ ਹੁੰਦੇ ਨੇ, ਮਸਲਨ ਫੌਜ ਵਿੱਚ ਤੁਹਾਡੀ ਰਿਕਰੂਟਮੈਂਟ ਹੈ ਉਹ ਕਾਫੀ ਕੰਪੀਟੀਟਿਵ ਹੁੰਦੀ ਹੈ। ਉਹ ਤਾਂ ਪਹਿਲੇ ਤੋਂ ਚੱਲਦਾ ਪਿਆ ਨਾ, ਠੀਕ ਹੈ ਨਾ। ਫੌਜ ਵੈਸੇ ਹੀ ਉਹ ਆਮ ਮਾਮਲਾਤ ਤੋਂ ਜਿਹੜੇ ਸਾਡੇ ਹਨ, ਉਹ ਹਕੂਮਤੀ ਨਿਜ਼ਾਮ ਤੋਂ ਵੱਖ, ਉਹਨਾਂ ਦਾ ਆਪਸ ਵਿੱਚ ਠੀਕ ਹੈ, ਫੌਜ ਵਿੱਚ ਮੈਰਿਟ ਨਾਲ ਪੈਂਦੇ ਨੇ, ਲੇਕਿਨ ਫੌਜੀ ਅਫਸਰਾਨ ਵੀ ਹੁਣ ਸ਼ਾਮਿਲ ਹੈ। ਕਿਸੇ ਨੇ ਜਜ਼ੀਰਾ ਖਰੀਦ ਲਿਆ ਪਾਕਿਸਤਾਨ ਤੋਂ ਬਾਹਰ, ਕਿਸੇ ਨੇ ਨਹੀਂ ਬੈਂਕ ਸਰ, ਉਹ ਇੱਕ ਅਲੱਗਾ ਗੱਲ ਹੈ, ਉਹ ਇੱਕ ਅਲੱਗਾ ਗੱਲ ਹੈ। ਲੇਕਿਨ ਮਤਲਬ ਤੁਸੀਂ ਕਿਹਾ ਨਾ ਕਿ ਪੈਟਰਨੇਜ ਦੇ ਬਗੈਰ ਜਿਹੜਾ ਕੁਝ ਚੀਜ਼ਾਂ ਚੱਲ ਰਹੀਆਂ, ਤੇ ਮੇਰੇ ਜ਼ਿਹਨ ਵਿੱਚ ਆਇਆ ਕਿ ਰਿਕਰੂਟਮੈਂਟ ਹੈ ਨਾ ਸਿਰਫ ਫੌਜ ਦੀ, ਹਾਂ, ਬਿਊਰੋਕ੍ਰੇਸੀ ਵਿੱਚ ਵੀ ਰਿਕਰੂਟਮੈਂਟ ਕਾਫੀ ਹੱਦ ਤੱਕ ਟਰਾਂਸਪੇਰੈਂਟ ਹੁੰਦੀ ਹੈ। ਤੁਹਾਡੇ ਹੋਰ ਬਾਜ਼ ਕੁਝ ਸਰਕਾਰੀ ਇਦਾਰੇ ਨੇ ਜਿਹਦੇ ਵਿੱਚ ਰਿਕਰੂਟਮੈਂਟ ਬੜੀ ਫੇਅਰ ਹੁੰਦੀ ਹੈ। ਸਟੇਟ ਬੈਂਕ ਵਿੱਚ ਹੁੰਦੀ ਹੈ ਫੋਰ ਐਗਜ਼ਾਮਪਲ, ਹੋਰ ਇਸ ਤਰ੍ਹਾਂ ਦੀ ਹੈ ਨੇ ਸਰਕਾਰੀ ਜਗ੍ਹਾ। ਹਾਂ ਨਹੀਂ, ਉਹ ਠੀਕ ਹੈ, ਰਿਕਰੂਟਮੈਂਟ ਆ ਗਈ। ਤੇ ਸਰ ਇੱਕ ਤੇ ਟ੍ਰਾਂਸਪੇਰੈਂਸੀ ਹੋ ਸਕਦੀ ਹੈ ਜਿਹੜੀ ਪਬਲਿਸਾਈਜ਼ ਲੋਕੀ ਕਰਦੇ ਨੇ, ਕਿ ਹਰ ਕੰਮ ਨੂੰ ਜਿੰਨਾ ਟ੍ਰਾਂਸਪੇਰੈਂਟ ਕਰ ਦਿਓ ਤੇ ਜਿਹੜਾ ਵੀ ਕੋਈ ਕੰਮ ਹੋ ਰਿਹਾ ਹੈ ਮਤਲਬ ਉਹਨੂੰ ਪਬਲਿਸਾਈਜ਼ ਕਰੋ ਤਾਂ ਕਿ ਜੋ ਕੋਈ ਗਲਤ ਕੰਮ ਕਰੇ ਉਹਦੀ ਸ਼ਰਮਿੰਦਗੀ ਹੋਏ।
नहीं वो ट्रांसपेरेंसी की कोई मिसाल है भाई, कोई ऐसा महकमा जो ट्रांसपेरेंसी नाल काम करेंदा पिया होवे, जिन्हें अपना तरीकेकार बदले होवे? पुराने तरीके नूं सर जी मैनू तो एक इदारे का पता है, वो शौकत खानम दा है, ਜਿਹੜਾ ਜਿੱਥੇ ਸਾਰਾ ਕੁਝ ਟ੍ਰਾਂਸਪੇਰੈਂਟ ਹੁੰਦਾ। ਕਿਹੜਾ? ਇਹ ਜਿਹੜਾ ਹਸਪਤਾਲ ਹੈ ਸ਼ੌਕਤ ਖਾਨ। ਸ਼ੌਕਤ ਖਾਨ ਉਹ ਤਾਂ ਪ੍ਰਾਈਵੇਟ ਹੈ ਨਾ? ਹਾਂਜੀ ਸਰਕਾਰੀ ਦਾ ਪੁੱਛ ਹੈ ਜੀ। ਤੁਸੀਂ ਸਰਕਾਰੀ ਐਗਜ਼ਾਮਪਲ ਪੁੱਛ ਰਹੇ ਹੋ, ਸਰਕਾਰੀ ਕੋਈ? ਹਾਂ ਹਾਂ ਪ੍ਰਾਈਵੇਟ ਵਿੱਚ ਮੈਰਿਟ ਇਸ ਵਾਸਤੇ ਅਹਿਮ ਹੁੰਦਾ ਹੈ, मतलब दो चीजें हैं ना। जी जी सर जी। सरकारी इदारा है उसने तो मेरिट ते करना, क्योंकि ਉਹਦੀ ਸਾਰੇ ਮੁਨਾਫੇ ਦਾ ਉਹਦੀ ਕਾਮਯਾਬੀ ਦਾ ਹੀ ਉਸ ਤੇ ਹੈ, ਉਹਦੇ ਤੋਂ ਦਾਨਦਰੀ ਨਹੀਂ ਕਰ ਸਕਦਾ ਨਾ ਆਖ ਸਕਦਾ ਕੋਈ ਵੀ ਯਾਰ ਮੇਰਾ ਕੰਮ ਕਰ ਦੇ। ਤੇ ਜਿਹੜਾ ਗੈਰ ਸਰਕਾਰੀ ਹੈ ਸ਼ੌਕਤ ਖਾਨਾ में ਲੋਕਾਂ ਦੇ ਇਤਮਾਦ ਤੇ ਚੱਲਦਾ ਹੈ, ਇਸ ਵਾਸਤੇ ਉਹਨਾਂ ਵਾਸਤੇ ਬੜਾ ਅਹਿਮ ਹੁੰਦਾ ਹੈ। ਕਮਰਸ਼ੀਅਲ ਬੈਂਕ ਦੀ ਮਿਸਾਲ ਨਹੀਂ ਦਿੱਤੀ ਸੀ ਮੈਂ, ਸਟੇਟ ਬੈਂਕ ਦੀ ਮਿਸਾਲ ਨਹੀਂ। ਕਮਰਸ਼ੀਅਲ ਬੈਂਕ ਵਿੱਚ ਤੁਹਾਨੂੰ ਪਤਾ ਮੁਨਾਫਾ ਕਮਾਉਣਾ ਹੁੰਦਾ ਹੈ, ਤੇ ਉਹ ਜਿਹੜਾ ਸਟਾਫ ਕੋਈ ਹੋਏਗਾ ਜਿਹੜਾ ਪੈਸੇ ਜ਼ਿਆਦਾ, ਤੇ ਉਹ ਫਿਰ ਮੈਰਿਟ ਨਹੀਂ ਅਗਰ ਕਰਨਗੇ ਤੇ ਉਤੇ ਬੈਠ ਜਾਏਗਾ ਨਾ, ਕਾਰੋਬਾਰ ਹੀ ਬੈਠ ਜਾਏਗਾ। ਹਾਂ ਨਹੀਂ ਮੈਂ ਉਮਰ ਇਹ ਪੁੱਛਣਾ ਚਾਹੁੰਦਾ ਕਿ ਕਿੱਥੇ ਜਿਹੜਾ ਪਹਿਲੇ ਤੋਂ ਮੌਜੂਦ ਹੈ ਪੈਟਰਨੇਜ ਦਾ ਨਿਜ਼ਾਮ, ਉਹਨੂੰ ਭੰਨ ਕੇ ਉਹਨੂੰ ਖਤਮ ਕਰਕੇ ਉਸ ਤੋਂ ਵੱਖਰਾ ਨਿਜ਼ਾਮ ਕਾਇਮ ਕੀਤਾ, ਉਹਦੀ ਕੋਈ ਮਿਸਾਲਾਂ ਹਨ? ਸਰ ਇਹ ਜਿਹੜੀ ਐਸੈਟ ਡਿਕਲੇਰੇਸ਼ਨ ਹੈ ਜਿਹੜੀ ਪਬਲਿਸਾਈਜ਼ ਹੁੰਦੀ ਹੈ ਹਾਈ ਗਵਰਨਮੈਂਟ ਅਫੀਸ਼ੀਅਲਸ ਦੀ, ਜਿੱਥੇ ਉਹਨਾਂ ਨੂੰ ਸਾਰੇ ਆਪਣੇ ਐਸੈਟਸ ਰਿਸ਼ਤੇਦਾਰਾਂ ਦੇ ਐਸੈਟ ਡਿਕਲੇਅਰ ਕਰਨੇ ਹੁੰਦੇ ਨੇ, ਉਹ ਇੱਕ ਮਿਸਾਲ ਹੋ ਸਕਦੀ ਹੈ ਇਸ ਟ੍ਰਾਂਸਪੇਰੈਂਸੀ ਦੀ। ਉਹ ਕਿਤਨੇ ਹੱਦ ਤੱਕ ਹੁੰਦਾ ਪਿਆ ਹੈ ਸਾਨੂੰ ਨਹੀਂ ਪਤਾ। ਇਹ ਜੀ ਮੈਨੂੰ ਤੇ ਨਹੀਂ ਪਤਾ ਕਿਸ ਹੱਦ ਤੱਕ, ਪਰ ਜਿਹੜੇ ਕੋਈ ਨੋਨ ਪੋਜੀਸ਼ਨਸ ਹੈ ਜੈਸੇ ਪਾਰਲੀਮੈਂਟ ਵਿੱਚ ਤੇ ਇੱਥੇ ਉਹ ਪਤਾ ਹੈ, ਪਰ ਜਨਰਲੀ ਨਹੀਂ ਪਤਾ। ਨਹੀਂ ਸਰ ਮੇਰੇ ਨਹੀਂ ਖਿਆਲ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਹੈ। ਹਾਂ ਤੁਸੀਂ ਉਹ ਜਿਹੜੇ ਸਿਆਸਤਦਾਨਾਂ ਦੀ ਗੱਲ ਕਰ ਰਹੇ ਹੋ ਉਹਨਾਂ ਦਾ ਬਿਲਕੁਲ ਹੈ, ਉਹਨਾਂ ਦੇ ਐਸੈਟ ਡਿਕਲੇਅਰ ਹੁੰਦੇ ਨੇ, ਈਵਨ ਆਪਣੇ ਜਦੋਂ ਉਹ ਇਲੈਕਸ਼ਨ ਵਾਸਤੇ ਫਾਈਲ ਕਰਦੇ ਨੇ ਨੋਮੀਨੇਸ਼ਨਸ ਵਗੈਰਾ, ਉਹਦੇ ਵਿੱਚ ਡੈਫੀਨੇਟਲੀ, ਔਰ ਬੜੇ ਬੜੇ ਮਸ਼ਹੂਰ ਲੋਕਾਂ ਦਾ ਨਾਮ ਵੀ ਆਉਂਦਾ ਹੈ ਟੀਵੀ ਤੇ ਅਖਬਾਰਾਂ ਤੇ ਕਿ ਬਈ ਇਹਦੇ ਇੰਨੇ ਅਸਾਸੇ ਨੇ, ਇੰਨਾ ਟੈਕਸ ਦਿੱਤਾ ਹੈ। ਲੇਕਿਨ ਕਿਸੇ ਸਰਕਾਰੀ ਮਹਿਕਮੇ ਦਾ ਕਿਸੇ ਸਰਬਰਾਹ ਦਾ ਜਾਂ ਕੋਈ ਇਸ ਤਰ੍ਹਾਂ ਮੈਂ ਤੇ ਨਹੀਂ ਸੁਣਿਆ। ਸਰ ਫॉर ਇੰਸਟੈਂਸ ਪਾਕਿਸਤਾਨ ਦੇ ਤੇ ਮੈਨੂੰ ਨਹੀਂ ਪਤਾ, ਪਰ ਤੁਸੀਂ ਸੁਣਿਆ ਹੋਵੇਗਾ ਕਿ ਫਿਨਲੈਂਡ ਵਿੱਚ ਉਹਨਾਂ ਨੇ ਸਾਰੇ ਲੋਕਾਂ ਦੇ ਸਾਰੇ ਟੈਕਸ, ਸਾਰੇ ਸੈਲਰੀ, ਸਾਰਾ ਕੁਝ ਟ੍ਰਾਂਸਪੇਰੈਂਟ ਕਰਤਾ ਹੈ। ਕੋਈ ਵੀ अपनी सैलरी या इनकम छुपा नहीं सकता। हाँ वो तो बड़ी गल ठीक है ना। पाकिस्तान वाला अगर वापस आविए, अगर वो ऐसे डिक्लेरेशन का एग्जांपल देती है, मैं माफी चाहना, वो बिल्कुल तुसी ठीक फिनलैंड की एग्जांपल देती है, लेकिन बावजूद इन चीज़ों के उत्थे फिर भी करप्शन हो जाती है। फिनलैंड जैसे मुल्क में भी करप्शन हो जाती है, ट्रस्ट मी। हाँ लेकिन साढ़े तो पनामा लीग से इतने सारे ना आ गए, अगर ऐसे डिक्लेरेशन सही तरीके नाल होंदी पई होवे, वो भी सही तरीके नाल नहीं होए ना, पनामा ना तो नहीं आने चाहिए हैं। सर मैनू नहीं पता कि पनामा में सिर्फ पाकिस्तानी हैं कि बाकी दुनिया के लोग? सारी दुनिया तो हैं, लेकिन बाकी मैं जाके उथे खोज लवां, मैं अगर जाके खोज लवां, हो सकता है मैनू फिनलैंड दा भी एक आध बंदा लभ जाए उथे। नहीं बाकी मुल्कां च ये होया, मतलब नहीं बाकी मुल्कां च ये होया कि लोगों ने अस्तीफे दे दिते। आइसलैंड के वजीर आजम ने, मेरा ख्याल है आइसलैंड का ही आई, उन्हें अस्तीफा दे दिता जिले ओहदा ना आया। इंग्लैंड के वजीर आजम दे कोई प्यो दा ना आया, शायद उन्होंने अस्तीफा दे। मतलब बाकी मुल्कां च ये होया कि अगर चोर बाजारी की तो उन्होंने ना आ गया, उन्हें मजीद तहकीक या अदालती केस की गल नहीं की, उन्हें कि इतनी गल काफ़ी है कि मेरा नाम उहदे च आ गया। इसका मतलब है कि मैं अपने पैसे ऐसी जगह जमा कराए हैं जिथों मैं टैक्स तो बच सका। टैक्स चोरी का काम किया मैं अपने एसेट मुल्क के अंदर डिक्लेयर ना करके। उन्होंने जड़ा है वो जड़ा पब्लिक ऑफिस है, जड़ी वो जिम्मेदारी है उस तो अलग हो गए। एक लेकिन जी चीज़ नहीं तवज्जो की वो है मोटरवे पुलिस कि पुरानी पुलिस का निज़ाम उंज ही चलता पे, लेकिन एक असा
मोटरवे पुलिस ने दस दिता है कि अगर तुम दूए तरीके नाल काम करना चाहो तो वो भी मुमकिन है। ये तुम नहीं आख सकते कि इस निज़ाम ने इंज ही चलना है। नहीं सर, वो मैं माफी चाहना, वो मेरे ज़हन विच भी एग्जांपल आई सी मोटरवे दी, मैं ਦਿੱਤੀ ਇਸ ਵਾਸਤੇ ਨਹੀਂ ਕਿ ਉਹ ਇੱਕ ਨਵੀਂ ਚੀਜ਼ ਬਣੀ ਹੈ। ਮੈਂ ਸਮਝਿਆ ਸੀ ਤੁਸੀਂ ਕਹਿ ਰਹੇ ਹੋ ਕਿ ਕੋਈ ਪੁਰਾਣਾ ਮਹਿਕਮਾ ਹੈ ਤੇ ਉਹਨੇ ਇਹ ਜਿੱਦਤ ਲੈ ਕੇ ਆਇਆ ਹੋਇਆ। ਮੈਂ ਉਸ ਪੈਰਾਡਾਈਮ ਵਿੱਚ ਸੋਚ ਰਿਹਾ ਸੀ, हाँ नहीं, ਉਸ मतलब वो ਰੀਜ਼ਨਿੰਗ ਵਿੱਚ ਸੋਚ ਰਿਹਾ महकमा तो पुलिस का है ਸੀ। ना। ਦੇਖੋ ਨਾ, ਮੋਟਰਵੇ ਬਣਿਆ ਉਹਨਾਂ ਨੇ ਕਿਹਾ ਯਾਰ ਅਸੀਂ ਨਵੀਂ ਜਿਹੜੀ ਫੋਰਸ ਹੈ ਨਾ ਇੰਟਰੋਡਿਊਸ ਕਰ ਰਹੇ ਹਾਂ। ਤੁਸੀਂ ਦੀ ਇੱਕ ਐਗਜ਼ਾਮਪਲ, ਇੱਕ ਛੋਟੀ ਜੀ ਇਸ ਤਰ੍ਹਾਂ ਹੈ ਕਿ ਤੁਹਾਨੂੰ ਯਾਦ ਹੋਣਾ ਹੈ ਕਿ ਇਹਨਾਂ ਨੇ ਟ੍ਰੈਫਿਕ ਵਾਰਡਨ ਦਾ ਸਿਸਟਮ ਇੰਟਰੋਡਿਊਸ ਕੀਤਾ ਸੀ ਲਾਹੌਰ, ਪੰਜਾਬ ਵਿੱਚ, ਮੁxtਲਿਫ ਸ਼ਹਿਰਾਂ ਵਿੱਚ, ਪਰਵੇਜ਼ ਅਲਾਈ ਦੇ ਜ਼ਮਾਨੇ 'ਚ। जी जी ਪਰਫਾਰਮ ਕਰ ਰਹੇ ਸਨ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਹੁਣ ਉਹਨਾਂ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਵੀ ਉਹ ਕਿਸ ਤਰ੍ਹਾਂ ਵਿੱਚ ਕਰਪਸ਼ਨ ਸਮਾ ਗਈ ਔਰ ਤੇ ਮਤਲਬ ਉਹ ਪੁਰਾਣੀ ਡਗਰ ਤੇ ਉਹ ਵੀ ਚੱਲਣਾ ਸ਼ੁਰੂ ਹੋ ਗਿਆ। ਹੁਣ ਇਹਦੀ ਜਿਹੜੀ ਅਹਿਮ ਗੱਲ ਜੀ, ਇਹਦੀ ਜਿਹੜੀ ਅਸਲ ਅਹਿਮ ਗੱਲ ਹੈ ਨਾ ਕਿ ਨਵਾਂ ਨਿਜ਼ਾਮ ਤੁਸੀਂ ਕਾਇਮ ਕਰਨ ਦਿਓ ਉਹ ਦੇ ਕਾਮਯਾਬੀ ਨਾਲ ਚੱਲਣ ਵਾਸਤੇ ਤੇ ਪੁਰਾਣੇ ਨਿਜ਼ਾਮ ਨੂੰ ਅਗਰ ਤਬਦੀਲ ਕਰਨ ਦਾ ਦੋਵਾਂ ਵਾਸਤੇ ਇਹਦਾ ਤਾਲੁਕ ਸਿਰਫ ਹੁਕਮਰਾਨਾਂ ਨਾਲ ਨਹੀਂ ਹੈ, ਇਹਦਾ ਲੋਕਾਈ ਦੇ ਨਾਲ ਵੀ ਤਾਲੁਕ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹ ਲਵਣ ਤੇ ਦੇਵਣ ਵਾਲੇ ਦੋਵੇਂ ਸ਼ਾਮਿਲ ਹਨ। ਜਜਮਾਨੀ ਨਿਜ਼ਾਮ ਤਾਂ ਕਾਇਮ ਰਹਿੰਦਾ ਹੈ ਕਿ ਜਿਸ ਬੰਦੇ ਨੇ ਫਾਇਦਾ ਚਾਹਣਾ ਹੈ ਉਹਦਾ ਯਾਰ ਮੈਂ ਆਪਣਾ ਕੰਮ ਕਢਾਓ, ਲਾਨਤ ਭੇਜੋ, ਬਾਕੀ ਜਿਵੇਂ ਹੁੰਦਾ ਰਹੇ, ਮੈਂ ਬਾਕੀਆਂ ਦੇ ਹੱਕ ਦੇ ਵਾਸਤੇ ਤੇ ਬਾਕੀਆਂ ਨਾਲ ਰਲ ਕੇ ਕੋਈ ਤਬਦੀਲੀ ਕਰਨ ਵਾਸਤੇ ਕਿਉਂ ਕੰਮ ਕਰਾਂ। ਮੈਨੂੰ ਜਿਹੜਾ ਨਾ ਆਪਣੇ ਕੰਮ ਕਢਾਉਣਾ ਚਾਹੀਦਾ ਹੈ। ਬਾਕੀ ਜਿਵੇਂ ਸਾਡਾ ਮੁਹਾਵਰਾ ਬਣਿਆ ਹੈ, ਤੂੰ ਆਪਣੀ ਨਬੇੜ ਤੈਨੂੰ ਹੋਰ ਨਾਲ ਕੀ, ਤੂੰ ਗੱਠੜੀ ਸੰਭਾਲ ਤੈਨੂੰ ਚੋਰ ਨਾਲ ਕੀ, ਅਸਾਂ ਉਹਦਾ ਉਹ ਵੀ ਬਣਾਇਆ ਹੋਇਆ ਜਵਾਜ਼। ਲੇਕਿਨ ਅਸਲ ਗੱਲ ਇਹ ਹੈ ਕਿ ਆਪ ਜਿਹੜੇ ਕੱਲੇ ਦਾਣਾ ਹੋਣ ਦੀ ਸੋਚ ਤੋਂ ਜੇ ਤੱਕ ਆਮ ਲੋਕ ਨਾ ਨਿਕਲਣ ਤੇ ਜਜਮਾਨੀ ਦਾ ਨਿਜ਼ਾਮ ਨਹੀਂ ਬਣਿਆ ਜਾ ਸਕਦਾ। ਜਾਂ ਅਗਰ ਨਵਾਂ ਬਣ ਗਿਆ ਉਹਦੇ ਵੱਧ ਰਸਤਾ ਕਰ ਲੈਣਾ, ਯਾਰ ਮੇਰਾ ਕੰਮ ਹੋ ਵੰਜੇ, ਮੈਂ ਕਤਾਰ ਬਣ ਕੇ ਅੱਗੋਂ ਨਿਕਲ ਵੰਜਾਂ, ਬਾਕੀ ਖਲੋਤੇ ਰਹਾਂ। ਇਹ ਅਹਿਮ ਗੱਲ ਹੈ। ਲੇਕਿਨ ਇਹਦੇ ਬਾਵਜੂਦ ਕੁਝ ਤਾਂ ਐਸੀ ਚੀਜ਼ਾਂ ਹਨ ਜਿਹੜੀ ਸਰਕਾਰ ਨੇ, ਜਿਹੜਾ ਤੁਹਾਨੂੰ ਜ਼ਿਕਰ ਕੀਤਾ ਹੈ, ਡਿਜੀਟਾਈਜ਼ੇਸ਼ਨ ਕਰ ਦਿੱਤੀ, ਮੋਟਰਵੇ ਪੁਲਿਸ ਬਣਾ ਦਿੱਤੀ। ਲੇਕਿਨ ਕੁਝ ਐਸੇ ਲੋਕ ਹਨ ਸਰਕਾਰ ਦੇ ਅੰਦਰ ਵੀ ਜਾਂ ਸਰਕਾਰੀ ਨਿਜ਼ਾਮ ਤੋਂ ਬਾਹਰ ਵੀ, ਜਿਨ੍ਹਾਂ ਨੇ ਇੱਕ ਨਵੇਂ ਤਰੀਕੇ ਨਾਲ ਉਹਨਾਂ ਕੰਮਾਂ ਨੂੰ ਕਰਨ ਦਾ ਤਰੀਕਾ ਲੱਭਿਆ, ਜਜਮਾਨੀ ਨੂੰ ਖਤਮ ਕਰਕੇ ਲੋਕਾਈ ਨੂੰ ਨਾਲ ਰਲਾ ਕੇ ਕੱਲੇ ਦੀ ਬਜਾਏ ਸਾਰਿਆਂ ਦਾ ਮਸਲਾ ਇਕੱਠਾ ਹੱਲ ਕਰਨ ਦੇ, ਇਨਸਾਨ ਦੀ ਬਜਾਏ ਹੱਕ ਦੇ ਤੌਰ ਤੇ ਉਹਨਾਂ ਦੇਣ ਦੇ, ਇਸ ਕਿਸਮ ਦੇ ਕੰਮ ਪਾਕਿਸਤਾਨ ਵਿੱਚ ਹੋਏ ਹਨ ਲੋਕਾਂ ਨੇ। ਅੱਛਾ, ਸਭ ਤੋਂ ਆਸਾਨ ਜਿਹੜਾ ਤਰੀਕਾ ਹੈ, ਸੁਮੈਰਾ ਨੇ ਪੁੱਛਿਆ ਜੀ ਕੋਈ ਕਿਤਾਬ ਦੱਸੋ। ਉਹ ਤਾਂ ਇੱਕ ਤਰੀਕਾ ਇਹ ਹੈ ਕਿ ਤੁਸੀਂ ਰਮੋਨ ਮੈਗਸੈਸੇ ਅਵਾਰਡ ਦੀ ਵੈਬਸਾਈਟ ਤੇ ਚਲੇ ਵੰਜੋ। ਇਹ ਫਿਲੀਪੀਨ ਦੇ ਸਦਰ ਹਨ, ਉਹਨਾਂ ਦੇ ਵੱਲੋਂ ਇਹ ਅਵਾਰਡ ਮਿਲਦਾ ਹਰ ਸਾਲ। ਇਹਨੂੰ ਏਸ਼ੀਆ ਦਾ ਨੋਬੈਲ ਪ੍ਰਾਈਜ਼ ਵੀ ਆਖਦੇ ਆ। ਉਹਦੇ ਮੇਰੇ ਖਿਆਲ ਘੱਟ ਤੋਂ ਘੱਟ 6 ਪਾਕਿਸਤਾਨੀ ਹਨ ਜਿਨ੍ਹਾਂ ਨੂੰ ਇਹ ਅਵਾਰਡ ਮਿਲੇ। ਉਹਦੇ ਵਿੱਚ ਕਈ ਸਰਕਾਰੀ ਅਫਸਰਾਨ ਵੀ ਸ਼ਾਮਿਲ ਹਨ। ਜਿਹੜੇ ਲੋਕ ਬਹਾਨਾ ਬਣਾਉਂਦੇ ਹਨ ਜੀ ਮੈਂ ਤਾਂ ਸਰਕਾਰੀ ਮੁਲਾਜ਼ਮ ਹਾਂ, ਮੈਂ ਤਾਂ ਕੁਝ ਨਹੀਂ ਕਰ ਸਕਦਾ, ਮੇਰੇ ਤੇ ਹੱਥ ਪੱਲੇ ਕੁਝ ਨਹੀਂ, ਮੇਰੇ ਹੱਥ ਬੰਨੇ ਹੋਏ, ਜਾਂ ਉਹਦਾ ਇਹ ਬਹਾਨਾ ਬਣਾਉਂਦੇ ਹਨ ਚੋਰ ਬਜ਼ਾਰੀ ਦਾ ਹਿੱਸਾ ਬਣਨ ਦਾ। ਜਾਂ ਇੱਕ ਸਾਡਾ ਇੱਕ ਯਾਰ ਆਈ ਜਿਹੜਾ UN ਵਿੱਚ ਕੰਮ ਕਰਦਾ ਹੈ, ਉਹਦੇ ਵਿੱਚ ਉਦੋਂ ਤੋਂ ਬਾਅਦ ਉਹ ਕੋਈ ਦਬਾਅ ਪੈਂਦਾ ਹੈ ਜਾਂ ਉੱਤੋਂ ਗੱਲ ਕੀਤੀ ਤਾਂ ਫਿਰ ਅਸਾਂ ਉਹਨੂੰ ਕੋਈ ਪੁੱਛਦੇ ਹੁੰਦੇ ਅਸੀਂ, ਉਹਨੇ ਇਹਦਾ ਜਵਾਬ ਬਣਾਇਆ ਹੈ। कहता है जी मेरी ट्रेनिंग हुई है पहले किस, मैं सरकारी मुलाजिम हूँ, शायद सिविल सर्विस आई, कि मैं जो दफ्तर गया तो मेरा जोड़ा है ना वो जोड़ा बॉस आई उत्ते मेरा जो बंदा आई वो नमाजी परहेजगार हो सी, शायद शक्ल भी मुशर्रा हो सी। तो मैं उन्होंने पूछा जी ये तुम क्या काम करते हो, उन्होंने ये जवाब बनाया, उन्होंने कहा जी सरकारी दफ्तर जोड़ा ना कंजरी का कोठा है, इतने तुम पाक साफ होने की कोशिश नहीं कर सकते। उन लोगों ने जवाब बनाया हुआ है इतने तुम हर जायज़ नाजायज़ काम करना है जोड़ा आवे। लेकिन कुछ ऐसे लोग हैं, रमोन मैगसेसे अवार्ड उन्होंने जिक्र होया, जिन्होंने इस निज़ाम नूं भन के
ਤੇ ਐਸਾ ਨਿਜ਼ਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਲੋਕਾਂ ਦੇ ਜੋ ਹੱਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ, ਹੱਕ ਦੇ ਤੌਰ ਤੇ, ਇਹਸਾਨ ਦੇ ਤੌਰ ਤੇ ਨਹੀਂ ਮਿਲਣਾ ਚਾਹੀਦਾ, ਕੱਲੇ ਕੱਲੇ ਨੂੰ ਸਭ ਨੂੰ ਨਹੀਂ ਮਿਲਣਾ ਚਾਹੀਦਾ। ਉਹਦੇ 'ਚ ਇੱਕ ਅਦੀਬ ਰਿਜ਼ਵੀ ਸਾਹਿਬ ਦਾ ਵੀ ਕੇਸ ਹੈ, ਸਿੰਧ ਇੰਸਟੀਚਿਊਟ ਆਫ ਯੂਰੋਲੋਜੀ ਦੇ ਵਿੱਚ ਕਰਾਚੀ ਦੇ ਵਿੱਚ। ਉਹਦੇ ਵਿੱਚ ਜਿਹੜਾ ਅਖਤਰ ਹਮੀਦ ਖਾਨ ਦਾ ਵੀ ਜ਼ਿਕਰ ਹੈ, ਉਹਦੇ ਸ਼ੁਐਬ ਸੁਲਤਾਨ ਖਾਨ ਸਾਹਿਬ ਦਾ ਵੀ ਜ਼ਿਕਰ ਹੈ ਜਿਹੜੇ ਬਿਊਰੋਕਰੇਟ ਹਨ। ਤੇ ਹੁਣ ਵੀ ਸਾਡੇ ਐਸੇ ਲੋਕ ਹਨ ਬਿਊਰੋਕ੍ਰੇਸੀ ਦੇ ਵਿੱਚ, ਜਿਸ ਤਰ੍ਹਾਂ ਅਮਜਦ ਜ਼ਾਕਿਬ ਸਾਹਿਬ ਹਨ, ਉਹਨਾਂ ਨੇ ਅਖੂਵਤ ਦੇ ਨਾਂ ਤੋਂ ਇਦਾਰਾ ਸ਼ੁਰੂ ਕੀਤਾ ਕਿ ਆਮ ਗਰੀਬ ਲੋਕਾਂ ਨੂੰ ਕਰਜ਼ਾ ਮਿਲੇ ਬਗੈਰ ਸੂਦ ਦੇ। ਉਹ ਪ੍ਰੋਫੈਸਰ ਯੂਨਸ ਤੋਂ ਇੱਕ ਕਦਮ ਅੱਗੋਂ ਚਲੇ ਗਏ। ऐसे बहुत सारे लोग हैं जिन्होंने काम किए हैं, लोगों को रिहाइश मिलने वास्ते, कर्जा मिलने वास्ते, सैनिटेशन मिलने वास्ते, बहुत सारी चीज़ ਉਹਦੇ वास्ते। बुनियादी गल ਜਿਹੜੀ है सब तो औखी, ਜਿਹੜੀ ट्रांसपेरेंसी ਦੀ भी गल इस वास्ते अहम है कि कोई चीज़ कोई लुका ना सके ਤੇ ਕੋਈ ਮੈਰਿਟ ਤੋਂ ਹਟ ਕੇ ਫੈਸਲਾ ਨਾ ਕਰ ਸਕੇ। ਲੇਕਿਨ ਇਹ ਜਜਮਾਨੀ ਦੇ ਖਤਮ ਨਾ ਹੋਣ ਦੇ ਵਿੱਚ ਜਿਹੜੀ ਵੱਡੀ ਰੁਕਾਵਟ, ਜਿਹੜੀ ਬੰਦਿਸ਼ ਜ਼ਿਹਨੀ, ਜਿਹੜਾ ਡੱਕਾ ਸਾਡੇ ਜ਼ਿਹਨ ਨੂੰ ਲੱਗਿਆ ਹੋਇਆ, ਸਾਨੂੰ ਆਮ ਲੋਕਾਂ ਨੂੰ ਇਸ ਗੱਲ ਤੇ ਇਤਮਾਦ ਵੀ ਨਹੀਂ ਹੁੰਦਾ ਬਿਲਕੁਲ ਕਿ ਅਸਾਂ ਸਰਕਾਰ ਕੋਲ ਕੋਈ ਕੰਮ ਕਰਵਾ ਸਕਦੇ ਹਾਂ ਜਾਇਜ਼ ਤਰੀਕੇ ਨਾਲ, ਜਾਂ ਸਰਕਾਰ ਦੇ ਤਰੀਕੇ ਨੂੰ ਬਦਲ ਸਕਦੇ ਹਾਂ। ਸਰਕਾਰ ਤੇ ਇਤਮਾਦ ਜਿਹੜਾ ਹੈ ਨਾ, ਉਹ ਇਤਨਾ ਤੱਲੇ ਹੈ ਕਿ ਇਸ ਵਾਸਤੇ ਲੋਕਾਂ ਨੇ ਉਹ ਦਿਲ ਹੀ ਛੋੜ ਦਿੱਤਾ, ਯਾਰ ਇਹ ਕੰਮ ਹੋ ਹੀ ਨਹੀਂ ਸਕਦਾ, ਇਹਨੂੰ ਕਰਨ ਦੀ ਲੋੜ ਕੀ, ਇਹਦੇ ਸਿਰ ਕਿਉਂ ਖਪਾਓ, ਇਹਦੇ ਨੁਕਸਾਨ ਕਿਉਂ ਚਾਹੋ। ਇਹ ਕੁਝ ਐਸੇ ਲੋਕ ਹਨ ਸਰਕਾਰ ਦੇ ਅੰਦਰ ਆਉਂਦੇ ਹੋਏ ਜਿਨ੍ਹਾਂ ਨੇ ਆਪਣੀ ਹਸੀਅਤ ਨੂੰ ਇਸਤੇਮਾਲ ਕੀਤਾ। ਕੁਝ ਬਾਹਰ ਤੋਂ ਲੋਕ ਹਨ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਕਿ ਸਰਕਾਰ ਦੇ ਵਿੱਚ ਤੁਸੀਂ ਤਰੀਕਾ ਲੱਭ ਸਕਦੇ ਹੋ ਸਰਕਾਰ ਦੇ ਨਾਲ ਇਤਮਾਦ ਕਾਇਮ ਕਰਨ ਦਾ, ਉਹਨਾਂ ਨਾਲ ਰਲ ਮਿਲ ਕੇ ਕਾਇਮ ਕਰਨ ਦਾ, ਨਵਾਂ ਤਰੀਕਾ ਦੱਸਣ ਦਾ ਤੇ ਨਵੇਂ ਤਰੀਕੇ ਨੂੰ ਉਹ ਜਾਰੀ ਕਰਨ ਦਾ, ਉਹਦੇ ਚੱਲਦੇ ਰਹਿਣਾ। ਇਹ ਬਹੁਤ ਸਾਰੇ ਕੰਮ ਹੋਏ, ਇਹ ਤੁਹਾਨੂੰ ਪੜ੍ਹਨ ਦੀ ਜ਼ਰੂਰਤ ਹੈ। ਜਿਹੜੇ ਅਸਲ ਲੋਕਾਂ ਨੇ ਰਿਵਾਇਤੀ ਸਿਆਸੀ ਲਿਟਰੇਚਰ ਜਾਂ ਤਰਜੀਹ ਪੜ੍ਹਿਆ, ਅਸਾਂ ਇਹਨਾਂ ਚੀਜ਼ਾਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ, ਕਿਉਂਕਿ ਆਮ ਤੌਰ ਤੇ ਜਿਸ ਵੇਲੇ ਅਸਾਂ ਤਬਦੀਲੀ ਦੀ ਗੱਲ ਕਰਦੇ ਹਾਂ ਜਾਂ ਅਸਾਂ ਸਿਆਸੀ ਜਮਾਤ ਦੀ ਹਵਾਲੇ ਨਾਲ ਸੋਚਦੇ ਹਾਂ, ਜਾਂ ਅਸਾਂ ਸਿਆਸੀ ਤਰੀਕੇ ਨਾਲ ਲੜਾਈ ਕਰਨ ਨੂੰ ਸੋਚਦੇ ਹਾਂ ਕਿ ਹੜਤਾਲ ਕਰਨੀ ਹੈ, ਮਾਰਚ ਕਰਨਾ ਹੈ, ਮੁਤਾਲਬੇ ਕਰਨੇ, ਕਾਨੂੰਨ ਬਦਲਣ ਦੇ ਬਾਵਜੂਦ ਹੀ ਜਿਸ ਤਰ੍ਹਾਂ ਕਾਮਰਾਨ ਨੇ ਆਖਿਆ ਕਿ ਉਹ ਨਵਾਂ ਨਾ ਆਉਂਦਾ ਕੰਮ ਪੁਰਾਣਾ ਨਹੀਂ ਹੁੰਦੇ ਰਹਿੰਦੇ। ਲੇਕਿਨ ਜੇ ਉਹਨੂੰ ਪੂਰਾ ਤਬਦੀਲ ਕਰਨਾ, ਅੰਦਰੋਂ ਬੁੱਢੂ ਪਟਣਾ, ਤਾਂ ਉਹਦਾ ਇਹ ਤਰੀਕਾ ਹੈ ਕਿ ਕੋਈ ਇੱਕ ਮਸਲਾ ਪਕੜ ਕੇ ਸਰਕਾਰ ਦੇ ਕਿਸੇ ਇੱਕ ਮਹਿਕਮੇ ਨੂੰ ਪਕੜ ਕੇ ਉਹਦਾ ਜਿਹੜਾ ਕੰਮ ਦਾ ਤਰੀਕਾ ਹੈ ਉਹਨੂੰ ਸਮਝ ਕੇ ਤੇ ਉਹਦਾ ਮੁਤਬਾਦਲ ਤਰੀਕਾ ਕਰਨ ਵਾਸਤੇ ਨਾ ਸਿਰਫ ਪਾਲਿਸੀ ਵਿੱਚ ਤਬਦੀਲੀ ਕਰੋ, ਬਲਕਿ ਅਮਲੀ ਤੌਰ ਤੇ ਉਹਦਾ ਰਸਤਾ ਕੱਢ ਕੇ ਸਰਕਾਰ ਨੂੰ ਵਿਖਾਓ। ਸਰਕਾਰ ਦੇ ਅੰਦਰ ਜਿਹੜੇ ਲੋਕ ਬੈਠੇ ਹੁੰਦੇ ਨੇ, ਆਪਣੀ ਸਭ ਤਰਬੀਅਤ ਦੇ ਬਾਵਜੂਦ, ਮੈਰਿਟ ਤੇ ਆਉਣ ਦੇ ਬਾਵਜੂਦ, ਉਹਨਾਂ ਦਾ ਇਲਮ, ਉਹਨਾਂ ਦਾ ਤਜਰਬਾ ਬਹੁਤ ਮਹਦੂਦ ਹੁੰਦਾ ਤੇ ਲੋਕਾਂ ਦਾ ਉਹਨਾਂ ਤੇ ਇਤਮਾਦ ਹੀ ਨਹੀਂ ਹੁੰਦਾ, ਕਰਨਾ ਵੀ ਚਾਹਣ ਤਾਂ ਨਹੀਂ ਕਰ ਸਕਦੇ। लेकिन कुछ लोग हैं जिन्होंने इल्म सीखा है, पहले लोगों का इतमाद हासिल करना, बस सरकार नाल मुकालमा करना, उन्हों का इतमाद हासिल करना, ये तो है जिसको आखते हैं इंस्पिरेशन, कि लोगों को आखना यार अपना हक मंगो, उन्होंने इंस्पायर करना, उन्होंने अपने हक दे उन्होंने कट्ठे करना कि यार तुम कट्ठे करो, रल के काम करे सो तो काम हो सी। सरकार ही जो कोई बंदे लभना कि जिन्होंने अंदर उन्होंने जमीर जिंदा होए काम करने तैयार हो। लेकिन दूरी घरों की ऑपरेशन है, दो टंगा से चलना है। जो ऑपरेशनल तरीका तुम ऐसा कट के नहीं ले आते कि जिस नाल तुम दसेंदे हो कि भाई ये काम सारे हो सकते, इसका नवा तरीका करने का यह है। ट्रांसपेरेंसी सिर्फ उसका एक हिस्सा है, होर भी चीज़ां चाहिए। अगर इंस्पिरेशन तो ऑपरेशन दोवें करे सो कि लोगों नाल भी जुड़त बनाए सो, सरकार दे नाल भी जुड़त बनाए सो, ਤੇ ਤਰੀਕਾ ਵੀ ਐਸਾ ਕੱਢ ਕੇ ਲਿਆ ਸੋ ਜਿਹੜੇ ਉੱਤੇ ਕੰਮ ਹੋ ਸਕੇ, ਉਹ ਤੁਸੀਂ ਤਬਦੀਲੀ ਦਾ ਕੰਮ ਕਰ ਸਕਦੇ ਹੋ। ਇਸ ਸ਼ੋਬੇ ਦੇ ਵਿੱਚ ਲੋਕਾਂ ਨੇ ਕੰਮ ਕੀਤਾ ਹੈ, ਲੋਕਾਂ ਦੀ ਬੁਨਿਆਦੀ ਸਿਹਤ ਦੀ ਲੋੜਾਂ ਪੂਰੇ ਕਰਨ ਵਾਸਤੇ,
सैनिटेशन का निज़ाम तब्दील करने वास्ते, पानी का निज़ाम, क्योंकि हुण पाकिस्तान कोई 4000 रिपोर्ट है कुछ अर्सा पहले पानी स्कीमां बंद पईयां, एक स्कीम 1.5 to 2.5 करोड़ नाल बनदी, उन्होंने दोबारा बहाल करना, सैनिटेशन का निज़ाम खराब होया है उन्होंने बहाल करना, स्कूल बंद पैन, हेल्थ सेंटर उन्होंने चलावना, इस तरह लोगों को जिहड़ा वो गैर कानूनी नाल कब्जे नाल माफिया जमीन जरिए मिलदियां ऐसा निज़ाम कायम करना कि उदू कानूनी शक्ल दे दो, कानूनी तौर पर हक दे दो, कागजात दे दो, लेकिन नवा तरीका मुतारफ कर दो, खत्म होने, ये सारे काम पाकिस्तान के लोगों ने किए हैं। जिथे माफिया ने जमीन से कब्जा करने की कोशिश की उन्हें रोकने के तरीके भी किए हैं। ये जिहड़े काम होए ये समैरा तुसां मैनूं आख्या इन्हां दी केस स्टडीज हुई हैं, वो केस स्टडीज दी मैं तुहानूं भेज सकना फहरिस्त भी, लेकिन उस वास्ते अहम गल ये है कि वो तुसां केस स्टडीज नूं पढ़ो, ओहदे च वेखण दी कोशिश करो कि जिहड़े असां असूलां दी गल करदे पए हैं जिन्हां दी बुनियाद नाल रलावण ते रल वरतण ते होवे, इल्म ते होवे, अकल दी बुनियाद ते होवे, सांझ ते होवे, ओहदा केड़ा तरीका है। ये जिहड़े प्रोग्राम हैं जिन्हां ने कीता है इन्होंने अमली तौर पर किहड़े किहड़े तरीके वरते उन्होंने कायम करने वास्ते, ये सब तो अहम गल। ਉਹਦੀ मैं कोई मिसालां तुहानूं दे भी सकना, एक मैं मिसाल तुहानूं दे देना क्योंकि साढ़े कोल 6 मिनट रह गए ते, लेकिन अहम गल यह है कि असां जरा इन्हां नूं खुद चीज़ां वल तवज्जो करना शुरू करिए, इन्हां ते विचार करना शुरू करिए, इन्हां दी परख परचोल करना शुरू करिए, इन्हां नूं जानन दी कोशिश करिए ते ये वेखिए कि आया कितना है। साड़ी जो सब तो बड़ा डक्का इन्हां दे राह च वो साढ़े अपने जहन दी लाई बंदिशां हैं, या तो असां आखदे कि ये काम हो नहीं सकता, या असां समझदे हैं कि यार ये काम नूं करन दा तरीका ठीक कोई नहीं, कोई वड्डा तरीका होना चाहिए, इक्को ही हल्ले दे विच उत्तों सरकार तब्दील हो वंजे, हर शै बदल वंजे, जेहड़ा असां वेख सकियां कि कदाई नहीं हो। जितनी फौजी हुकूमत आई हैं वो दावा करके आई हैं, मौजूदा हुकूमत भी ये आई, उत्तों कोई एक जादू दी वो छड़ी कोई नहीं चलावन हर शै तल्ले तब्दील होवे सी, तल्ले करना पौसी एक एक गली एक एक महल्ले दे विच ते नवें तरीके नाल, जिहदे विच लोकां नूं नाल रलाउणा है, सरकार नूं भी नाल रलाउणा है ते रस्ता ऐसा कढना है जिस नाल सरकार दे काम आसान होण। मैं तुहानूं छोटी जी मिसाल दे देना ते उस तो बाद मैं गल खत्म करे सां, बात असां अगली दफा इस ते चल सकदे। बलवाल एक शहर है साडा, ਉਹਦੇ ਵਿੱਚ ਅੱਛਾ ਮੇਰਾ ਇੱਕ ਬੇਲੀ ਹੈ ਨਜ਼ੀਰ ਅਹਿਮਦ ਭੱਟੂ, ਹੁਣ ਜਿਹੜੀਆਂ ਹਜ਼ਾਰਾਂ ਮੈਂ ਤੁਹਾਨੂੰ ਦੱਸਿਆ ਵਾਟਰ ਸਪਲਾਈ ਸਕੀਮਾਂ ਬੰਦ ਪਈਆਂ, ਉਹਦੇ ਜੀ ਵਾਟਰ ਸਪਲਾਈ ਸਕੀਮ ਬਣ ਗਈ ਆਈ ਕਰੋੜਾਂ ਰੁਪਏ ਨਾਲ ਤੋਂ ਬੰਦ ਪਈ ਹੋਈ ਹੈ, ਨਾ ਪਾਣੀ ਕਿਸੇ ਨੂੰ ਮਿਲਦਾ ਪਿਆ ਹੈ, ਨਾ ਪਾਣੀ ਦਾ ਬਿੱਲ ਮਿਲਦਾ ਪਿਆ ਹੈ ਹਕੂਮਤ ਨੂੰ, ਉਹ ਪਿਆ ਹੋਇਆ ਹੈ। ਇਹ ਜਿਹੜੇ ਅਸੀਂ ਗੱਲ ਕਰਦੇ ਪਏ ਸੇ ਲੋ ਲੈਵਲ ਆਫ ਇਕੁਇਲਿਬ੍ਰੀਅਮ पिछली क्लास है, उत्थों का एक बंदा है उन्होंने वट्टू साहब का पता है कि वट्टू बड़ा गुणी आदमी है, उन्होंने लोगों ते सरकार दोवां नाल काम करन दा वल आंदा है। उन्हें आख्या जी तुसां वट्टू साहब जरा साडी मदद करो, इस स्कीम नूं जरा बहाल करवा दो, दोबारा चला दो। वट्टू ने मन के ना पहले उस दे एक उस इलाके में जिहड़े घर हैं ना उन्होंने नाल लोगों नाल मुकालमा शुरू किया, भाई पानी मिलता पाया नहीं मिलता पाया, क्या शिकायत है, पानी आंदा ही नहीं। अच्छा हाँ, ते पानी आंदा ही नहीं पिया, या पानी की पाइपलाइन लीक होंदा पिया है, या ओवर टैंक दे विच कोई खराबी है, या मशीन नहीं चलती, या बिजली का कनैक्शन खत्म हो गया, क्या हो गया। पूरा सर्वे करके पता किया, वध लोगों ने आख्या भी तुसां चाहते हो तो बकायदगी नाल पानी मिले या ना मिले, तो जे पानी मिले तो ਉਹਦੇ बाद बिल दसो। उन्हें कहा हाँ, पर अगला सवाल उन्हें चाहे, उन्हें आख्या कि हुण तो फ्लैट रेट है, हर कई नूं
ਇੱਕੋ ਬਿੱਲ ਦੇਣਾ ਪੈਂਦਾ। ਚਾਹੇ ਕੋਈ ਬੰਦਾ ਆਪਣੇ ਕੁੱਤੇ ਨੂੰ ਨਵਾਉਂਦਾ ਪਿਆ ਉਸ ਪਾਣੀ ਨਾਲ, ਕਾਰਾਂ ਨੂੰ ਧੋਂਦਾ ਪਿਆ, ਗਲੀ 'ਚ ਪਾਣੀ ਸਾਰਾ ਉਹਨੂੰ ਵੀ ਉਤਰਨ ਲੈਣਾ ਪੈਂਦਾ, ਤੇ ਤੁਸੀਂ ਜਿਹੜੇ ਸਿਰਫ ਪੀਵਣ ਦੇ ਕੱਪੜੇ ਧੋਣ ਤੁਹਾਨੂੰ ਉਤਰਨ ਦੇਣਾ ਪੈਂਦਾ। ਆਇਆ ਮੀਟਰ ਲੱਗਣਾ ਚਾਹੀਦਾ ਜਾਂ ਸਭ ਨੂੰ ਬਰਾਬਰ ਦਾ? ਲੋਕਾਂ ਨੂੰ ਸਮਝ ਆ ਗਈ ਕਿ ਮੀਟਰ ਜਿਹੜਾ ਹੈ ਨਾ ਉਹਦਾ ਨਵੱਟੂ ਦਾ ਆ ਵਾਟਰ ਮੈਨੇਜਮੈਂਟ ਇਜ਼ ਵਾਟਰ ਮੇਜਰਮੈਂਟ, ਕਿ ਠੀਕ ਹੈ ਅਸੀਂ ਮੀਟਰ ਦੀ ਲਵਾਈ ਸਾਂ ਤੇ ਜਿਹੜਾ ਮੀਟਰ ਦੇ ਮੁਨਸੀ ਉਹਦੀ ਸਾਂ ਵੀ ਸਹੀ। ਵੱਟੂ ਆਖਰ ਕਾਮਯਾਬ ਹੋ ਗਿਆ, ਉਸ ਤੇ ਪੈਸੇ ਲੱਗਦੇ 5-6 ਹਜ਼ਾਰ, ਲੇਕਿਨ ਇੱਕ ਵਕਤ ਦੀ ਸਰਮਾਇਆਕਾਰੀ ਹੈ। ਉਹਨਾਂ ਆਖਿਆ ਤੁਹਾਡਾ ਮੁਸਤਕਿਲ ਤੌਰ ਤੇ ਧੰਦਾ ਹੈ ਖਤਮ ਹੋ ਗਿਆ ਸੀ, ਤੁਹਾਨੂੰ ਪਾਣੀ ਮਿਲਣਾ ਸ਼ੁਰੂ ਹੋ ਗਿਆ ਸੀ। ਲੋਕਾਂ ਨੂੰ ਤਿਆਰ ਕੀਤਾ, ਮਿਊਨਿਸਪਲ ਕਮੇਟੀ ਨੂੰ ਆਖਿਆ ਕਿ ਤੁਸੀਂ ਮੇਰੇ ਦਫ਼ਤਰ ਦੇ ਮੇਰੇ ਜਿਹੜੇ ਬੰਦੇ ਜਿਹੜੇ ਡਾਇਲੌਗ ਕਰਨ ਸੋਸ਼ਲ ਆਰਗੇਨਾਈਜ਼ਰ ਉੱਥੇ ਬਸਣ। ਲੋਕਾਂ ਨੂੰ ਪਤਾ ਹੋ ਸੀ ਕਿ ਇਹਦਾ ਤੁਹਾਡੇ ਨਾਲ ਤਾਲੁਕ ਹੈ। ਉਹਨਾਂ ਨਾਲ ਮੁਆਹਦਾ ਕੀਤਾ ਕਿ ਜਿਹੜੇ ਤੁਸੀਂ ਇਹ ਠੀਕ ਕਰਵਾਓ ਆਪਣੀ, ਅਗਰ ਬਿਜਲੀ ਦੀ ਮੋਟਰ ਖਰਾਬ ਹੈ ਓਵਰਹੈਡ ਟੈਂਕ ਨੂੰ ਸਾਫ਼ ਕਰਾਓ, ਜਿੱਥੇ ਜਿੱਥੇ ਲੀਕ ਹੁੰਦੇ ਪਏ ਉਹਨਾਂ ਨੂੰ ਠੀਕ ਕਰੋ ਪਾਈਪਲਾਈਨਾਂ, ਤੇ ਜਿਹੜੇ ਵੇਲੇ ਤੁਹਾਨੂੰ ਇਹਦਾ ਬਿੱਲ ਮਿਲਣਾ ਸ਼ੁਰੂ ਹੋ ਸਨ ਤੇ 1% ਹੈ ਉਹ ਤੁਸੀਂ ਮੇਰੇ ਬੰਦਿਆਂ ਨੂੰ ਦੱਸੋ ਜਿਹੜੇ ਕੰਮ ਕਰਦੇ ਪਏ। ਇਹ ਤੁਹਾਡੇ ਸਬ ਕੰਟਰੈਕਟਰ ਬਣ ਵੈਸੇ ਕੰਮ ਜਿਹੜਾ ਤੁਹਾਡਾ ਸਰਕਾਰੀ ਅਮਲਾ ਨਹੀਂ ਕਰ ਸਕਦਾ, ਜਾਂ ਉਹਨਾਂ 'ਚ ਸਖਤ ਕੋਈ ਨਹੀਂ, ਜਾਂ ਉਹਨਾਂ 'ਚ ਉਹ ਤਰਬੀਅਤ ਕੋਈ ਨਹੀਂ, ਉਹ ਇਹ ਕਰਦੇ ਸਨ। ਲੋਕਾਂ ਨੂੰ ਪਾਣੀ ਮਿਲ ਸੀ, ਤੁਹਾਨੂੰ ਬਿੱਲ ਮਿਲ ਸੀ, ਇਹਨਾਂ ਕੰਮ ਕਰਨ ਵਾਲਿਆਂ ਨੂੰ ਤਨਖਾਹ ਮਿਲ ਸੀ। ਉਹ ਵੱਟੂ ਨੇ ਬੜੀ ਕਾਮਯਾਬੀ ਨਾਲ ਕੀਤਾ। ਉਸ ਪ੍ਰੋਗਰਾਮ ਦਾ ਨਾਮ ਉਹਨੇ ਚੰਗਾ ਪਾਣੀ ਪ੍ਰੋਗਰਾਮ ਰੱਖਿਆ। ਉਹਨਾਂ ਦੇ ਨਾਲ ਜਿਸ ਇਦਾਰੇ ਨੇ ਮਦਦ ਕੀਤੀ ਉਹ ਹੈ ਪੰਜਾਬ ਮਿਊਨਿਸਪਲ ਡਿਵੈਲਪਮੈਂਟ ਫੰਡ ਕੰਪਨੀ। ਉਹਨਾਂ ਨੇ ਉਹਦੀ ਤਨਜ਼ੀਮ ਜਿਹੜੀ ਹੈ ਵੱਟੂ ਦੀ ਅੰਜਮਨ ਸਮਾਜੀ ਬਹਿਬੂਦ, ਉਹਦਾ ਮੁਆਹਦਾ ਕਰਵਾਇਆ ਭਲਵਾਲ ਦੀ ਮਿਊਨਿਸਪਲ ਕਮੇਟੀ ਨਾਲ। ਉਹਨਾਂ ਨੇ ਇੱਕ ਨਵਾਂ ਨਿਜ਼ਾਮ ਕਾਇਮ ਕਰ ਦਿੱਤਾ। ਉਹ ਉਹਨਾਂ ਨੇ ਇੱਕ ਜਗ੍ਹਾ ਤੇ ਕੀਤਾ, ਲੇਕਿਨ ਇਸ ਤਰ੍ਹਾਂ ਦੇ ਕਈ ਕੰਮ ਹਨ ਪਾਕਿਸਤਾਨ ਦੇ ਬੇਸ਼ੁਮਾਰ। ਜਿਹੜਾ ਕੱਚੀ ਆਬਾਦੀ ਦਾ ਕੰਮ ਹੈ ਉਹ ਤਾਂ ਪੂਰੇ 50% ਕਰਾਚੀ ਦੀ ਆਬਾਦੀ ਵਾਸਤੇ ਜਿਹੜੇ ਤਸਲੀਮ ਸਦੀਕੀ ਸਾਹਿਬ ਹਨ, ਡਾਇਰੈਕਟਰ ਜਨਰਲ ਸਿੰਧ ਕੱਚੀ ਆਬਾਦੀ ਅਥਾਰਟੀ, ਉਹਨਾਂ ਨੇ ਸਰਕਾਰੀ ਅਫਸਰ ਹੁੰਦੇ ਕੀਤਾ ਤੇ ਉਹਨਾਂ ਨੂੰ ਰਮੋਨ ਮੈਗਸੈਸੀ ਅਵਾਰਡ ਵੀ ਮਿਲੇ ਇਸ ਵਾਸਤੇ। ਇਸ ਵਾਸਤੇ ਮੇਰੀ ਇਹ ਤੁਹਾਡੇ ਨਾਲ ਗੁਜ਼ਾਰਿਸ਼ ਹੋ ਸੀ ਕਿ ਇੱਕ ਕੇਸ ਸਟੱਡੀਜ਼ ਇਹਨਾਂ ਕੰਮਾਂ ਦੀ ਜਿਹੜੀਆਂ ਹਨ ਉਹ ਤੁਸੀਂ ਪੜ੍ਹੋ ਤੇ ਅਸਾਂ ਉਹਦੇ ਵਾਸਤੇ ਗੱਲ ਕਰੀਏ ਕਿ ਇਹਨਾਂ ਦੇ ਪਿੱਛੋਂ ਜਿਹੜੇ ਬੁਨਿਆਦੀ ਅਸੂਲ ਕਿਹੜੇ ਹਨ, ਤੇ ਇਹਨਾਂ ਅਸੂਲਾਂ ਨੂੰ ਲੈ ਕੇ ਇਹ ਜਜਮਾਨੀ ਨਿਜ਼ਾਮ ਦੀ ਜਗ੍ਹਾ ਤੇ ਲੋਕਾਈ ਦਾ ਨਿਜ਼ਾਮ ਕਾਇਮ ਕਰਨ ਦਾ ਕਿਹੜਾ ਰਸਤਾ ਹੈ। ਇਹ ਇੱਕ ਇੱਕ ਕਰਕੇ ਇਹ ਸਾਰਾ ਇੱਕੋ ਹੱਲੇ ਇਕੱਠੀ ਤਬਦੀਲੀ ਨਹੀਂ ਆ ਸਕਦੀ। ਇਹਦੇ ਬਾਰੇ ਤੁਸੀਂ ਸੋਚਣਾ ਤੇ ਅਗਲੀ ਦਫਾ ਇਹਦੇ ਬਾਰੇ ਗੱਲ ਹੋਸੀ। ਮੇਰੇ ਖਿਆਲ ਇੱਥੇ ਖਤਮ ਕਰ ਦੇਵੀਏ ਤੇ ਅਗਲੀ ਦਫਾ ਕੋਈ ਤੁਹਾਡੇ ਸਵਾਲ ਹੋਰ ਹੋਣ ਮਜ਼ੀਦ ਇਹਦੇ ਬਾਰੇ ਗੱਲ ਕਰ ਸਾਂ ਮਤਲਬ ਅਗਲੇ ਮੌਜੂ ਤੇ। ठीक है जी, शुक्रिया। ओके सर, हाँ शुक्रिया सर, अस्सलाम वालेकुम, खुदा वालेकुम सलाम। चंगा जी कामरान ते सुबह खुदा हाफिज। जी मैं रिकॉर्डिंग बंद कर रहा हूँ। ठीक है जी, अस्सलाम वालेकुम।